उस लड़के दी इस अमल नू नारे तकबीर मसीह दा शेर आ गया ते छा गया, सुभान अल्लाह अल्हम्दुलिल्लाह दरूद शरीफ पढ़ो, बहुत अच्छा काम होया, ऐ कह रही सी। ते जदों ने मस्जिद जा गल कड्ढी, मैं ही गल जाकर तालिब मौलाना साहब को पूछी, मैं राय साहब मैं तुहानू पूछा कि तुसी मतलब जेड़ा वो करना है ते ये गल तो नहीं होएगी? उन्होंने कहा बकवास बंद कर जलील गुंडे, हरकत कर रहा है, अपनी भैन की मिसाल पेश कर, अपनी भैन की गल कर, गल्लां कट के थले लात। मैं बेचारा वापस आ गया। ਇਹ ਤੇ ਗੱਲ ਬੜੀ गल हुई सी टू वे ਮਤਲਬ ਤੁਸੀਂ ਇਹ ਗੱਲ ਬਾਹਰ ਜ਼ਰੂਰ ਕੀਤੀ ਸੀ ਕਿ ਅਗਰ ਤੁਹਾਡਾ ਮਤ ਤੁਹਾਨੂੰ ਲੱਗ ਰਿਹਾ ਸੀ ਕਿ ਰਾਜਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਉਸ ਬੰਦੇ ਦੇ ਅਮਲ ਨੂੰ ਉੱਥੇ ਜਾਣ ਨੂੰ ਤੇ ਦਵਾਈ ਲੈਣ ਨੂੰ, ਲੇਕਿਨ ਉਹ ਗੱਲ ਗਲਤ ਸਾਬਤ ਹੋ ਗਈ ਨਾ। ਰਾਜਾ ਸਾਹਿਬ ਨੇ ਕੈਟਾਗੋਰੀਕਲੀ ਡਿਨਾਈ ਕਰ ਦਿੱਤਾ ਕਿ ਮੈਂ इस चीज में एप्रीशिएट करना वा कि उन्हें माजरत कर ली है और उन्हें वो तो उन्होंने इतना सदो ना, नहीं नहीं माजरत दे लफ्ज मैं समझ राजा ता सुन लो, माजरत दे लफ्ज राजा तालमनान ने नहीं बोले, याद रखियो। माजरत दा लफ्ज जेहन च रखना तुसी। नंबर 1 केड़ा माजरत दा लफ्ज किथे कि उन्हें माजरत उस मुंडे ने माजरत कर ली है, ਉਹਨੇ ਐਕਨੋਲੇਜ ਕਰ ਲਿਆ ਹੈ ਕਿ ਉਹਨੂੰ ਨਹੀਂ ਸੀ ਜਾਣਾ ਚਾਹੀਦਾ, ਜਾਣਾ ਨਹੀਂ ਸੀ ਚਾਹੀਦਾ। ਹਾਂ ਇਹਨੂੰ ਐਪਰੀਸ਼ੀਏਟ ਕਰ ਰਹੇ, ਉਲਟੀ ਗੱਲ ਹੋ ਗਈ ਨਾ। ਇਹ ਬਿਲਾਲ ਸਾਹਿਬ ਦਾ ਮਤਲਬ ਉਲਟਾ ਹੁੰਦਾ ਨਾ। ਰਾਜਾ ਸਾਹਿਬ ਐਪਰੀਸ਼ੀਏਟ ਕਰ ਰਹੇ ਨੇ, ਐਕਨੋਲੇਜ ਕਰ ਰਹੇ ਹੋ ਨਾ। ਦੋ ਗੱਲਾਂ ਡਿਫਰੈਂਟ ਕਰ ਰਹੇ ਹੋ ਲੀਮ ਸਾਹਿਬ। ਮਾਜ਼ਰਤ ਨੂੰ ਤੇ ਐਕਨੋਲੇਜ ਨੂੰ ਤੁਸੀਂ ਮਿਕਸ ਕਰ ਰਹੇ ਹੋ। ਉਹ ਤੇ ਹਾਲੇ ਤੱਕ ਕਹਿੰਦਾ ਮੈਂ ਠੀਕ ਕੀਤਾ ਹੈ, ਉਹ ਮਾਜ਼ਰਤ ਕਰ ਹੀ ਨਹੀਂ ਰਿਹਾ ਉਹ ਬੰਦਾ। ਉਹ ਤੇ ਕੱਲ ਵੀ ਕਹਿ ਕੇ ਗਿਆ ਮੈਂ ਘੁਸ ਗਿਆ, ਉਹ ਘੁਸ ਗਿਆ ਜੀ ਤੁਹਾਡੀ ਮਸਜਿਦ ਦੇ ਵਿੱਚ। ਜਿਹੜਾ ਰਾਜਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਨਾ, ਪਤਾ ਨਹੀਂ ਕਿਉਂ ਝੂਠ ਲੋਕਾਂ ਨੂੰ ਤੁਸੀਂ ਬੋਲ ਬੋਲ ਕੇ ਦੱਸਦੇ ਨੇ। ਜਮਾਤ ਤੁਹਾਡੀ ਨਹੀਂ ਮਜ਼ਾਕ ਕਰ ਰਿਹਾ ਲੀਮ ਸਾਹਿਬ, ਜਿਹੜੀ ਰਿਕਾਰਡਿੰਗ ਉੱਥੇ ਮੌਜੂਦ ਹੈ। ਲੇਕਿਨ ਝੂਠ ਬੋਲਦੇ ਨੇ ਨਾ ਪਏ ਕਿ ਉਸ ਬੰਦੇ ਨੇ ਮਾਜ਼ਰਤ ਕਰ ਲਈ ਹੈ। ਮਾਜ਼ਰਤ ਨਹੀਂ ਕੀਤੀ, ਉਹਨੇ ਐਕਨੋਲੇਜ ਕੀਤਾ ਕਿ ਮੇਰਾ ਉੱਥੇ ਜਾਣਾ ਗਲਤ ਸੀ। ਹੋ ਸਕਦਾ ਮੈਂ ਲਫ਼ਜ਼ ਬੋਲਿਆ, ਇਹ ਨਹੀਂ ਕਹਿ ਰਿਹਾ ਕਿ ਜੋ ਮੈਂ ਉੱਥੇ ਕੀਤਾ ਹੈ ਉਹ ਮੈਂ ਗਲਤ। ਮੈਨੂੰ ਮਸਲਾ ਕੋਈ ਨਹੀਂ ਹੈ। ਨਹੀਂ ਨਹੀਂ ਨਾ 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 ਉਹ ਇਹ ਨਹੀਂ ਐਕਸੈਪਟ ਕਰ ਰਾਜ ਸਾਹਿਬ ਇੱਕ ਮਿੰਟ ਇੱਕ ਗੱਲ ਨੂੰ ਦਬਾਇਆ ਜਾ ਰਿਹਾ ਵਾ, ਇੱਕ ਗੱਲ ਨੂੰ ਉਛਾਲਿਆ ਜਾ ਰਿਹਾ। ਅਲੀਮ ਭਾਈ ਇਹ ਚੀਜ਼ ਕਨਫਰਮ ਕਰ ਲਓ, ਇੱਕ ਲਫ਼ਜ਼ ਮਾਜ਼ਰਤ ਵਾਲਾ ਮਾਜ਼ਰਤ ਨਹੀਂ, ਜਜ਼ਬਾਤੀ ਫੈਸਲਾ ਸੀ ਉਹਦਾ, ਠੀਕ ਹੈ। ਔਰ ਗੱਲ ਰਿਕਾਰਡਿੰਗ ਮੁਕੰਮਲ ਸੁਣਨੀ ਹੈ। ਰਾਜਾ ਸਾਹਿਬ ਨੇ ਉਹਦੇ ਅਮਲ ਨੂੰ ਗਲਤ ਨਹੀਂ ਕਿਹਾ, ਉਹਦੇ ਅਮਲ ਨੂੰ ਰਾਜਾ ਸਾਹਿਬ ਨੇ ਗਲਤ ਨਹੀਂ ਕਿਹਾ, ਉਹਦੇ ਤਾਂ ਗੱਲ ਹੀ ਨਹੀਂ ਕੀਤੀ ਨਾ। ਰਾਜਾ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਉਹ ਮੈਂ ਤੁਹਾਨੂੰ ਦੱਸ ਛੱਡੀ ਹੈ। ਜਿਹੜਾ ਆਮਰ ਹੱਕ ਬਾਈ ਨੇ, ਸੁਣ ਲਓ ਉਹਦੇ ਰਿਕਾਰਡਿੰਗ ਮੌਜੂਦ ਹੈ। ਮੈਂ ਕਿਹਾ ਜੋ ਆਮਰ ਹੱਕ ਬਾਈ ਤੇ ਵੜੈਚ ਸਾਹਿਬ ਬੈਠੇ ਨੇ, ਕਿਉਂਕਿ ਬੈਠੇ ਸਨ ਰਾਣਾ ਰਾਸ਼ੀ ਵੀ, ਜੋ ਇਹ ਕਹਿਣਗੇ ਮੈਂ ਤੇ ਰਾਣਾ ਆਪਣਾ ਆਮਰ ਹੱਕ ਸਾਹਿਬ ਨੇ ਕਿਹਾ ਸੀ ਇਹ ਮਾਜ਼ਰਤ 1 ਵੇ ਨਹੀਂ ਹੋਏਗੀ 2 ਵੇ ਹੋਏਗੀ। ਠੀਕ ਹੋ ਗਈ ਗੱਲ। ਇਹ ਹੈ ਹੁਣ ਪਤਾ ਚੱਲਿਆ ਕਿ ਰਾਜਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਹੈ ਉਸ ਬੰਦੇ ਦੇ ਜਜ਼ਬਾਤੀ ਫੈਸਲੇ ਨੂੰ ਐਕਨੋਲੇਜ ਕਰਨ ਦਾ ਕਿ ਉਹਦਾ ਜਜ਼ਬਾਤੀ ਫੈਸਲਾ ਸੀ ਔਰ ਉਹਨੂੰ ਇਹ ਨਹੀਂ ਸੀ ਕਰਨਾ ਚਾਹੀਦਾ, ਔਰ ਇਹਨੂੰ ਐਪਰੀਸ਼ੀਏਟ ਕੀਤਾ ਰਾਜਾ ਸਾਹਿਬ ਨੇ। ਇਹਦਾ ਮਤਲਬ ਹੈ ਕਿ ਰਾਜਾ ਸਾਹਿਬ ਨੇ ਇੱਕ ਬਰਕਸ ਗੱਲ ਕੀਤੀ ਹੈ। ਠੀਕ ਹੈ, ਉਹ ਲੈ ਇੱਥੇ ਬਿਠਾਓ ਨਾ ਸਾਹਮਣੇ। ਉਹ ਤੇ ਰਿਕਾਰਡਿੰਗ ਪਲੇ ਕਰਾਈ। ਹੁਣ ਇੱਕ ਰਿਕਾਰਡਿੰਗ ਮੋਬਾਈਲ ਵੈਬ ਸਾਹਿਬ ਬਿਲਾਲ ਭਾਈ ਤੁਹਾਡੇ ਕੋਲ ਮੌਜੂਦ ਹੈ, ਜਿਹਦੇ ਵਿੱਚ ਤੁਸੀਂ ਕੋਈ ਗੱਲ ਕਹਿ ਰਹੇ ਹੋ ਕਿ ਰਾਜਾ ਸਾਹਿਬ ਅਗਰ ਤੁਹਾਡੇ ਅਲਫਾਜ਼ ਨਿਕਲ ਆਏ ਔਰ ਅਗਰ ਯਹਾਂ ਤੁਹਾਡੇ ਅਲਫਾਜ਼ ਨਾ ਨਿਕਲੇ ਤੇ ਮੈਂ ਮਾਜ਼ਰਤ ਕਰਾਂਗਾ ਜਾਂ ਮੈਂ ਮਜ਼ੀਦ ਅੱਗੇ ਤੁਸੀਂ ਕੁਝ ਕਿਹਾ ਹੋਣਾ। ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਅਗਰ ਤੁਸੀਂ ਪਲੇ ਕਰੋਗੇ ਤਾਂ ਸਾਰਾ ਮਾਮਲਾ ਕਲੀਅਰ ਹੋ ਜਾਏਗਾ। ਨਹੀਂ ਉਹ ਨਾਲ ਜੋੜ ਕੇ ਆ ਜਾਣੀ ਹੈ ਨਾ, ਮਾਮਲਾ ਕਲੀਅਰ ਹੋ ਜਾਏਗਾ। ਆ ਮੈਂ ਤੁਹਾਡੇ ਕੋਲ ਕੋਈ ਰਿਕਾਰਡਿੰਗ ਹੈ ਤੇ ਉਹ ਲਿਆ ਕੇ ਇੱਥੇ ਚਲਾ ਲਓ, ਉਹਨਾਂ ਨੂੰ ਇੱਥੇ ਬੁਲਾ ਲਓ। ਲੜਾਈ ਲਈ ਕਿਹੜੀ ਗੱਲ ਹੈ? ਥੱਲੇ ਮੌਜੂਦ ਨੇ ਆਪਣਾ ਵੜੈਚ ਸਾਹਿਬ, ਮੈਂ ਇਹਨਾਂ ਨੂੰ ਸੱਦ ਲੈਣਾ ਵਾ ਕਿਉਂਕਿ ਇਹ ਬੈਠੇ ਹੋਏ ਸਨ, ਵੱਡੇ ਸਨ ਸਾਡੇ। ਮੈਂ ਤਾਂ ਇਹਨਾਂ ਨੂੰ ਅੱਗੇ ਕੀਤਾ ਹੋਇਆ ਸੀਗਾ ਅਲੀਮ ਸਾਹਿਬ। ਮੈਂ ਤਾਂ ਗਲਤ ਜਜ਼ਬਾਤ ਚ ਜਾਂ ਤੁਸੀਂ ਮੇਰਾ ਜੋ ਵੀ ਕਹਿ ਦੋ, ਕਿਉਂਕਿ ਮੈਨੂੰ ਮੈਂ ਕਿਦੋਂ ਕਿਹਾ? ਨਹੀਂ ਨਹੀਂ ਇਹਨਾਂ ਨੇ ਨਹੀਂ ਕਿਹਾ। ਨਹੀਂ ਉਹ ਵੀ ਬਿਲਾਲ ਸਾਹਿਬ ਨੇ ਦੱਸ ਦਿੱਤਾ, ਉਹਨੇ ਵੀ ਨਹੀਂ ਕੀਤੀ, ਉਹਨੇ ਵੀ ਨਹੀਂ ਕੀਤੀ। ਬਿਲਾਲ ਸਾਹਿਬ ਨੇ ਦੱਸਿਆ ਕਿ ਮਾਜ਼ਰਤ ਦੇ ਅਲਫਾਜ਼ ਨਹੀਂ। ਪੈਗਾਮ ਸੁਣ ਲਓ, ਪੈਗਾਮ ਆਇਆ ਹੈ। ਨਹੀਂ 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 ਕੀਤਾ, ਉਹਨੇ ਨਹੀਂ ਕੀਤਾ। ਇਹ ਤਾਂ ਮੈਂ ਕਹਿ ਰਿਹਾ ਪੁੱਛਿਆ, ਅਸੀਂ ਤਾਂ ਪੁੱਛ ਰਹੇ ਹਾਂ ਲੀਮ ਸਾਹਿਬ ਨੂੰ ਲਿਆਓ ਕਿੱਥੇ ਰਿਕਾਰਡਿੰਗ। ਠੀਕ ਹੋ ਗਿਆ। ਦੇਖੋ ਪਹਿਲੀ ਤੇ ਗੱਲ ਇਹ ਹੈ ਕਿ ਮੈਂ ਡਿਫੈਂਡ ਨਹੀਂ ਕਰ ਰਿਹਾ ਉਸਨੂੰ। ਬੇਸਿਕਲੀ ਹੈ ਜਿਹੜੀ ਸੁਣ ਲਓ, ਮੇਰਾ ਤੇ ਬਿਲਾਲ ਸਾਹਿਬ ਕੋਲ ਸਿਰਫ ਸਵਾਲ ਹੈ ਕਿ ਤੁਸੀਂ ਕਿਹੜੀ ਗੱਲ ਦੇ ਉੱਤੇ
ਕੀ ਗੱਲ ਕੀਤੀ ਸੀ ਉਹ ਰਿਕਾਰਡਿੰਗ ਸੁਣਾ ਚਲੋ ਦਿਓ, ਮੈਂ ਤੁਹਾਨੂੰ ਕਿਸਾ ਮੁਕਤਸਰ ਦੱਸ ਦਿੰਦਾ। ਗੱਲ ਇਹ ਹੋਈ ਸੀਗੀ, ਇਹ ਨਹੀਂ ਗੱਲ। ਅਗਰ ਇਹ ਸੁਣ ਲਓ, ਜਿਹੜੀ ਗੱਲ ਮੈਂ ਕੀਤੀ ਸੀ ਉਹ ਨਾ ਨਿਕਲੀ ਤੇ ਅਮਰ ਹਕ ਬਾਈ ਨੇ ਕਿਹਾ ਬਹੁਤ ਸਾਡੇ ਮਾਜ਼ਰਤ ਹੋਏਗੀ। ਇਹ ਅਮਰ ਹਕ ਸਾਹਿਬ ਨੇ ਕਹੀ, ਵੜੈਚ ਸਾਹਿਬ ਮੌਜੂਦ ਸੀ, ਰਾਣਾ ਸਾਹਿਬ ਮੌਜੂਦ ਸੀ। ਤੁਸੀਂ ਗੱਲ ਕਰਤੀ ਸੀ ਲੇਕਿਨ ਅਮਰ ਹਕ ਨੇ ਉਹਨੂੰ ਓਵਰਰੂਲ ਕਰ ਲਿਆ ਸੀ। ਨਾ 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 ਨਾ, ਮੈਂ ਅਮਰ ਹਕ ਸਾਹਿਬ ਨੂੰ ਅੱਗੇ ਕੀਤਾ ਸੀ ਔਰ ਵੜੈਚ ਸਾਹਿਬ ਨੂੰ ਵੀ ਅੱਗੇ ਕੀਤਾ ਸੀ। ਦੋਵਾਂ ਨੂੰ ਕੋਈ ਅਲਫਾਜ਼ ਨਹੀਂ ਨਿਕਲੇ ਕਿ ਮੈਂ ਮਾਜ਼ਰਤ ਕਰਾਂਗਾ ਅਗਰ ਗੱਲ ਨਾ ਨਿਕਲੀ ਤੇ ਭਾਈ ਅਮਰ ਹਕ ਸਾਹਿਬ ਨੇ ਕਹੇਗਾ ਦੋਵੇਂ ਕਰਨਗੇ। ਨਹੀਂ ਲੇਕਿਨ ਤੁਸੀਂ ਆਪਣੀ ਇੰਡੀਵਿਜੂਅਲੀ ਕੋਈ ਗੱਲ ਕਰ ਦਿੱਤੀ ਸੀ ਉਸ ਤੋਂ ਪਹਿਲੇ, ਅਮਰ ਹਕ ਤੋਂ ਪਹਿਲੇ? ਉਸ ਤੋਂ ਪਹਿਲਾਂ ਮੈਂ ਹਾਂ, ਕਿਉਂਕਿ ਰਾਣਾ ਰਾਸ਼ਦ ਸਾਹਿਬ ਮੌਜੂਦ ਨਹੀਂ ਸਨ ਜਦੋਂ ਅਮਰ ਹਕ ਸਾਹਿਬ, ਲੇਕਿਨ ਅਸੀਂ ਮੁਤਾਲਬਾ ਰਾਜਾ ਦਲ ਮਨਾਨ ਕੋ ਵੀ ਕਰ ਰਹੇ ਸਾਂ। ਕਿਉਂਕਿ ਉਹਨੇ ਮੈਨੂੰ ਕਿ ਮੈਂ ਗੱਲ ਕਰਤੀ ਸੀ ਲੇਕਿਨ ਆਮਿਰ ਹਕ ਨੇ ਮੇਰੀ ਗੱਲ ਤੋਂ ਬਾਅਦ ਕਹਿਤਾ ਸੀ ਕਿ ਯਾਰ ਤੂੰ ਵੀ ਨਹੀਂ 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 ਪੇਸ਼ ਕਰ ਉਹ ਅਗਰ ਚਲਾ ਦੋਗੇ ਤੇ ਉਹ ਕਲੀਅਰ ਹੋ ਜਾਏਗਾ ਮਾਮਲਾ। ਦੋਵੇਂ ਰਲ ਕੇ ਚੱਲ ਜਾਣਗੀਆਂ ਨਾ, ਲੋਕਾਂ ਨੇ ਰਿਕਾਰਡ ਉਹਨਾਂ ਨੇ। ਹਾਂ ਉਹ ਤਾਂ ਮੈਂ ਡਾਊਨਲੋਡ ਕਰਕੇ ਤੇ ਚਲਾ ਵੀ ਦਿਆਂਗਾ, ਮੈਨੂੰ ਮਸਲਾ ਕੋਈ ਨਹੀਂ ਹੈ, ਕਿਉਂਕਿ ਉਹ ਬਰਾਡ ਮੈਂ ਡਾਊਨਲੋਡ ਨਹੀਂ ਕੀਤੀ ਹੋਈ। ਲੇਕਿਨ ਮੈਂ ਅੱਗੇ ਕੀਤਾ ਸੀ ਆਮਿਰ ਹਕ ਸਾਹਿਬ ਨੂੰ ਤੇ ਵੜੈਚ ਸਾਹਿਬ ਨੂੰ, ਇਹਨਾਂ ਦੋਵਾਂ ਨੂੰ। ਤੇ ਇਹ ਗੱਲ ਆਮਿਰ ਹਕ ਸਾਹਿਬ ਨੇ ਰਾਣਾ ਰਾਸ਼ਦ ਨਾਲ ਕੀਤੀ ਸੀਗੀ, ਠੀਕ ਹੈ ਸਰ, ਕਿਉਂਕਿ ਰਾਣਾ ਰਾਸ਼ਦ ਸਾਹਿਬ ਨੇ ਕੀਤੀ ਸੀ, ਠੀਕ ਹੈ ਜੀ। ਔਰ ਮੈਂ ਦੋਵਾਂ ਨੂੰ ਕਿਹਾ ਸੀ, ਮੈਂ ਇੱਕ ਨੂੰ ਨਹੀਂ ਕਿਹਾ, ਮੈਂ ਦੋਵਾਂ ਨੂੰ ਅੱਗੇ ਕੀਤਾ ਸੀ। ਮੈਂ ਵੜੈਚ ਸਾਹਿਬ ਤੇ ਆਮਿਰ ਹਕ ਸਾਹਿਬ ਜੋ ਗੱਲ ਕਰ ਦੇਣਗੇ ਬਿਸਮਿਲ੍ਲਾ, ਕੋਈ ਮਸਲਾ। ਜਾਂ ਤੇ ਫਿਰ ਇਹ ਗੱਲ ਕਰ ਲਓ ਕਿ ਤੁਸੀਂ ਇਹ ਗੱਲ ਕੀਤੀ ਸੀ ਤੇ ਆਮਿਰ ਹਕ ਸਾਹਿਬ ਨੇ ਉਹਨੂੰ ਓਵਰਰੂਲ ਕਰ ਦਿੱਤਾ, ਇਹ ਗੱਲ ਇੱਕ ਹੋ ਜਾਏਗੀ। ਇਹ ਮੰਨੀ ਜਾ ਸਕਦੀ ਹੈ ਕਿ ਤੁਸੀਂ ਕਹੇ ਯਾਰ ਮੈਂ ਕੀ ਕਿਹਾ ਸੀ ਲੇਕਿਨ ਆਮਿਰ ਹਕ ਨੇ ਇਹਦੀ ਤਰਦੀਦ ਕਰਤੀ ਸੀ। ਭਾਈ ਜਦੋਂ ਇੱਕ ਬੰਦਾ ਵੱਡਾ ਬੈਠਾ ਹੋਵੇ, ਜਦੋਂ ਇੱਕ ਬੰਦਾ ਵੱਡਾ ਬੈਠਾ ਹੋਵੇ ਤਾਂ ਸਿੱਧੀ ਗੱਲ ਬਣ ਸੁਲਝੇਗੀ ਉਦੋਂ ਜਿਸ ਟਾਈਮ ਤੁਸੀਂ ਰਿਕਾਰਡਿੰਗ ਲੈ ਕੇ ਆਓਗੇ। ਮੇਰੇ ਖਿਆਲ ਦੇ ਵਿੱਚ ਫਸ ਗਈ ਜਾਨ ਸ਼ਿਕੰਜੇ ਅੰਦਰ। ਅਸੀਂ ਵੀ ਇੱਕ ਰਿਕਾਰਡਿੰਗ ਸੁਣਾ ਦਿੱਤੀ। ਓਕੇ 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 ਇੱਕ 1 ਸੈਕਿੰਡ ਅਲੀਮ ਸਾਹਿਬ, ਨਹੀਂ ਨਹੀਂ ਠੀਕ ਹੈ ਅਲੀਮ ਸਾਹਿਬ, ਜਿਹੜੀ ਗੱਲ ਮੈਂ ਕਰ ਰਿਹਾ ਵਾਂ ਆਮਿਰ ਹਕ ਸਾਹਿਬ ਤੇ ਵੜੈਚ ਸਾਹਿਬ ਵਾਲੀ, ਅਗਰ ਇਹ ਗੱਲ ਨਿਕਲ ਆਈ ਤੇ ਰਾਜਾ ਤਾਲ ਮਨਾਨ ਸਾਹਿਬ ਕਰ ਮੰਗ ਲੈਣਗੇ ਮਾਫੀ। ਨਹੀਂ ਆਪਣੀ ਗੱਲ ਤੇ ਨਿਕਲ ਸਕਦੀ ਹੈ ਉਹ ਤੇ ਮੈਂ ਨਾ 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 ਨਾ, ਰਾਣਾ ਰਾਸ਼ਦ ਵੀ ਮੌਜੂਦ ਹੋਵੇ, ਸੁਣ ਲਓ, ਰਾਣਾ ਰਾਸ਼ਦ ਵੀ ਮੌਜੂਦ ਹੋਵੇ। ਤੁਸੀਂ ਮੁਨਾਸਬ ਆਦਮੀ ਤੁਸੀਂ ਕਹਿ ਦਿੱਤੀ, ਮੈਂ ਉਹ ਟਰਸਟ ਕਰ ਰਿਹਾ। ਨਹੀਂ ਮੈਨੂੰ ਛੱਡੋ ਨਾ, ਮੁਨਾਸਬ ਆਦਮੀ ਨੂੰ ਛੱਡੋ, ਰਾਣਾ ਰਾਸ਼ਦ ਮੌਜੂਦ ਹੋਵੇ ਔਰ ਅਫਜ਼ਲ ਵੜੈਚ ਸਾਹਿਬ ਵੀ ਮੌਜੂਦ ਹੋਣ ਔਰ ਅਮਰ ਹਕ ਸਾਹਿਬ ਵੀ ਮੌਜੂਦ ਹੋਣ। ਔਰ ਮੈਂ ਕਹਿ ਰਿਹਾ ਹਾਂ ਕਿ ਇਹ ਦੋ ਜਿਹੜੇ ਬੰਦੇ ਗੱਲ ਕਰਦੇ ਨੇ ਮੈਨੂੰ ਕਬੂਲ ਹੈ ਤੇ ਹੋਏਗਾ, ਅਗਰ ਹੋਏ ਵਿੱਚ ਤੇ ਇਹ ਇੰਪੋਰਟੈਂਟ ਬਿਆਨ ਹੋਏਗਾ। ਹਾਂ ਬਿਲਕੁਲ, ਇਹ ਮੇਰਾ ਬਿਆਨ ਹੈ ਔਰ ਵੜੈਚ ਸਾਹਿਬ ਨੂੰ ਵੀ ਪਤਾ ਹੈ, ਥੱਲੇ ਬੈਠੇ ਨੇ। ਲੇਕਿਨ ਵੜੈਚ ਸਾਹਿਬ ਨੇ ਉੱਥੇ ਨਾ ਇੱਕ ਗੱਲ ਬੜੀ ਕੈਟੇਗੋਰੀਕਲੀ ਕਹੀ ਹੈ, ਵੜੈਚ ਸਾਹਿਬ ਨੇ ਇੱਕ ਗਵਾਹੀ ਦਿੱਤੀ ਹੈ ਔਰ ਉਹ ਬੜੀ ਜਾਇਜ਼ ਵੜੈਚ ਸਾਹਿਬ ਮੌਜੂਦ ਨੇ ਤੇ ਉਹਨਾਂ ਨੂੰ ਉੱਤੇ ਲਾਓ ਨਾ। ਵੜੈਚ ਸਾਹਿਬ ਨੇ ਇਹ ਬਿਲਕੁਲ ਅੱਛਾ, ਉਹ ਗਰੁੱਪ ਦੇ ਵਿੱਚ ਨਾ ਇੱਕ ਵੀਡੀਓ ਆਈ ਹੈ, ਉਹ ਜ਼ਰਾ ਡਾਊਨਲੋਡ ਕਰਕੇ ਚਲਾ ਦਿਓ ਮੀਰ ਭਾਈ। ਗਰੁੱਪ ਦੇ ਵਿੱਚ ਵੀਡੀਓ ਆਈ ਹੈ, ਗੱਲ ਕਰ ਲੈਂਦੇ ਹੋ, ਡਾਊਨਲੋਡ। ਇੱਕ ਮਿੰਟ ਠਹਿਰ ਕੇ ਤੁਹਾਨੂੰ ਕਨਾਲ ਚੈੱਕ ਕਰਾਈਏ ਉਹਦਾ ਯਾਰ, ਇੱਕ ਕਨਾਲ ਚੈੱਕ ਕਰਾਈਏ, ਗੱਲ ਕਰਾ ਦੇ ਬੰਦੇ ਦਾ ਕਨਾਲਜ ਵੀ ਸੁਣ ਲਓ ਨਾ, ਜਿਹਦੇ ਉੱਤੇ ਰਾਜਾ ਸਾਹਿਬ ਬੜੇ ਐਪਰੀਸ਼ੀਏਟ ਕਰ ਰਹੇ ਨੇ ਨਾ। ਸਰ ਹੁਣ ਸੁਣਿਆ ਨਾ, ਕੀ ਸੁਣਿਆ? ਕਿਉਂ ਕੀ ਉਹ ਸੁਣ ਕੇ ਆ 2 ਦਫਾ ਉੱਥੇ ਬਿਲਾਲ ਦਾ ਕੀ ਸੁਣ ਕੇ ਆਏ ਹੋ? ਬੋਲਣ ਦਿਓ। ਉਹ ਭਾਈ ਮੈਂ ਉਹ ਨਹੀਂ ਕਹਿ ਰਿਹਾ, ਮੈਂ ਉਸ ਰਾਸ਼ਦ ਦੀ ਗੱਲ ਕਰ ਰਿਹਾ ਜਿਹਨੂੰ ਐਕਨੋਲਜ ਕਰ ਰਹੇ ਨੇ ਰਾਜਾ ਤਾਲ ਮਨਾਨ ਸਾਹਿਬ ਕਿ ਉਹਨੇ ਮਾਜ਼ਰਤ ਕਰ ਲਈ, ਜਿਹਨੂੰ ਤੁਸੀਂ ਮਾਜ਼ਰਤ ਬਣਾ ਰਹੇ ਹੋ। ਉਹਦੀ ਮਾਜ਼ਰਤ ਸੁਣਾਉਣ ਲੱਗੇ ਆ ਤੁਹਾਨੂੰ, ਮਾਜ਼ਰਤ ਸੁਣੋ ਉਹਦੀ। ਅਮੀਰ ਭਾਈ ਅੱਛਾ ਅਫਸਰ ਸਾਹਿਬ ਆਏ ਨੇ, ਇੱਕ ਵਾਰੀ ਇਹ ਗੱਲ ਮੁਕੰਮਲ ਹੋ ਜਾਂਦਾ, ਕੋਈ ਨਹੀਂ, ਉਹਨੇ ਮੈਟਰ ਨਹੀਂ ਕਰ ਰਿਹਾ ਹਲੇ ਜੀ। ਬਸ ਸਾਹਿਬ ਬਿਲਕੁਲ ਸੁਣਾਇਓ ਤੁਸੀਂ ਕਿ ਉਹ ਐਕਨੋਲਜਮੈਂਟ ਜਿਹੜੀ ਹੈ ਉਹ ਕਿੰਨੀ ਵਜ਼ਨੀ ਹੈ, ਉਹ ਬਣਦੀ ਵੀ ਹੈ ਕਿ ਨਹੀਂ ਬਣਦੀ। ਉਹ ਇੱਕ ਠੀਕ ਹੈ ਲੱਗ ਗਿਆ ਹੁਣ ਨਾ। ਮੈਂ ਸਿਰਫ ਬਿਲਾਲ ਸਾਹਿਬ ਨੂੰ ਕਹਿ ਰਿਹਾ ਕਿ ਅਫਜ਼ਲ ਵੜੈਚ ਸਾਹਿਬ ਅਸਲੇ ਭਲਾ ਕੀ ਹੈ, ਅਲੀਮ ਭਾਈ ਨੂੰ ਲੱਗ ਰਿਹਾ ਹੈ, ਯਾਰ ਬਿਲਾਲ ਭਾਈ, ਅਲੀਮ ਭਾਈ ਨੂੰ ਲੱਗ ਰਿਹਾ ਕਿ ਮੇਰੇ ਵੀ ਇਮਰਾਨ ਕਾਲੂ ਦਲਾਇਲ ਮਜ਼ਬੂਤ ਨੇ, लेकिन अलीम भाई मेरे मजबूत नहीं, मेरे दलाल कमजोर ने, ठीक है जी। वड़ैच साहब ने कही है यार, मैं जेडी गल कर रहा हूं अलीम साहब तुसी क्यों नहीं सुन रहे हो यार? सेबी भाई एक मिनट कर लें दो नहीं, मैं ते गल करना चाह रहा कि राजा ताल मनान ने पहली गल कि झूठ क्यों बोलिया है। ए झूठ उस बंदे ने क्यों बोलिया है कि उस बंदे ने माजरत कर ली सी ते मैं उन्हें एप्रीशिएट करना? उस बंदे ने किथे माजरत कीती है, पहले ये दसो। नहीं ਕੀਤੀ ਉਹ ਤੇ ਬੰਦਾ ਹਾਲੇ ਤੱਕ ਮੈਨੂੰ ਮੈਸੇਜ ਕਰ ਰਿਹਾ ਕਿ ਮੈਂ ਤੁਨ ਦਿੱਤਾ ਸੀ ਤੇ ਮੈਂ ਘੁਸ ਗਿਆ ਸੀ ਤੁਹਾਡੇ ਮੌਲਵੀਆਂ ਦੇ ਵਿੱਚੋਂ ਲੰਘ ਗਿਆ ਸੀ ਮੈਂ ਤੇ ਮੈਂ ਕਰ ਦਿੱਤਾ ਸੀ। ਅਜੇ ਤੱਕ ਨਵੀਦ ਢੂੰਡ ਲਓ ਮੁਝੇ ਮੈਨੂੰ ਮੈਸੇਜ ਕਰਦਾ ਪਿਆ ਕਿ ਅਸੀਂ ਤੇ ਵਾੜ ਕੇ ਰੱਖ ਦਿੱਤਾ ਤੁਹਾਨੂੰ ਤੇ ਤੁਸੀਂ ਕਹਿੰਦੇ ਹੋ ਮਾਜ਼ਰਤ ਕੀਤਾ, ਝੂਠ ਬੋਲਦੇ ਹੋ। मतलब बिल्कुल शर्मजाई खत्म हो गई है राजा ताल मनान जे बंदियां दे विचों कि मुनाफिकत दी इंतहा करी जा रहे ने। चलो कोई नहीं, खुल के खेलो फिर आ जाओ, ਅਸੀਂ ਸਿਆਸਤ ਕਰ ਲੈਣੇ ਤੁਹਾਡੇ ਨਾਲ। ਸੁਣ ਲਓ ਉਹ ਚਾਹੁੰਦੇ ਨੇ ਅਗਰ ਬਣੇ ਹੋਏ ਆ ਤੁਹਾਡੇ ਨਾਲ ਸਿੱਧਾ ਸਾਦਾ ਚੱਲ ਰਹੇ ਆ ਕੂਲੂ ਕੌਲਨ ਸਦੀਦਾ ਦੇ ਤਹਿਤ ਕੁਰਾਨ ਦੇ ਉਸ ਤਾਲੀਮ ਤੇ ਅਮਲ ਕਰਦੇ ਆ ਤੁਹਾਡੇ ਨਾਲ, ਤੁਸੀਂ ਸਾਡੇ ਨਾਲ ਸਿਆਸਤਾਂ ਖੇਡਦੇ ਹੋ
ਤੇ ਜੇ ਤੁਸੀਂ ਸਾਡੇ ਨਾਲ ਸਿਆਸਤਾਂ ਖੇਡਣੇ ਤੇ ਫਿਰ ਆਓ ਅਸੀਂ ਸਿਆਸਤ ਤੁਹਾਨੂੰ ਖੇਡ ਕੇ ਦੱਸਣੀ ਹੈ ਕਿ ਸਿਆਸਤ ਕਰੀ ਦੀ ਕਿੰਜ। ਤੁਸੀਂ ਸਾਡੇ ਪੁੱਤਰ ਲੱਗਦੇ ਹੋ ਸਿਆਸਤ ਵਿੱਚ ਸਾਰੇ ਮਰਜ਼ਈ, ਅਸੀਂ ਤੁਹਾਨੂੰ ਸਿਆਸਤ ਸਿਖਾਉਣ ਵਾਲੇ ਆ, ਤੁਸੀਂ ਸਾਨੂੰ ਲਿਓ ਸਿਆਸਤ ਸਿਖਾਉਣ। कोई गाल नहीं ना साहब ने गुस्सा ना करो। पीछे गया था मुझे कह रहे हैं नहीं आपको नहीं कहा, बात ही है अलीम साहब। भाई आपको नहीं कह रहा, राजा तालमनान को कह रहा हूँ। अच्छा मैं तो सिर्फ ये कह रहा था कि बिलाल साहब ने जो बात की है वो बड़ी अहम है। दो बातें बिलाल साहब के, दो पॉइंट्स हैं। एक तो मैं जानना चाहता था कि बिलाल साहब का अपना क्या बयान था, और दूसरा बिलाल साहब ने एक बात बीच में की है कि बिलाल साहब ने कह दिया था कि यार मेरी बात इतनी वजनी नहीं है, जो आमिरा का बात करेगा वही बात ठीक होगी। बिलाल साहब ये मैं ठीक समझाऊं ना? बिल्कुल, वो मेरे बड़े हैं। और बड़ा साहब सुन ले ये आप आमिर हक की बात ना करें, ये आप दो बंदों की बात करें, आमिर हक और बड़ा साहब, इन दोनों को कहा था मैंने। ठीक है। अवड़ैत साहब ने एक बड़ी दलेराना गवाही भी दी। उन्होंने कहा कि बिल्कुल बिलाल भाई के ये अल्फाज मौजूद थे कि वो माजरत करेंगे। तो अब बात फंसती है आगे वहां पे। वो बयान अगर आपके पास शायद सुना दो, बाकी अब अफजल बड़ाई साहब से बात करें। ठीक है। अच्छा ये बता दें कि वो जो आप क्या बात निकली है उसमें और क्या बात मैंने की थी वो जरा बता दें। जी अस्सलाम वालेकुम। मुझे पूछा जी दोनों जो मजीद साहब ने गवाही दी, मैं तो था ही नहीं, मैं तो भी आया हूं। जी बड़ा साहब। अच्छा मैं उधर उनकी ब्राड पे था, बल्कि एक ब्राड क्रैश हुई है, मुझे तो पता ही नहीं था वो दूसरी ब्राड जो चल रही थी, तो किसी ने लिंक भेजा तो मैं वहाँ गया हूँ। राशिद साहब ने जो होस्ट की हुई थी, तो वहाँ फिर उन्होंने, बल्कि उन्होंने मुझसे पूछा कि आपने कोई क्लिप सुना, मैंने कहा नहीं, तो क्लिप उन्होंने वो प्ले किया। फिर वो जो ब्राड की ज़ाहिर है जिसकी आप डिस्कशन अब बात यहाँ पे हो रही है कल की। अच्छा उसमें राजा साहब ने बिल्कुल वही बात कही है जो मैंने कही थी कि मुझे 99.99% जो मैंने सुना था वो यही था कि उन्होंने उस लड़के के नदामत के ऊपर कहा था कि उसने अपना कद जो है वो बड़ा किया है, कि उसने जो काम जो हरकत की थी उसके ऊपर शर्मिंदगी का इज़हार करके। ये राजा साहब ने उस क्लिप में वही बात कही है जिसके ऊपर कल ज़ाहिर है वो क्लिप जो निकलना था, तो यानी वो बात तो तय हो गई। ये बात क्लियर हो गई अपना बड़ा साहब। सिर्फ जी ये सिर्फ जो आप ये कह रहे हैं कि हरकत की थी, मतलब उसका वहां पे वो रद्द अमल, उसकी वो वहां पे हरकत या उसका जाना, इन दोनों में से कौन सी? उसने उस जाने की जो हरकत की उसके ऊपर उसने नदामत का इजहार किया है, तो उसके ऊपर राजा साहब बड़ा साहब लफ्ज़ मौजूद नहीं है रिकॉर्डिंग में। चले ठीक है, फिर आप की अपनी मर्जी है। नहीं मुझे उन्होंने कहा नहीं, मैंने अपनी समझ की गवाही देनी है ना। मैंने रिकॉर्डिंग सुनी है ना, क्लिप सुना है, जो मैंने अभी क्लिप सुना है तकरीबन कोई 45 मिनट पहले। उस वो क्लिप सुन के मुझ जैसे नाकस अकल इंसान को यही समझ आती है कि राजा अताउल मनान उस बच्चे की तारीफ कर रहा है कि उसने जो गंदी हरकत की थी उस हरकत के ऊपर उसने शर्मिंदगी का इजहार किया। बता बड़ा साहब, उसमें लफ्ज ये है कि राजा अताउल मनान साहब ने कहा है कि जो मैं सुन रहा हूँ, जो मुझे लगता है कि उसने इस पे कहा है कि हाँ ये जज्बाती फैसला था, दैट्स इट, इसके अलावा कोई लफ्ज नहीं है। नहीं, लेकिन मैं तो बात कर रहा हूँ ना कि राजा अताउल मनान के जो अल्फाज हैं यही है जो मैंने कहे। हाँ, तो अल्फाज से मुराद यही हुआ ना कि उसका मुराद उस सारी बात से यही है कि उस लड़के ने जो हरकत की है, उस लड़के ने चूंकि शर्मिंदगी का इजहार कर लिया है, लिहाजा उसका कद बढ़ गया है कि उसने उसके ऊपर जो भी उसने नहीं, मैं अल्फाज साहब जब मैंने आपको मीर साहब जब मैंने आपको बड़ा बना के उस दिन भी आपको राम साहब को आगे किया था ना, लिख के नहीं लाया मेरे भाई मीर साहब। कोई बात नहीं, आप पैराफ्रेज करते हैं, इसको कहते हैं किसी भी बात सुनी को पैराफ्रेजिंग करना। पैराफ्रेजिंग होती है कोई भी बात सुन के अभी जो बात अल्फाज आपने कहे हैं क्या आप रिपीट कर सकते हैं वही अल्फाज? कोई बंदा इंसान जी मैं कर सकता हूँ। 1 सेकंड। उन्होंने कहा था कि मुझे जो लगता है, मैंने जो सुना है, और मैंने ये सुना है कि उस लड़के ने ये कहा है कि हाँ ये जज्बाती फैसला था। बिलाल भाई उन्होंने वहाँ पर वो ऑडियो प्ले की थी, किसी ने रिकॉर्डिंग की है? आधा पौना घंटा पहले उन्होंने वहाँ पर वो रिकॉर्डिंग चलाई है राजा अताउल मनान की।
किसी ने रिकॉर्डिंग की है तो वो प्ले कर दे, खाम खा से किसी के फिक्रे का। अच्छा बिलाल साहब, जो मैंने कल बात की थी, मैंने उसी अपनी समझ के ऊपर बात की थी, जो अभी भी क्लिप सुन के जो मुझे समझ आई है, मैं वही बात रिपीट कर रहा हूँ। बाबर भाई के पास रिकॉर्डिंग है, बाबर भाई ऊपर तशरीफ लाए, वो जरा वीडियो सुनाए जो इन्होंने राजा ताल मनान की वहां पर रिकॉर्डिंग चलाई है, वो सुनाए प्लीज। छोड़े बाकी बात, खाम खा से बात को खींचे ना, तूल ना दे। बाबर भाई की जगह बनाइए, काल डालें बाबर भाई। मेरे साहब ये लफ्ज नहीं है, जो लफ्ज आप बोल रहे हैं ये नहीं है। जब तक जब तक वो बात सुने ना, आप अभी कमेंट होल्ड करें। ये जोया साहब नीचे बैठे थे, जो राशिद की कह रहे थे कि वो रिश्ता लेने देना तो जायज बात है। जोया साहब ऊपर तो शरीफ लें। नहीं छोड़ दे। नहीं ये राजा साहब से अलग मसला, राजा साहब से अलग। सुन ले मैंने जो कहा था ना, इसलिए कहा था क्योंकि ये जो हमारा एक तो राजा साहब की वो बात काद बुलंद करने वाली, और दूसरा ये जो नीचे जोया साहब बैठे हैं, ये जो नीचे मौजूद हैं, ये जो कह रहे थे कि आई विश आई वाज देयर, तो ये कह रहे थे कि ये रिश्ता, ये उस लड़के ने को गाली तो नहीं दी। तो ये तो सारे तो वीडियो बनाई हुई है ना, इन्होंने तो नारे गाली नहीं दी। इसको तो चलो कोई नहीं, मैं समझता हूँ कि मुझे जो राजा ताल मनान साहब ने कहा है वो मुझे नहीं कहा। वो जो उन्होंने कहा ना कि तुम अपनी बहन की मिसाल पेश करो और तुम जलील और गुंडे और बदतमीज और जलील हो, वो कहा है जोया साहब को, जवाद साहब को, मौला अब्बास साहब को, एमजी साहब को, अंसर रजा साहब को, और ढूंढ लो मुझे साहब को, क्योंकि इन्होंने कहा था कि वो गाली नहीं है। मैंने तो नहीं कहा था वो गाली नहीं है, मैं तो समझता हूँ वो गाली है। बाकी वो बात रिकॉर्डिंग आ जाए। प्रेशर कुकर की अभी सिर्फ आ जाओ जोया साहब, उत्ते आ जाओ। हाँ जी देखने कितनी सीटियां दिया ने जोया साहब, देखने कितनी सीटियां बजदियां ने, इनके सीटियां शुरू होने लगी ने। ये तो एक दी सुखन लगती है। ये तो राजा ताल मनान दी शलवार उतरी है ते गालां कड्डन लग्या सी, सवेरे दे कहन लग्या सी इन्हां बगैरता ने बगैरती शुरू कर दी। ये तो एक दी सुतन लगती है। आगे आगे देखिए होता है कि वेखो कितनी सीटियां बजदियां ते कितनी तो आवाज़ां आवणदियां। जोया साहब तुसीं हौसला करो, तुसीं ते ना 3 च ना 13 च, जान ना पहचान तो मैं तेरा मेहमान। ਤੁਸੀਂ ਹੌਸਲਾ ਕਰੋ, ਅਸੀਂ ਉਹਨਾਂ ਦੀਆਂ ਸ਼ਲਵਾਰਾਂ ਲਾਣੀਆਂ ਨੇ ਜਿਹੜੇ ਇੱਥੇ ਆਪਣੇ ਆਪ ਨੂੰ ਪੈਂਚ ਸਮਝਦੇ ਨੇ, ਖੜਪੈਂਚ ਸਮਝਦੇ ਨੇ। ਇਹ ਕਹਿੰਦਾ ਸੀ 1 ਮਿੰਟ ਖਲੋਵੋ, ਮੈਂ ਕਾਲ ਕਰਕੇ ਆਇਆ, ਇਹਨਾਂ ਦੀ ਐਸੀ ਦੀ ਤੈਸੀ ਮੁੰਡੇ ਨੂੰ ਹੱਥ ਲਾ ਜਾਣ ਸਾਡੇ ਨੂੰ, ਰਾਸ਼ਦ ਨੂੰ। ਉਸੀ ਤੇ ਤਰਲੇ ਕਰਦਾ ਰਿਹਾ ਫੋਨ ਕਰਕੇ, ਉਹ ਬਾਈ ਉਹਨੂੰ ਕੱਖ ਨਾ ਆਖੇ, ਉਹਨੂੰ ਕੱਖ। ਅਸੀਂ ਬਾਈ ਨੂੰ ਪਹਿਲੇ ਕੱਖ ਨਹੀਂ ਸੀ ਆਖਣਾ, ਅਸੀਂ ਤੇ ਤੁਹਾਡਾ ਮੂੰਹ ਕਾਲਾ ਕਰ ਦਿੱਤਾ ਕਿ ਜਿਹੜਾ ਤੁਸੀਂ ਕਹਿੰਦੇ ਸੀ ਉਹ ਨਹੀਂ ਆਏਗਾ। ਜੋਇਆ ਸਾਹਿਬ ਨੂੰ ਯੂਸਫੀ ਕਾਲਾਂ ਕਰਦਾ ਰਿਹਾ ਕਿ ਦੱਸੋ ਬੰਦਾ ਆ ਰਿਹਾ ਜਾਂ ਨਹੀਂ ਆ ਰਿਹਾ। ਬੰਦਾ ਟਸ ਤੋਂ ਮਸ ਨਹੀਂ ਹੋਇਆ, ਇਹਨੇ ਦੱਸਿਆ ਵੀ नहीं उस बंदे ਨੂੰ, ਇਹ यूसफी ਨਾਲ ਰਾਬਤੇ ਚ है। फिर उस टाइम काला एमजी साहब आप यहाँ पे रुक के मैं कॉल करके आता हूँ, मुड़े हथ ते लाना है, इन्हों दी ऐसी दी तैसी तो मुड़ा भेजिया। जोया तू किसी दी औकात वेखी नहीं है मेरा पुत्र, तू किसी दी औकात वेखी नहीं है। जे वेखनी है ना ते वेख उन्हां दे मां प्यो नूं वेख, जिन्हां इन्नी तरबियत कीती है कि जो एक चपेड़ मार दे ना इन्हें दूजी मंगनी नहीं सी है, लेकिन उन्हें आख्या नहीं, ये घर आया है अल्लाह के घर च खलो के बकवास करन लगे। उन्हें इन्ना आख्या बकवास ना कर, गाला ना कट, इंसान दा बच्चा बन, वरना इन्हें दूजी चपेड़ नहीं सी मंगनी इस बच्चे ने जिन्हों तुसां घल्लिया सी। औकात वेखनी है ते उन्हां दी वेख ते उन्हां दे मां प्यो दी वेख, जिन्हें ऐसी तरबियत कीती है। ते अपने घर वाल नज़र मारो, तुसां कि तरबियत करदे हो पे अपने बच्चियां दी, ते की तरबियत करके घल्लिया सा। जो उत्थे छुड़की जांदा सी, गालां कड्ढी जांदा सी, ए पिछू नारे मारदा सी जोया। ਇਹਦੇ ਲਾ चेक करो, वो रिकॉर्डिंग प्ले कर दें आप किसी और तरफ। रिकॉर्डिंग आ रही है रिकॉर्डिंग बाबर साहब यहाँ राणा साहब को इधर आ जान, तो फिर वो राणा राशा साहब को इधर आ जान, मतलब को इधर आ जान ना। मुजाहिद भेजिया सी वेखो इन्ना अलीम भाई वड़ैच साहब राणा राशा साहब के इधर आ जाए। बात ये है क्योंकि जो बात मैंने की है उसकी भी तस्दीक हो जाए। अभी आपके सामने, मैं तो नहीं था, वड़ैच साहब गवाह थे दोनों मामलात के, उन्होंने भी आपके सामने कह दिया कि आपके ये अल्फाज थे, और वो जो नदामत के ऊपर उन्होंने अप्रिशिएट किया।
तो बिलाल भाई बात सीधी है, जब तक दोनों रिकॉर्डिंग्स आप सोच के साथ में नहीं चलाएंगे। अच्छा अलीम साहब आप ले आए इधर राजा अतार मनान साहब को ले आए, इधर भी तकरीबन 96 लोग हो गए हैं। और भाई तू सीकर कह रहा है कि वो कह रहे हैं कि मैं नहीं आऊंगा, उधर 100 लोग बैठे हैं राजा साहब। मैं तो उधर आख्या सी कि अलीम साहब ते 96 इकट्ठे कर ले, 96 ਤੇ ਇੱਥੇ ਵੀ ਹੋ ਗਏ ਨੇ, 4 ਹੀ ਰਹਿ ਗਏ ਨੇ। ਰਾਜਾ ਸਾਹਿਬ ਨੂੰ ਬੁਲਾ ਲਓ, 100 हो गए ने ਇੱਥੇ। आप जीतना चाह रहे हो, मैं भी एक गुजारिश कर रही हूं से नहीं जीतना, चलाकियों से आप बात करना चाह रहे हो, ऐसे नहीं बात की करनी पड़ेगी। कोई बात नहीं, रिकॉर्डिंग चल रहती है ना ना। मेरे साहब जरा तुसी होल्ड रखो जी बड़ाच भाई, क्या अफसर भाई सब क्या यार मौका दो मेरे साहब, बताना मौका दो। नहीं छोड़ दे मेरे साहब, छोड़ दे। एक बार फिर मैं रिपीट कर दिया, कल भी मैं जी गल की सी, मैं यही आख्या है कि जो राजा साहब की गल तो मैनू समझ आई सी वो है, अज भी मैं क्लिप सुन के आया, मैनू जी गल की समझ आई है वो ये जी मैं कल आखी सी। ये मैं एक ट्रिलियन दफा भी ये क्लिप सुनता रहा, क्यामत तक भी मेरी उम्र हो जाए ते मेरी राय, क्योंकि जेड़ी मेरी अकल है उस अकल दे विच कोई तब्दीली नहीं आ सकती, क्योंकि मेरी अकल नूं समझ आई नहीं आ रही। ठीक है, एक गल ते हो गई। दूसरी गल है कि ये मामला गैर जरूरी तौर पर खिंचिया जा रहा है और एवें लम्मा हो रहा है, ये कोई मकसद नहीं। कोई भी बंदा जिहड़ा वाइज है वो तुहानूं ये मशवरा देगा कि इस काम चों कोई निकाल नहीं, ये एक माड़ा काम है, अननैसेसरीली एक खिंचातानी की जा रही है। क्लिप चल गया है, ये जो है सी वो है, नहीं है। किसी बंदे नूं किसी कोलों माफी मंगण की कोई जरूरत नहीं। इस मामले बड़ा साहब की कर रहे हो तुसी? ਤੁਹਾਡੀ ਇੱਜ਼ਤ ਗੱਲ ਦਾ ਤੁਸੀਂ ਉਧਰ ਵੀ ਮਤਲਬ ਗੱਲ ਕੀਤੀ, ਮੈਂ ਤੁਹਾਡੀ ਗੱਲ ਦਾ ਇਹਤਰਾਮ ਕੀਤਾ, ਮੈਂ ਤਾਂ ਮਾਈਕ ਹੀ ਨਹੀਂ ਪੱਟਿਆ ਜਦੋਂ ਤੁਸੀਂ ਉਦੋਂ ਥੋੜਾ ਜਿਹਾ। ਮੈਂ ਅੱਜ ਵੀ ਕਹਿੰਦਾ ਤੁਹਾਡੀ ਗੱਲ ਦਾ ਇਹਤਰਾਮ ਹੈ। ਇੱਕ ਗੱਲ ਤੇ ਇਹ ਹੋ ਗਈ, ਇਹ ਗੱਲ ਵੜੈਚ ਸਾਹਿਬ ਉੱਥੇ ਤੁਸੀਂ ਕਹੀ ਉਹਨਾਂ ਨੂੰ, ਜਿਸ ਵੇਲੇ ਉਹ ਕਹਿੰਦੇ ਸੀ ਕਿ ਬੁਲਾਓ ਇੱਥੇ ਬਿਲਾਲ ਹਨੀਫ ਨੂੰ ਮਾਫੀ ਮੰਗੇ, ਗੱਲ ਉਹਨਾਂ ਨੂੰ ਕਹੀ ਜੇ। अमर साहब गल नूं जरा गौर कर लो, तुसी गल नूं प्रोसेस नहीं कीता, प्रोसेस कीते जज्बात विच सवाल पूछ रहे हो, प्रोसेस कर लो। एक बार मैं गल की कही, इस गल नूं खिंचण दा कोई फायदा नहीं। मैं तुहाडी गल सुन लई है, इन्हां माफियां दा कोई मकसद नहीं। कल भी ये मामला जिस वक्त ठीक है मैं आख्या सी अमर साहब ते ललकर के आख्या सी कि मैं बिलाल हनीफ दे नाल हां ते मैं सुहेब राजा दे नाल हां, मेरा धड़ा है। लोगों को यह कोई भुलेखा है कि मैं न्यूट्रल हाँ, मैं इन्ना न्यूट्रल नहीं हाँ जिन्ना कोई समझे कि मैं बिल्कुल ही न्यूट्रल हाँ, मेरा धड़ा है। अच्छा वड़ैल साहब मेरी गल ठीक है, वड़ैल साहब मेरी गल सुनो। ए कल भी एक सेकंड कल 60 साल दे एक बंदे दी गवाही तुसां नहीं मन्नी, तुसां आख्या कि असीं सबूत वेखांगे ते तेरी गवाही मन्नांगे। ओदा नतीजा ये होया है कि ये माफ़ी लिंगर आन होंदी पई, अज ते नौबत आ गई, हुण कल तक फिर ये माफ़ी चलती रहेगी। इस रड़के का कोई फायदा नहीं। कल भी अगर विजडम नाल हिकमत नाल कल हैंडल कर लिया जाता तो ये कल ही गल खत्म हो जाती। इस गल नूं खिंचण दा एक सैकंड लम्मा भी मैरिट इहदा कोई नहीं। उंज फिर असीं इहदे तो 10 बंदे भी कतल हो सकते हैं बड़े आराम दे नाल, वो तो अगे हुंदे भी आए पाकिस्तान दी, तुहानूं पता है कल्चर है साडा, लेकिन इहदा मैरिट कोई नहीं। इंसाफ के उत्ते इनू परखिया जाए, यदी कोई सेंस नहीं बनती। ये उस वक्त गल खत्म हो जानी सी जेड़ा बंदा एक तुहाडे नाल मुहब्बत करने वाला, तुहाडे नाल प्यार करने वाला बंदा ते तुहाडी आवाज़ च आवाज़ मिलाने वाला बंदा तुहानू आंदा है कि मैं गल सुनी है इस तरह, तो मनन कोई हर्ज। हुण वो टेप बोल रही है, उस टेप नूं तुसीं जिन्हों मर्जी सुणांदे फिरो, टेप दे विच अल्फाज यही ने, उन्हां दा मतलब यही है कि उस मुंडे ने नदामत दा इज़हार कीता है। इहदे विचों हुण तुसीं अगर फर्दर कुछ कढना है ते ठीक है, फिर दानिश और हिकमत जिहड़ी है टेप ते अद्धी पिछदी अगे सुनी है, तुसीं उत्थे तशरीफ फरमा सो जिथे तुसीं फरमा रहे सी कि मेरा किसी धड़े नाल कोई ताल्लुक नहीं है, ना मेरा उस ग्रुप नाल कोई ताल्लुक है, ना इस ग्रुप नाल कोई ताल्लुक है, मेरा किसी ग्रुप धड़े नाल कोई ताल्लुक नहीं है। जिथे तुसीं तशरीफ फरमा सो ना, बिल्कुल धड़ेबाजी ग्रुपबाजी दा मैं हिस्सा नहीं है, ग्रुप मैं एग्री करदा, ग्रुपबाजी दा हिस्सा नहीं है। गल सुनिए बड़ाई साहब तुहाडी गल सुनी है, तुसीं हुण मेरी गल दे विच ना बोलो, तुहाडी गल मुकम्मल खामोशी नाल सुनी गई है, मेहरबानी फरमाओ दूजे नूं भी गल करन दा मौका दिओ।
ਉੱਥੇ ਇਹ ਟੇਪ ਚਲਾਈ ਜਾ ਰਹੀ ਸੀ, ਹੁਣੇ ਉਹ ਟੇਪ ਆ ਜਾਂਦੀ ਹੈ। ਬਲਾਲ ਕੀ ਨਾਮ ਬਾਬਰ ਭਾਈ ਥੱਲੇ ਲੱਗੇ ਨੇ ਉਹਨੂੰ ਅਪਡੇਟ ਕਰਨ ਤੇ ਉਹ ਸੁਣ ਲੈਣੇ, ਕੋਈ ਐਸੀ ਫਿਕਰ ਵਾਲੀ ਗੱਲ ਨਹੀਂ ਹੈ। ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਬੰਦੇ ਦੀ ਹਮਦਰਦੀ ਦੀ ਗੱਲ ਕਰ ਰਹੇ ਹੋ, ਕਿਹੜਾ ਬੰਦਾ 60 ਸਾਲ ਦਾ ਜਿਹਦੀ ਗਵਾਹੀ ਤੇ ਕਿੰਨੇ ਇਤਬਾਰ ਨਹੀਂ ਕੀਤਾ, ਕਿਹੜਾ ਕਿਹਦਾ ਹਮਦਰਦ ਹੈ, ਇਹ ਵੀ ਨਹੀਂ ਪਤਾ। ਇੱਥੇ ਕਿਆ ਅਸਲੀ है क्या नकली है, किसको है पहचान, जीवन भर इस खोज में धोखा खाता रहा। 60 साल ਦੇ ਬੰਦੇ ਦੀ ਗੱਲ ਨੂੰ ਨਹੀਂ ਮੰਨਣਾ ਕਾਬਲੇ ਇਤਬਾਰ ਨਹੀਂ ਹੈ। ਬੰਦਾ ਹੋ ਸਕਦਾ ਹੈ, ਬੰਦਾ ਹੋ ਸਕਦਾ ਮਰਜ਼ਾਈਆਂ ਨਾਲ ਰਲੇ ਆ ਜਾਂ ਹੀ ਮਰ ਤੁਹਾਡੀ ਗੱਲ ਸੁਣ ਲਈ ਗਈ ਹੈ। ਵੜੈਚ ਸਾਹਿਬ ਤੁਹਾਡੀ ਤਫਸੀਲੀ ਗੱਲ ਸੁਣੀ ਗਈ ਹੈ, ਦੂਜੇ ਦੀ ਵੀ ਸੁਣਨ ਦਾ ਹੌਸਲਾ ਪੈਦਾ ਕਰੋ। ਜੀ 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 ਤੁਹਾਡੀ ਗੱਲ ਇੰਨੀ ਲੰਬੀ ਲੋਕਾਂ ਨੇ ਸੁਣੀ ਹੈ ਤੇ ਤੁਸੀਂ ਕਿਉਂ ਨਹੀਂ ਦੂਸਰੇ ਦੀ ਸੁਣ ਸਕਦੇ? ਕੀ ਮਸਲਾ ਕੀ ਹੈ, ਪਰੇਸ਼ਾਨੀ ਕੀ ਹੈ ਤੁਹਾਨੂੰ? ਮੈਂ ਕੋਈ ਗਾਲ ਕੱਢਣ ਲੱਗੇ ਆ? ਹੌਸਲਾ ਕਰੋ, ਗੱਲ ਦੂਜੇ ਦੀ ਵੀ ਸੁਣੋ। ਮੈਂ ਤੁਹਾਨੂੰ ਸਿਰਫ ਇੱਕ ਸਿੰਪਲ ਜਿਹਾ ਸਵਾਲ ਕੀਤਾ ਸੀ ਕਿ ਜਦੋਂ ਉੱਥੇ ਇਹ ਟੇਪ ਪਲੇ ਕਰਕੇ ਤੇ ਬਾਰ-ਬਾਰ ਇੱਕ ਮੁਸਲਮਾਨ ਦਾ ਜਿਹਦੇ ਹਮਦਰਦੀ ਦਾ ਤੁਸੀਂ ਦਾਅਵਾ ਕਰ ਰਹੇ ਹੋ ਉਹਦਾ ਨਾਂ ਲੈ ਕੇ ਕਿਹਾ ਜਾ ਰਿਹਾ ਸੀ ਕਿ ਉਹਨੂੰ ਬੁਲਾਓ ਇੱਥੇ ਮਾਫੀ ਮੰਗੇ, ਕਿਆ ਤੁਸੀਂ ਉੱਥੇ ਵੀ ਇਹ ਲਫ਼ਜ਼ ਕਹੇ ਨੇ ਜਿਹੜੇ ਇੱਥੇ ਆ ਕੇ ਕਹਿੰਦੇ ਹੋ ਪਏ ਕਿ ਇਹਦੇ ਚੋਂ ਕੱਖ ਨਹੀਂ ਨਿਕਲਣਾ, ਮਾਫੀ ਸ਼ਾਫੀ ਛੱਡ ਦਿਓ, ਇਹ ਗੱਲਾਂ ਛੱਡ ਦਿਓ, ਇਹ ਗੱਲ ਉੱਥੇ ਕਹੀ ਜੇ? जी मैं बोल के क्या है कि मैं किसी माफी के बिजनेस विच नहीं है। ये आखिरी मेरे अल्फाज होते ये ने, ये टेप मंगा के ये भी सुन लो, जे मेरे इस गल का इतबार नहीं जे एक होर टेप भी मंगा लो। टेपा बोलन गियां आमर साहब, टेपा बोलन गियां, सारे टेपा बोलन। ਵੜੈਚ ਸਾਹਿਬ ਹੁਣ ਟੇਪਾਂ ਹੀ ਪਈਆਂ ਬੋਲਦੀਆਂ ਨੇ, ਅਸਲ ਦੇ ਵਿੱਚ ਇਹ ਟੇਪਾਂ ਹੀ ਪਈਆਂ ਬੋਲਦੀਆਂ ਨੇ ਤੇ ਉਹ ਹੀ ਪਈਆਂ ਬੰਦੇ ਦੀਆਂ ਅਸਲੀਤਾਂ ਪਈਆਂ ਦੱਸਦੀਆਂ ਨੇ ਕਿ ਬੰਦੇ ਕੀ ਨੇ ਤੇ ਬੰਦੇ ਕਰਦੇ ਕੀ ਨੇ। ਸੁਹੇਬ ਰਾਜਾ ਨੇ ਜਿਹੜਾ ਨੋਬਲ ਕੰਮ ਕੀਤਾ ਸੀ ਨਾ, ਇਹ ਆਲੀਸ਼ਾਨ ਕੰਮ ਕਰ ਆਇਆ ਸੀ। ਇਹਦੇ ਉਸ ਕੰਮ ਕੀਤੇ ਦੇ ਵਿੱਚ ਸਾਰੇ ਦੇ ਵਿੱਚ ਰੜਗੱਡਾ ਮਾਰੀ ਜਾ ਰਹੇ ਆ ਤੇ ਉਹਦੇ ਇਸ ਇੰਨੇ ਆਲੀਸ਼ਾਨ ਅਮਲ ਦੀ ਮੇਰੀ ਗੱਲ ਸੁਣ ਲਓ। ਵੜੈਚ ਸਾਹਿਬ ਖਾਮੋਸ਼ ਹੋ ਜਾਓ, ਵੜੈਚ ਸਾਹਿਬ ਖਾਮੋਸ਼ ਹੋ ਜਾਓ। ਮੈਂ ਤੁਹਾਡੇ ਨਾਲ ਪਿਆਰ ਨਾਲ ਤੇ ਅਦਬ ਨਾਲ 3 ਵਾਰੀ ਰਿਕੁਐਸਟ ਕੀਤੀ ਹੈ ਕਿ ਦੂਜੇ ਦੀ ਗੱਲ ਨਾ ਟੋਕੋ, ਲੇਕਿਨ ਮੈਨੂੰ ਸ਼ੱਕ ਪੈਂਦਾ ਹੈ ਕਿ ਤੁਹਾਡੇ ਅੰਦਰ ਕੋਈ ਪਰੇਸ਼ਾਨੀ ਹੈ, ਕੋਈ ਇਸਤਰਾਬ ਹੈ ਐਸਾ ਕਿ ਤੁਸੀਂ ਆਪਣੇ ਮੁਸਲਮਾਨ ਭਰਾ ਦੇ ਉੱਤੇ ਹੁਣ ਕਿਚੜ ਲੱਗੇ ਹੋ ਸੱਟਣ, ਤੇ ਇਹ ਮੈਂ ਸੱਟਣ ਨਹੀਂ ਦੇਣਾ। ਮੈਂ ਤੁਹਾਨੂੰ ਪਹਿਲਾਂ ਵੜੈਚ ਸਾਹਿਬ ਦੱਸਣਾ, ਤੁਸੀਂ ਕਿਸੇ ਮੁਸਲਮਾਨ ਦੇ ਤੁਸੀਂ ਧੜਵਈ ਨਹੀਂ ਤੇ ਕਿਸੇ ਮੁਸਲਮਾਨ ਦੇ ਉੱਤੇ ਤੁਸੀਂ ਚਿੱਕੜ ਸੱਟਣ ਦਾ ਵੀ ਹੱਕ ਨਹੀਂ ਰੱਖਦੇ। ਸ਼ੋਏਬ ਰਾਜਾ ਦੇ ਉੱਤੇ ਸਾਰੇ ਮੁਸਲਮਾਨਾਂ ਨੂੰ ਫਖਰ ਹੈ। ਇਲਜ਼ਾਮ ਤਰਾਸ਼ੀ ਕਰ ਰਹੇ ਹੋ, ਸੁਣੋ ਖਾਮੋਸ਼, ਇਲਜ਼ਾਮ ਤਰਾਸ਼ੀ ਕਰ ਰਹੇ ਹੋ। ਇਲਜ਼ਾਮ ਤਰਾਸ਼ੀ ਫਿਰ ਉਹੀ ਗੱਲ, ਇਲਜ਼ਾਮ ਤਰਾਸ਼ੀ ਤੁਸੀਂ ਕੀਤੀ ਹੈ, ਤੁਸੀਂ ਇਲਜ਼ਾਮ ਤਰਾਸ਼ੀ ਕੀਤੀ। ਤੁਸੀਂ ਆਖਿਆ ਕਿ ਸ਼ੋਏਬ ਰਾਜਾ ਨੇ ਇੰਜ ਕੀਤਾ ਤੇ ਉਹ ਕੀਤਾ। ਆਪਣੀ ਜ਼ਬਾਨ ਨੂੰ ਕੰਟਰੋਲ ਕਰੋ। ਕਿਸੇ ਮੁਸਲਮਾਨ ਦਾ ਜਦੋਂ ਤੁਸੀਂ ਧੜਾ ਨਹੀਂ ਤੇ ਤੁਸੀਂ ਕਿਸੇ ਮੁਸਲਮਾਨ ਦੇ ਉੱਤੇ ਚਿੱਕੜ ਸੱਟਣ ਦਾ ਕੀ ਹੱਕ ਰੱਖਦੇ ਹੋ? ਨਹੀਂ, ਤੁਸੀਂ ਆਪਣੇ ਆਪ ਨੂੰ ਬਹੁਤਾ ਗਲਾਰ ਸਮਝਦੇ ਹੋ। ਮੇਰੀ ਗੱਲ ਸੁਣੋ ਵੜੈਚ ਸਾਹਿਬ, ਜੇ ਤੁਹਾਨੂੰ ਇਹਤਰਾਮ ਨਹੀਂ ਚਾਹੀਦਾ, ਜੇ ਹਯਾ ਸ਼ਰਮ ਨਹੀਂ ਚਾਹੀਦਾ ਤੇ ਥੱਲੇ ਉਤਰ ਜਾਓ। ਉਹ ਕੱਲ ਅਮਰ ਅਕਸਰ ਨੂੰ ਤੁਸੀਂ ਥੱਲੇ ਛੱਡ ਦਿਓ ਤੇ ਕਿਹੜੀ ਨਵੀਂ ਗੱਲ ਹੋ ਜਾਏਗੀ? ਇਹਤਰਾਮ ਨਹੀਂ ਚਾਹੀਦਾ ਤੇ ਥੱਲੇ ਉਤਰ ਜਾਓ। ਸਾਰੇ ਤੁਸੀਂ ਮੇਰੇ ਅਲਫਾਜ਼ ਤੋੜ ਮਰੋੜ ਰਹੇ ਹੋ ਨਾ। ਮੇਰਾ ਖਿਆਲ ਹੈ ਸ਼ੋਏਬ ਰਾਜੇ ਦੀ ਤੁਹਾਨੂੰ ਹਯਾ ਤੇ ਸ਼ਰਮ ਵਾਰੇ ਚ ਨਹੀਂ ਹੈ। ਤੁਸੀਂ ਆਪਣੇ ਆਪ ਨੂੰ ਬਹੁਤਾ ਪਾਚੜ ਸਮਝਦੇ ਹੋ, ਬਹੁਤਾ ਗਲਾਰ ਸਮਝਦੇ ਹੋ, ਲੇਕਿਨ ਤੁਹਾਡੇ ਨਾਲੋਂ ਲੋਕਾਂ ਨੂੰ ਬਹੁਤੀਆਂ ਗੱਲਾਂ ਕਰਨੀਆਂ ਆਉਂਦੀਆਂ ਨੇ। ਅਮਰੀਕਾ ਰਹਿਣ ਨਾਲ ਜਾਂ ਯੂਕੇ ਰਹਿਣ ਨਾਲ ਬੰਦੇ ਕੋਲੇ ਅਕਲ ਨਹੀਂ ਆ ਜਾਂਦੀ ਹੈ। ਜਦੋਂ ਤੁਹਾਡੀ 10 ਮਿੰਟ ਗੱਲ ਸੁਣੀ ਹੈ, ਤੁਹਾਡੇ 'ਚ ਕਿਉਂ ਨਹੀਂ ਬਰਦਾਸ਼ਤ ਹੈ? ਤੁਸੀਂ ਦੂਜੇ ਦੀ ਗੱਲ ਸੁਣੋ। ਜਦੋਂ ਤੁਸੀਂ ਉੱਥੇ ਐਲਾਨ ਕਰਕੇ ਪਿਆਉਂਦੇ ਹੋ ਕਿ ਮੇਰਾ ਕਿਸੇ ਗਰੁੱਪ ਨਾਲ ਕਿਸੇ ਧੜੇ ਨਾਲ ਤਲਕ ਨਹੀਂ, ਤੇ ਅਗਰ ਕੋਈ ਮੁਸਲਮਾਨ ਇਸ ਤੋਂ ਬਾਅਦ ਤੁਹਾਨੂੰ ਆਪਣਾ ਧੜਾ ਬਣਾਉਂਦਾ ਹੈ, ਆਪਣਾ ਵੱਡਾ ਭਰਾ ਬਣਾਉਂਦਾ ਹੈ ਤੇ ਤੁਹਾਡੇ ਕੋਲ ਗੱਲ ਕਰਾਉਂਦਾ ਹੈ, ਤਾਂ ਫੁੱਦੂ ਮੁਸਲਮਾਨ ਹੈ। ਕੋਈ ਗੱਲ ਕਰਨ ਵਾਲੀ ਹੈ? ਉੱਥੇ ਕਿਉਂ ਨਹੀਂ ਇਹ ਗੱਲ ਆਖੀ ਹੈ ਜਿਸ ਵੇਲੇ ਉਹ ਮੁਸਲਮਾਨਾਂ ਨੂੰ ਆਵਾਜ਼ਾਂ ਮਾਰ-ਮਾਰ ਕੇ 100 ਬੰਦਾ ਇਕੱਠਾ ਕਰਕੇ ਤੇ ਉਹ ਬਕਵਾਸ ਕਰਨ ਲੱਗਿਆ ਸੀ? ਉਹ ਰਾਜਾ ਤਾਲ ਮਨਾਨ ਜਿਹਨੇ ਸੁੱਥਣ ਲਾ ਕੇ ਗਾਲਾਂ ਕੱਢੀਆਂ ਨੇ ਤੇ ਉਹਨੇ ਆਖਿਆ ਬੇਗੈਰਤੀਆਂ ਕਰ ਰਹੇ ਨੇ, ਉਸ ਗਾਲੀਬਾਜ਼ ਨੂੰ ਉਸਨੇ ਕਿਉਂ ਨਹੀਂ ਆਖਿਆ ਕਿ ਮਾਫੀ ਸ਼ਾਫੀ ਵਾਲੀ ਗੱਲ ਛੱਡੋ? ਉਸ ਵੇਲੇ ਤੁਹਾਨੂੰ ਗੱਲ ਨਹੀਂ ਆਈ, ਇੱਥੇ ਆ ਕੇ ਤੁਸੀਂ ਗੱਲ ਹੋਰ ਕਰਦੇ ਹੋ, ਉੱਥੇ ਜਾ ਕੇ ਗੱਲ ਹੋਰ ਪੇ ਕਰਦੇ ਹੋ। ਸਾਡੇ ਇੱਥੇ ਹਰ 6 ਮਹੀਨਿਆਂ ਨੂੰ ਇਹੋ ਜਿਹਾ ਕੋਈ ਜੰਮਦਾ ਹੈ। ਤੁਸੀਂ ਕੋਈ ਵੱਖਰਾ ਕੰਮ ਨਹੀਂ ਕਰਨ ਲੱਗੇ ਹੈ। ਤੁਹਾਡੇ ਤੋਂ ਪਹਿਲੇ ਇੱਥੇ ਲੱਗੇ ਫਿਰਦੇ ਨੇ 3-4, ਤੁਸੀਂ ਵੀ ਜਾ ਕੇ ਉਹਨਾਂ ਦੇ ਨਾਲ ਬਹਿ ਜਾਓ। ਲੇਕਿਨ ਜਦੋਂ ਤੁਸੀਂ ਖੁਦ ਵੀ ਕਹਿੰਦੇ ਹੋ ਕਿ ਮੇਰਾ ਮੁਸਲਮਾਨਾਂ ਨਾਲ ਧੜਾ ਨਹੀਂ, ਮੇਰਾ ਮੁਸਲਮਾਨਾਂ ਨਾਲ ਕੋਈ ਗਰੁੱਪਿੰਗ ਨਹੀਂ, ਤੇ ਛੱਡ ਦੋ ਫਿਰ ਮੁਸਲਮਾਨ ਦੇ ਉੱਤੇ ਤੁਸੀਂ ਜ਼ਬਾਨ ਖੋਲੀ ਤੇ ਮੈਂ ਕਿਸੇ ਨੂੰ ਖੋਲਣ ਨਹੀਂ ਦਿਆਂਗਾ ਇਨਸ਼ਾਅੱਲਾ, ਜਦ ਤੱਕ ਮੇਰੀ ਜ਼ਬਾਨ ਚੱਲਦੀ ਹੈ। ਸ਼ੋਏਬ ਰਾਜਾ ਦੇ ਉੱਤੇ ਸਾਰਿਆਂ ਮੁਸਲਮਾਨਾਂ ਨੂੰ ਫਖਰ ਹੈ, ਸਿਵਾਏ ਗਿੱਲੇ ਤਿੱਤਰਾਂ ਦੇ, ਸਿਵਾਏ ਉਹਨਾਂ ਬੇਈਮਾਨਾਂ ਦੇ ਜਿਹੜੇ ਆਪਣੇ ਆਪ ਨੂੰ ਮੁਸਲਮਾਨ ਸ਼ੋਅ ਕਰਕੇ ਤੇ ਮੁਸਲਮਾਨਾਂ ਦੀਆਂ ਜੜ੍ਹਾਂ ਵੱਢਣਾ ਚਾਹੁੰਦੇ ਨੇ, ਮੁਸਲਮਾਨਾਂ ਦੀਆਂ ਨੀਹਾਂ 'ਚ ਪਾਣੀ ਰੱਖਣਾ ਚਾਹੁੰਦੇ ਨੇ। ਉਹਨਾਂ ਬੇਸ਼ਰਮਾਂ ਤੋਂ ਇਲਾਵਾ ਸਭ ਮੁਸਲਮਾਨਾਂ ਨੂੰ ਯੂਸਫੀ ਤੇ ਵੀ ਫਖਰ ਹੈ, ਸ਼ੋਏਬ ਰਾਜਾ ਤੇ ਵੀ ਫਖਰ ਹੈ, ਬਲਾਲ ਤੇ ਵੀ ਫਖਰ ਹੈ। ਇਹ ਸਾਰੇ ਨੌਜਵਾਨ ਸਾਡੀਆਂ ਅੱਖਾਂ ਦੀ ਠੰਡਕ ਨੇ।
ਤੁਸੀਂ ਬੜਾ ਆਪਣੇ ਆਪ ਨੂੰ ਗਲਾਰ ਸਮਝਦੇ ਹੋ। ਐਡੀ ਤੁਹਾਡੇ ਚੱਕਰ ਲਵੇ ਤੇ ਤੁਸੀਂ ਕਿਸੇ ਮੁਸਲਮਾਨ ਦੀ ਗਲਤੀ ਹਾਈਲਾਈਟ ਕਰਨੀ ਤੇ ਉਹਦੇ ਜਾ ਕੇ ਪਰਸਨਲ ਚ ਕਰੋ। ਤੁਸੀਂ ਮਰਜ਼ਾਈਆਂ ਦੀ ਬਰਾੜ ਤੇ ਬਹਿ ਕੇ ਮੁਸਲਮਾਨਾਂ ਦੀ ਮਜ਼ਮਤ ਕਰਨ ਲੱਗੇ ਹੋ। ਤੁਹਾਨੂੰ ਇੱਥੇ ਪਿਆਰ ਨਾਲ, ਅਦਬ ਨਾਲ, ਹਿਆ ਨਾਲ ਗੱਲ ਕਰਨ ਲੱਗੇ ਆ, ਤੁਹਾਨੂੰ ਬਾਰ-ਬਾਰ ਰੋਕਣ ਲੱਗੇ ਆ। ਆਖਿਆ ਤੁਸੀਂ ਗੱਲ ਕਰ ਲਈਏ ਤੇ ਹੁਣ ਮੈਨੂੰ ਕਰ ਲੈਣ ਦਿਓ। ਤੁਸੀਂ ਖਲੋਂਦੇ ਹੀ ਨਹੀਂ ਪਿਆ। ਆਪਣੀ ਇੱਜ਼ਤ ਤੇ ਆਪਣਾ ਹਯਾ ਤੇ ਆਪਣਾ ਸ਼ਰਮ ਖੁਦ ਕਰਵਾਈਦਾ, ਆਪਣਾ ਅਦਬ ਇਤਰਾਮ ਖੁਦ ਕਰਵਾਈਦਾ। ਜਦੋਂ ਬੰਦਾ ਆਪਣੇ ਰਵੱਈਏ ਨਾਲ ਖੁਦ ਬਣ ਕੇ ਗਿੱਲਾ ਤਿੱਤਰ ਵਹਾਂਦਾ ਹੈ, ਉਹ ਲੱਗੇ ਫਿਰਦੇ ਨੇ ਇੱਥੇ 3-4 ਗਿੱਲੇ ਤਿੱਤਰ। ਅਸੀਂ ਯਾਦ ਰੱਖਣਾ, ਅਸੀਂ ਧੜਾ ਵਾਂ, ਅਸੀਂ ਗਰੁੱਪ ਹਾਂ, ਅਸੀਂ ਮੁਸਲਮਾਨ ਹਾਂ, ਅਸੀਂ ਮੁਸਲਮਾਨਾਂ ਦੇ ਨਾਲ ਹਾਂ, ਅਸੀਂ ਅਹਿਲੇ ਇਸਲਾਮ ਦੇ ਨਾਲ ਹਾਂ। ਅਹਿਲੇ ਇਸਲਾਮ ਦੇ ਵਿੱਚ ਕੋਈ ਗਲਤੀ ਪਾਈ ਜਾਂਦੀ ਉਹਦੀ ਆਪਸ 'ਚ ਗੱਲ ਕਰਾਂਦੇ। ਮਰਜ਼ਾਈਆਂ ਦੀ ਬਰਾੜ ਤੇ ਜਾ ਕੇ ਬਹਿ ਕੇ ਨਹੀਂ ਗੱਲ ਕਰਨ ਲੱਗੇ ਤੁਹਾਡੇ ਯਾਰ। ਅਗਰ ਮੈਨੂੰ ਕੋਈ ਸੁਹੇਬ ਰਾਜਾ ਦੇ ਉੱਤੇ ਕੋਈ ਤਫਜ਼ਾਤ ਇਸ਼ਕਾਲਾਤ ਪੈਦਾ ਹੋਏ, ਮੈਂ ਗੱਲ ਕਰ ਲਾਂਗਾ। ਮੇਰੇ ਕੋਲ ਤਾਂ ਫੋਨ ਨੰਬਰ ਹੈ, ਮੈਂ ਯੂਸੀ ਨੂੰ ਕਾਲ ਕਰ ਲਾਂਗਾ। ਮੇਰੇ ਕੋਲ ਤਾਂ ਨੰਬਰ ਹੈ, ਮੈਨੂੰ ਕੋਈ ਪ੍ਰੋਬਲਮ। ਤੁਸੀਂ ਤੇ ਆਈ ਅਮਰੀਕਾ ਦੇ ਵਿੱਚ, ਤੁਸੀਂ ਮਰਜ਼ਾਈਆਂ ਦੀ ਬਰਾੜ ਤੇ ਬਹਿ ਕੇ ਜਾ ਕੇ ਮੁਸਲਮਾਨਾਂ ਦੀ ਮਜ਼ਮਤ ਕਰਨ ਲੱਗੇ ਹੋ। ਇੱਥੇ ਮੁਸਲਮਾਨ ਆ ਕੇ ਚੀਕਾਂ ਮਾਰਨ ਲੱਗੇ ਨੇ। ਹੱਦ ਹੋ ਗਈ ਹੈ। ਜਿਹੜਾ ਆਉਂਦਾ ਉਹ ਆਪਣੇ ਆਪ ਨੂੰ ਬਹੁਤਾ ਹੀ ਸਿਆਣਾ ਸਮਝਦਾ। ਇਹ ਗੱਲਾਂ ਉੱਥੇ ਕਰਨੀਆਂ ਸਨ ਨਾ, ਉੱਥੇ ਉਹਨਾਂ ਦੇ ਹਿੱਸੇ ਦੀ ਗੱਲ ਕੀਤੀ, ਉਹਨਾਂ ਦੀਆਂ ਹਮਾਇਤ ਦੀਆਂ ਗੱਲਾਂ ਕੀਤੀਆਂ। ਇੱਥੇ ਆ ਕੇ ਮੁਸਲਮਾਨਾਂ ਦੀ ਲੱਗੇ ਹੋ ਤੁਸੀਂ ਜੜ੍ਹਾਂ ਵੱਢਣ। ਸੁਹੇਬ ਰਾਜਾ ਤਮਗਾ ਕੀਤਾ। ਸੁਹੇਬ ਰਾਜਾ ਦੇ ਉੱਤੇ ਸਾਰਿਆਂ ਮੁਸਲਮਾਨਾਂ ਨੂੰ ਫਖਰ ਹੈ। ਜਿਹੜੇ ਮੁਸਲਮਾਨ ਨੇ, ਜਿਹੜੇ ਆਪਣੇ ਆਪ ਨੂੰ ਮੁਸਲਮਾਨਾਂ ਦਾ ਧੜਾ ਨਹੀਂ ਸਮਝਦੇ, ਉਹਨਾਂ ਮੁਸਲਮਾਨਾਂ ਦੇ ਉੱਤੇ ਕਿਚੜ ਸੱਟਿਆ ਨਾ। ਤੇ ਜਿੰਨੀ ਕੁ ਮੇਰੀ ਜ਼ੁਬਾਨ ਚੱਲਦੀ ਹੈ ਅਲਹਮਦੁਲਿਲਾ ਅੱਜ ਦੀ ਤਰੀਕ ਤਾਈਂ, ਉੱਥੇ ਤੁੰਨ ਦਿਆਂਗੇ ਜਿੱਥੋਂ ਨਿਕਲੇ ਨੇ। ਤੁਸੀਂ ਸਮਝਦੇ ਹੋਦੇ ਨਾ ਆਪਣੇ ਆਪ ਨੂੰ ਬੜਾ ਗਲਾਰ, ਤੇ ਆਪਣੇ ਘਰ ਬਹਿ ਕੇ ਬੰਦਾ ਬੜਾ ਹੀ ਗਲਾਰ ਹੁੰਦਾ ਹੈ। ਲੇਕਿਨ ਖਬਰਦਾਰ ਜੇ ਤੁਸੀਂ ਕਿਸੇ ਮੁਸਲਮਾਨ ਦੇ ਉੱਤੇ ਤਨਕੀਦ ਕੀਤੀ, ਆਪਣੇ ਆਪ ਨੂੰ ਅਗਰ ਤੁਸੀਂ ਅਹਿਲੇ ਇਸਲਾਮ ਦਾ ਹਿੱਸਾ ਨਹੀਂ ਸਮਝਦੇ, ਨਾ ਸਮਝੋ। ਲੇਕਿਨ ਅਗਰ ਤੁਸੀਂ ਮੁਸਲਮਾਨ ਮੁੰਡੇ ਤੇ ਤਨਕੀਦ ਕੀਤੀ ਤੇ ਤੁਸੀਂ ਸਾਡੇ ਵਾਸਤੇ ਮਰਜ਼ਈਆਂ ਦੇ ਨਾਲ ਦਿਓ। ਜਿੰਜ ਅੱਗੇ 2-3 ਨੇ ਮੁਸਲਮਾਨਾਂ ਦੇ ਵਿੱਚ ਕੋਈ ਇਖਤਲਾਫ ਹੋਵੇ, ਮੁਸਲਮਾਨਾਂ ਦੇ ਵਿੱਚ ਕੋਈ ਕਿਸੇ ਗੱਲ ਦੇ ਕਿਸੇ ਭਰਾ ਦੇ ਉੱਤੇ ਕੋਈ ਇਸ਼ਕਾਲ ਪੈਦਾ ਹੋਣ, ਬੰਦਾ ਉਹਨੂੰ ਪਰਸਨਲ ਜਾ ਕੇ ਗੱਲ ਕਰਦਾ। ਇੱਥੇ ਗਲਤੀ ਹੋ ਗਈ ਹੈ, ਇੱਥੋਂ ਮਿਸ ਹੈਂਡਲਿੰਗ ਹੋ ਗਈ ਹੈ, ਇੰਜ ਕਰ ਲੈਣਾ ਚਾਹੀਦਾ ਸੀ, ਉਂਝ ਕਰ ਲੈਣਾ ਚਾਹੀਦਾ ਸੀ। ਮੈਂ ਖੁਦ ਵੀ ਸੁਣਿਆ ਉੱਥੇ ਜੋ ਕੋਈ ਤੁਸੀਂ ਗੱਲਾਂ ਕਰਨ ਲੱਗੇ ਸੀ ਉਸ ਬਰਾੜ ਦੇ ਉੱਤੇ। ਇੱਥੇ ਬੰਦੇ ਆ ਕੇ ਚੀਕਾਂ ਮਾਰਨ ਲੱਗੇ ਨੇ ਮੁਸਲਮਾਨ ਕਿ ਉਹ ਵੜੈਚ ਸਾਹਿਬ ਉੱਥੇ ਮੋਤੀ ਪਰੋਣ ਲੱਗੇ ਜੇ, ਵੜੈਚ ਸਾਹਿਬ ਮੋਤੀ ਪਰੋਣ ਲੱਗੇ ਜੇ। ਵੜੈਚ ਸਾਹਿਬ ਨੂੰ ਜਿੰਨੇ ਲਾਇਆ ਗੱਲੀ ਮੈਂ ਉਹਦੇ ਨਾਲ ਚੱਲੀ, ਉਹਨਾਂ ਰਵਾਲ ਕੇ ਪੰਪ ਮਾਰ ਛੜਿਆ ਰਾਜਾ ਤਾਲਮ। ਉਹ ਤਾਂ ਗਾਲੀਬਾਜ਼ ਤੇ ਮੁਨਾਫਿਕ ਹੈ। ਜਿੱਡਾ ਰਾਜਾ ਤਾਲ ਮਨਾਨ ਗਾਲੀਬਾਜ਼ ਔਰ ਮੁਨਾਫਿਕ ਔਰ ਬੇਈਮਾਨ ਮਰਜ਼ਾਈ ਹੈ। ਇਸ ਤਰ੍ਹਾਂ ਦੇ ਅੱਗੇ ਅਸਾਂ ਕਈ ਵੇਖੇ ਨੇ, ਕਈਆਂ ਦੀਆਂ ਤੰਬੀਆਂ ਅਸਾਂ ਲਾਈਆਂ ਨੇ। ਅਲਹਮਦੁਲਿਲਾ ਅੱਲਾ ਦੀ ਤੌਫੀਕ ਔਰ ਰਹਿਮਤ ਨਾਲ ਲੈ ਗਈ ਤੰਬੀਏ ਦੀ। ਇਹ ਬੜਿਆ ਸੀ ਨਾ, ਬੜਾ ਸਿਵਲਾਈਜ਼ਡ। ਇਹ ਸਵੇਰੇ ਉਹ ਪੇ ਕਹਿੰਦਾ ਸੀ ਇਹ ਬੇਗੈਰਤ ਬੇਗੈਰਤੀਆਂ ਕਰ ਰਿਹਾ ਹੈ। ਬਸ ਹੋ ਗਈ ਸਿਵਲਾਈਜੇਸ਼ਨ, ਵੜ ਗਈ ਜਿੱਥੋਂ ਨਿਕਲੀ ਸੀ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਰਾਜਾ ਤਾਲ ਮਨਾਨ ਕਿ ਇਹ ਵਾਅਦਾ ਇਨਸ਼ਾਅੱਲਾ ਪੂਰਾ ਕਰਕੇ ਵਹਾਂਗੇ। ਤੇਰੀ ਤੰਬੀ ਲਾ ਕੇ ਵਹਾਂਦੇ ਤੇ ਸਭ ਦੇ ਸਾਹਮਣੇ। ਕਿਉਂ? ਤੈਨੂੰ ਉਂਝ ਹੀ ਰਸਾਂ ਸਿਆਣ ਲਿਆ ਪਹਿਲੇ ਦਿਨ ਹੀ ਕਿ ਤੂੰ ਗਾਲੀਬਾਜ਼ ਹੈ, ਤੂੰ ਮੁਨਾਫਿਕ ਹੈ। ਤੂੰ ਉਹਨਾਂ ਮਰਜ਼ਈਆਂ ਗਾਲੀਬਾਜ਼ਾਂ ਦੇ ਨਾਲ ਜਿਨ੍ਹਾਂ ਰਾਜਪਾਲ ਦੀ ਕਿਤਾਬ ਪੜ੍ਹੀ ਹੈ, ਜਿਨ੍ਹਾਂ ਨੂੰ ਮਿਰਜ਼ਾ ਕਾਦੀਆਨੀ ਨੇ ਹਰਾਮਜ਼ਾਦਾ ਕਿਹਾ, ਤੂੰ ਉਹਨਾਂ ਦੇ ਨਾਲ ਬਹਿ ਕੇ ਤੇ ਤੂੰ ਆਪਣੇ ਆਪ ਨੂੰ ਸਿਵਲਾਈਜ਼ ਸ਼ੋ ਕਰੇ ਸਾਡੇ ਸਾਹਮਣੇ ਆ ਕੇ, ਇਹ ਕੰਮ ਹੋ ਨਹੀਂ ਸਕਦਾ। ਪੁੱਤਰ ਤੁਸੀਂ ਇਹ ਨਿੱਕੇ ਹੋ, ਜਿਵੇਂ ਸੁਹੇਬ ਰਾਜਾ ਨੇ ਆਖਿਆ ਨਾ, ਤੁਸਾਂ ਸਾਡੇ ਕੋਲ ਸਿੱਖਣੀ ਹੈ। ਇਹ ਡਿਪਲੋਮੇਸੀ ਸਾਡੇ ਕੋਲ ਸਿੱਖਣੀ। ਤੁਸੀਂ ਬੱਚੇ ਹੋ ਸਾਡੇ, ਜਦੋਂ ਸਾਡੇ ਘਰੋਂ ਜੰਮੇ ਹੋ, ਤੁਸੀਂ ਸਾਡੇ ਘਰ ਤੇ ਜੰਮ ਪਾਲੋ ਤੇ ਤੁਸੀਂ ਸਾਡੇ ਨਾਲ ਹੀ, ਉਹਨੇ ਆਖਿਆ ਸਾਡੀ ਬਿੱਲੀ ਤੇ ਸਾਨੂੰ ਹੀ ਮਿਆਓ, ਸਾਡੇ ਨਾਲ ਹੀ ਸ਼ਹਿਰੀਆਂ ਕਰਨ ਲੱਗੇ ਹੋ। ਇਹ ਕੰਮ ਨਹੀਂ ਹੋ ਸਕਦਾ। ਜਿਹੜਾ ਬੰਦਾ ਰਾਜਪਾਲ ਦੇ ਨੁਤਫੇ ਨਾਲ ਜਾ ਕੇ ਬਵੇ, ਰਾਜਪਾਲ ਦੀ ਕਿਤਾਬ ਪੜ੍ਹਨ ਵਾਲਿਆਂ ਨਾਲ ਜਾ ਕੇ ਬਵੇ, ਉਹਨਾਂ ਨੂੰ ਕਵੇ ਤਾਇਫ ਦੇ ਲੋਂਡੇ ਨੇ, ਉਸ ਹਰਾਮਜ਼ਾਦੇ ਦੀ ਜ਼ੁਬਾਨ ਖਿੱਚ ਕੇ ਕੁੱਤਿਆਂ ਅੱਗੇ ਪਾ ਦੇਂਗੇ ਅਸੀਂ। ਅਗਰ ਉਹ ਇੱਥੇ ਸਾਡੇ ਸਾਹਮਣੇ ਆ ਕੇ ਹੁਸ਼ਿਆਰ ਬਣੇਗਾ ਤੇ ਆਪਣੇ ਆਪ ਨੂੰ ਟਿਸ਼ ਪਿਸ਼ ਕਰਕੇ ਵਹਾਏਗਾ ਨਾ, ਤੇ ਅਸੀਂ ਉਹਨੂੰ ਐਸਾ ਟੀਕਾ ਦੇਂਗੇ ਇਨਸ਼ਾਅੱਲਾ, ਇੰਜ ਚੀਕਾਂ ਮਾਰੇਗਾ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢੇਗਾ ਇੱਥੇ ਨੰਗੀਆਂ। ਆ ਕਈ ਕੱਢਦੇ ਨੇ ਪਏ, ਕਈ ਪੇ ਕੱਢਦੇ ਨੇ, ਉਹਨਾਂ ਨੂੰ ਟੀਕੇ ਨੇ ਲੱਗੇ ਜ਼ਹਿਰ ਦੇ, ਉਹ ਤਾਂ ਫੜਕਦੇ ਨੇ ਪਏ। ਤੇ ਤੂੰ ਕਿੱਡਾ ਕੁ ਗਲਾਰ ਆਪਣੇ ਆਪ ਨੂੰ ਸਮਝਣਾ। ਜਿਹਦੇ ਕੋਲ ਮਾਈਕ ਆ ਜਾਂਦਾ, ਜਿਹੜਾ ਕੋਈ 6 ਇੰਚ ਦਾ ਮੋਬਾਈਲ ਹੱਥ 'ਚ ਫੜ ਲੈਂਦਾ, ਉਹ ਆਪਣੇ ਆਪ ਨੂੰ ਭਲਵਾਨ ਹੀ ਸਮਝਣਾ ਸ਼ੁਰੂ ਕਰ ਦਿੰਦਾ, ਹੁਸ਼ਿਆਰ ਹੀ ਸਮਝਣਾ ਸ਼ੁਰੂ ਕਰ ਦਿੰਦਾ। ਨਾ ਅਮਰੀਕਾ ਨਾਲ ਹੁਸ਼ਿਆਰੀ ਆਉਂਦੀ ਹੈ, ਨਾ ਯੂਕੇ ਨਾਲ ਹੁਸ਼ਿਆਰੀ ਆਉਂਦੀ ਹੈ, ਨਾ ਇਟਲੀ ਨਾਲ ਹੁਸ਼ਿਆਰੀ ਆਉਂਦੀ ਹੈ। ਅਕਲ ਉਹ ਜਿਹੜੀ ਰੱਬ ਨੇ ਦਿੱਤੀ ਹੈ, ਤੇ ਜਿਹਨੂੰ ਲੋਕੀ ਆਖਣ ਕੇ ਅਕਲ ਮੰਨਦੇ, ਜਿਹਨੂੰ ਲੋਕੀ ਆਖਣ ਸਿਆਣਾ ਹੈ, ਆਪਣੇ ਮੂੰਹ ਨਾਲ ਮੇਰੇ ਕੋਲੋਂ ਤੁਸੀਂ ਗਲਤ ਗੱਲ ਨਹੀਂ ਸੁਣੋਗੇ। ਮੈਂ ਕਦੇ ਝੂਠ ਨਹੀਂ ਬੋਲਿਆ। ਵਾਹ ਵਾਹ ਵਾਹ, ਬੜੀ ਤੂੰ ਆਪਣੇ ਸ਼ੀਸ਼ੇ ਦੇ ਅੱਗੇ ਖਲੋ ਕੇ ਆਪਣੀ ਚੁੰਮੀ ਕਿਉਂ ਨਹੀਂ ਲਾਂਦਾ?
ਆਪਣੇ ਮੋਢੇ ਦੇ ਉੱਤੇ ਤੂੰ ਹੱਥ ਕਿਉਂ ਨਹੀਂ ਮਾਰਦਾ, ਥਪਕੀ ਕਿਉਂ ਨਹੀਂ ਦਿੰਦਾ ਆਪਣੇ ਆਪ ਨੂੰ? ਆਪਣੇ ਮੂੰਹ ਆਪ ਮੀਆਂ ਮਿੱਠੂ। ਬੰਦਾ ਉਹ ਸਿਆਣਾ, ਬੰਦਾ ਉਹ ਸਮਝਦਾਰ ਜਿਹਨੂੰ ਪਬਲਿਕ ਆਖੇ, ਜਿਹਨੂੰ ਲੋਕੀ ਆਖਣ ਕਿ ਇਹ ਸਾਹਿਬ ਬਸੀਰਤ ਹੈ, ਇਹ ਦੂਰ ਅੰਦੇਸ਼ ਹੈ, ਇਹ ਹਮਦਰਦ ਹੈ ਸਾਡਾ, ਇਹ ਦੁਸ਼ਮਣ ਹੈ ਸਾਡਾ, ਇਹ ਦਾਨਾ ਹੈ, ਇਹ ਬੇਵਕੂਫ, ਉਹਨੂੰ ਜਿਹਨੂੰ ਲੋਕੀ ਆਂਦੇ ਨੇ, ਆਪਣੇ ਮੂੰਹ ਨਾਲ ਆਪ ਹੀ ਬਣੇ ਜਾਣਾ ਮੀਆਂ ਮਿੱਠੂ। ਬਹਰਹਾਲ ਇਸ ਬੰਦੇ ਤੋਂ ਮੁਤਾਤ ਹੋ ਜਾਓ। ਇਹਦੀ ਮੈਂ ਖੁਦ ਗੁਫ਼ਤਗੂ ਸੁਣ ਲਈ ਹੈ। ਇਹ ਜਿਹੜਾ ਉੱਥੇ ਲੱਗਾ ਸੀ ਕਹਿਣ ਕਿ ਮੈਂ ਕਿਸੇ ਗਰੁੱਪ ਦਾ ਹਿੱਸਾ ਨਹੀਂ, ਜਿਹੜਾ ਬੰਦਾ ਕਿਸੇ ਗਰੁੱਪ ਦਾ ਹਿੱਸਾ ਨਹੀਂ, ਜਿਹੜਾ ਗਰੁੱਪ ਨੂੰ ਫਿਰ ਆਉਣ ਕਰੇ, ਉਹਨੂੰ ਆਪਣਾ ਵੱਡਾ ਭਰਾ ਬਣਾਏ। ਜਿਸ ਤਰ੍ਹਾਂ ਬਿਲਾਲ ਭਾਈ ਕਹਿਣ ਲੱਗੇ ਸੀ ਕਿ ਮੈਂ ਤੈਨੂੰ ਆਪਣਾ ਵੱਡਾ ਭਰਾ ਬਣਾ ਕੇ ਗੱਲ ਕਰਾਈ ਸੀ, ਉਹ ਅਗਲਾ ਪਿਆ ਕਹਿੰਦਾ ਮੈਂ ਕਿਸੇ ਧੜੇ ਦਾ ਹਿੱਸਾ ਹੀ ਨਹੀਂ ਹਾਂ, ਮੈਂ ਕਿਸੇ ਗਰੁੱਪ ਦਾ ਹਿੱਸਾ ਹੀ ਨਹੀਂ ਹਾਂ। ਜਾਨ ਛੱਡੋ, ਨਹੀਂ ਹਿੱਸੇ ਤੇ ਪਰਾਂ ਕਰੋ। ਇਹੋ ਹੀ ਗੱਲ ਸਾਰਾ ਦਿਨ ਉਹ 3-4 ਜਿਹੜੇ ਤਿੱਤਰ ਨੇ, ਸੱਪ ਨੇ ਜਿਹੜੇ, ਇਹੋ ਹੀ ਸਾਰਾ ਦਿਨ ਉਹ ਕਰਦੇ ਨੇ ਕਿ ਉਹ ਆਖਦੇ ਨੇ ਅਸੀਂ ਮੁਸਲਮਾਨ ਆ, ਲੇਕਿਨ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਨੇ, ਮੁਸਲਮਾਨਾਂ ਨੂੰ ਬੁਰਾ ਭਲਾ ਕਹਿੰਦੇ ਨੇ, ਮੁਸਲਮਾਨਾਂ ਦੀਆਂ ਉਹ ਲੱਤਾਂ ਖਿੱਚਦੇ ਰਹਿੰਦੇ ਨੇ ਸਾਰੀ ਦਿਹਾੜੀ, ਬਹਿ ਕੇ ਤਨਕੀਦ ਕਰਦੇ ਰਹਿੰਦੇ ਨੇ ਬਹਿ ਕੇ ਉਹਨਾਂ ਤੇ। ਤੁਸੀਂ ਜਾ ਕੇ ਕਰ ਲਓ ਪਰਾਂ ਹੋ ਕੇ, ਛੱਡੋ ਜਾਨ ਇਹਨਾਂ ਮੁਸਲਮਾਨਾਂ ਦੀ। बहुत ज्यादा बने, बहुत ज्यादा नहीं। और भी काफी साथी ने, तुसी कल्ले नहीं है, और भी बाकी बंदे भी आई आके मैसेज करन लगे इस थले। एस बराड़ दे मैसेज ये इत्थे ही ने पे, ये बराड़ बंद नहीं हुई, उत्ते लगे जाओ मैसेज जाके उत्ते पढ़ के वेख लो। बंदे इत्थे चीका मारन लगे ने, उन्हें बंदियां दे मैसेज पढ़ लो जिन्हें बंदे मैसेज इत्थे थले कीते ने कि उन्होंने जाके डको, अफजल वड़ैच नूं डको और मरजाइयां दी बरैड ते बह के जाके मुसलमानां दी मजम्मत करन लगे अजे। ए पढ़ लो जाके मैसेज। अगर असीं कोई तुहाडे नाल ज़्यादती करिए, किसी बंदे नाल ज़्यादती करिए, फिर तुसीं सानूं आखो, असीं ते तुहाडा हिया करन लगे हैं, शर्म करन लगे हैं, अदब करन लगे हैं, क्योंकि तुसीं आंदे हो मैं मुसलमान हाँ, मेरा फलाना पिंड है, मैं फलाना इत्थे रहना वा, ते मैं तुहानूं आख्या मैं तुहाडे ते कोई शक नहीं करता, लेकिन अपना रवैया वेखो कि इत्थे सारे मुसलमान चीकां पे मारदे ने। इहो ही तफजात दूजियां कोल पैदा होए ने कि मुसलमान आके चीकां मारदे ने कि मुसलमान अपने आप नूं आंदे ने मरजाइयां दी बराड़ ते बह के साडी मां भैण करन लगे ने। अगर तुसां मुसलमानां नाल लड़ना है, मुसलमानां दी गलती बयान करनी, डायरैक्ट मुसलमानां दे विच बह के करो ना। मैं तुहानूं पे दसना कि इत्थे बह के करो, इत्थे बह के गलती बयान करो, या उहनूं पर्सनल ते जाके दसो। जे तुसीं हमदर्द हो, ज्यादा हमदर्द हो, तो उहनूं पर्सनल जाके दसो दी गलती जिहदी भी है। मेरी गलती मैनूं दसो, मेरा नंबर लै लो, इटली दी और लिख लो कोड 0039 320 92 14 845। 18 साल का 92 14 845 18 साल का नंबर, ये कॉल कर लो, मैसेज कर लो। अगर तुहानूं बहुती हमदर्दी ना मुसलमानों नाल, उत्थे मैसेज कर लो। तो जे तुहानूं हमदर्दी नहीं ना, तुसीं दाना दुश्मन हो, दाना दुश्मन नहीं बल्कि बेवकूफ सज्जन हो, तो फिर तुसीं इंज करो कि इत्थे बराड़ ते बह के ना, ते अपनी बराड़ ते कम से कम बह के कर लो। तुसीं मरजाइयां दी बराड़ ते बह के लो, तुसीं आस्तीन दा सप हो। जेड़ा बंदा मरजाइयां दी बराड़ ते जाके बह के या मरजाइयां नूं नाल लै के मुसलमानां दी मजम्मत करे ते अपने आप नूं मुसलमान आखे, वो आस्तीन दा सप जे। याद रखियो, ਇਹ ਜੇ तरीका इत्थे टिकटॉक दे उत्ते। अगर तुसीं मुसलमानां नाल गल करनी है, जे तुसीं बेवकूफ मुसलमान हो ना, तो तुसीं मुसलमानां दी बराड़ ते आ जाओ, या अपनी बराड़ ला के ना, वो 2-3 हैं ने मामा भैणां साडियां इक करन लगे ने, उन्हां मुसलमानां हर अपनी बराड़ ला लो, सानूं गालां कड्डो मामा भैणां दी, उन्हां हरक हो जाओ। या फिर तुसीं साडी बराड़ ते आके सानूं गाल कड्ड लो, या फिर जे सियाणे हो, हमदर्द हो, तो प्राइवेट मैसेज कर लो। लेकिन जे तुसीं मरजाइयां नाल रल के सानूं गाल कड्डोगे, साडी मजम्मत करोगे, तो फिर तुसीं मुसलमान तो है ही नहीं। असीं तुहानूं अपना मुसलमान हिस्सा समझण नहीं लगे बिल्कुल। फिर तुसीं आस्तीन सप, तुहाडा कीदा तुहाडे नाल, अगर तुसीं मुसलमान हो, सही हो, लकीदा हो, तो रब जाने, तुसीं जाणो, असीं किहड़ा कोई तुहाडी
ਤਕਫੀਰ ਪੇ ਕਰਨ ਲੱਗਣ, ਕਮ ਸੇ ਕਮ ਤੁਹਾਨੂੰ ਆਪਣਾ ਹਿੱਸਾ ਨਹੀਂ ਮੰਨਦੇ। ਤੁਹਾਡਾ ਅਕੀਦਾ ਤੁਹਾਡੇ ਨਾਲ ਹੈ, ਲੇਕਿਨ ਤੁਸੀਂ ਸਾਡੇ ਕੱਖ ਨਹੀਂ ਲੱਗਦੇ। ਤੁਸੀਂ ਫਿਰ ਆਸਤੀਨ ਦੇ ਸੱਪ ਹੋ। ਇਹ ਜੇ 3 ਤਰੀਕੇ, ਹੁਣ ਦੇਖ ਲਓ ਕਿਹੜੇ ਤਰੀਕੇ ਤੁਸੀਂ ਅਮਲ ਕਰਨਾ ਹੈ। ਪ੍ਰਾਈਵੇਟ ਮੈਸੇਜ ਕਰਨਾ ਹੈ, ਮੁਸਲਮਾਨਾਂ ਦੀ ਬਰਾੜ ਤੇ ਮੁਸਲਮਾਨਾਂ ਦੀ ਮਜ਼ਮਤ ਕਰਨੀ ਹੈ, ਆਪਣੀ ਬਰਾੜ ਲਾ ਕੇ ਮੁਸਲਮਾਨਾਂ ਨੂੰ ਗਾਲਾਂ ਕੱਢਣੀ ਹੈ, ਜਾਂ ਮਰਜ਼ਈਆਂ ਨਾਲ ਜਾ ਕੇ ਰਲ ਕੇ ਮੁਸਲਮਾਨਾਂ ਨੂੰ ਗਾਲਾਂ ਕੱਢਣੀ। ਜਿਹੜਾ ਤਰੀਕਾ ਤੁਹਾਡਾ ਦਿਲ ਕਰਦਾ ਹੈ ਉਹ ਅਪਣਾ ਲਓ, ਤਸ਼ਰੀਫ ਲੈ ਆਵੋ। ਹੁਣ ਆ ਕੇ ਗੱਲ ਕਰ ਲਓ ਜਿਹੜੀ ਕਰਨੀ। ਜਿਹੜੀ ਤੁਸੀਂ ਬਹੁਤੀ ਆਪਣੇ ਆਪ ਨੂੰ ਹੁਸ਼ਿਆਰ ਸਮਝਦੇ ਹੋ, ਬਾਬਰ ਭਾਈ ਜੋ ਚਲਾਣੀ ਵੀਡੀਓ ਤੋਂ ਚਲਾ ਦਿਓ, ਉਹ ਮੈਂ ਸੁਣਨਾ ਚਾਹੁੰਦਾ, ਕਿਉਂਕਿ ਮੈਂ ਉੱਥੇ ਸੁਣ ਨਹੀਂ ਸਕਿਆ ਪੂਰੀ ਗੱਲ। ਰਾਜਾ ਤਾਲ ਮਨਾਨ ਜਿੱਥੇ ਕਹਿਣ ਲੱਗਿਆ ਸੀ ਨਾ ਕਿ ਬਈ ਉਹ ਸਿਰ ਉਹਨੇ ਪਤਾ ਨਹੀਂ ਫਖਰ ਨਾਲ ਬੁਲੰਦ ਕਰਤਾ ਕਿ ਸਿਰ ਉਹਨੇ ਬਹਰਹਾਲ ਕੱਦ ਬੁਲੰਦ ਕਰਤਾ, ਇਸ ਤਰ੍ਹਾਂ ਦੀ ਕੋਈ ਲਫ਼ਜ਼ ਬੋਲ ਰਿਹਾ ਸੀ। ਉਹ ਕਿਹੜੀ ਗੱਲ ਤੇ ਬੋਲ ਰਿਹਾ ਸੀ? ਪੂਰੀ ਗੱਲ ਤਾਂ ਸੁਣਾਓ। जी 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 करो बात। अच्छा मैं हाँ जी हाँ जी हाँ जी हाँ जी हाँ जी हाँ जी ਉਹਨੂੰ ਦੱਸ ਦਿਓ, ਰਾਜਾ ਤਾਲ ਮਨਾਨ ਨੂੰ ਦੱਸ ਦਿਓ ਵੀ ਜਿਹੜਾ ਸਾਰੇ ਨਬੀਆਂ ਨੂੰ ਗਾਲ ਕੱਢੇ ਨਾ ਮਿਰਜ਼ਾ ਕਾਦੀਆਨੀ ਦੇ ਬਕੌਲ ਉਹ ਹਰਾਮਜ਼ਾਦਾ ਹੈ, ਤੇ ਜਿਹੜਾ ਉਹਨੂੰ ਭਾਈ ਆਖੇ ਨਾ ਉਹ ਵੀ ਹਰਾਮਜ਼ਾਦੇ ਦਾ ਭਾਈ, ਉਹ ਵੀ ਹਰਾਮਜ਼ਾਦਾ ਹੈ। ਇਹਦੇ 'ਚ ਕਿਹੜੀ ਦੋ ਰਾਏ ਵੇ? ਬਕੌਲ ਮਿਰਜ਼ਾ ਕਾਦੀਆਨੀ ਦੇ ਰਾਜਾ ਤਾਲ ਮਨਾਨ ਹਰਾਮਜ਼ਾਦਾ ਸਾਬਤ ਹੋ ਗਿਆ ਉਹਨੂੰ ਭਰਾ ਬਣਾ ਕੇ। ਜਿਹੜਾ ਸਾਰੇ ਨਬੀਆਂ ਨੂੰ ਗਾਲਾਂ ਕੱਢਦਾ ਪਿਆ ਉਹਨੂੰ ਪਿਆਣਾ ਭਾਈ ਹੈ। ਡੁੱਬ ਕੇ मर जाओ। बिलाल साहब, मैं इतना कहना चाहूंगा कि आप प्लीज आके ना माफी मांग। अखलाकियात का तकाजा यही है। हाँ जी हाँ जी, मंगने माफी मंगने लगे हैं, वीडियो प्ले करके माफी मंगने लगे तो करने लगे मांग लें, क्योंकि मैंने वीडियो सुना दी है। जी जी ये वीडियो प्ले करने लगे हैं तो सर माफी मंगने लगे, तुझे फिक्र नहीं करनी राणा साहब। ਤੁਸੀਂ ਇਧਰੋਂ ਪਰੇਸ਼ਾਨ ਨਹੀਂ ਹੋਣਾ। ਜੋ ਪਰੇਸ਼ਾਨੀ ਤੁਹਾਨੂੰ ਲਾਹਕ ਹੋਣੀ ਹੈ ਨਾ ਰਾਜਾ ਤਾਲ ਮਨਾਨ ਦੀ ਤਰਫੋਂ ਹੋਣੀ, ਸਾਡੀ ਤਰਫੋਂ ਤੁਹਾਨੂੰ ਪਰੇਸ਼ਾਨੀ ਨਹੀਂ ਲਾਹਕ ਹੋਣ ਲੱਗੀ। ਫਿਕਰ ਨਹੀਂ ਕਰਨੀ, ਤੁਸੀਂ ਫਿਕਰ ਨਾ ਕਰੋ ਤੇ ਜ਼ਿਕਰ ਨਾ ਕਰੋ। ਤੁਸੀਂ ਇਹ ਆਡੀਓ ਸੁਣੋ ਜਿਹੜੀ ਬਾਬਰ ਭਾਈ ਪਲੇ ਕਰਨ ਲੱਗੇ ਨੇ, ਤੇ ਤੁਸੀਂ ਹੌਸਲਾ ਕਰੋ, ਤੁਸੀਂ ਉਧਰ ਧਿਆਨ ਕਰੋ। ਉਹਨੇ ਆਖਿਆ ਨਾ ਸ਼ੇਖ ਮੇਰੇ ਵੱਲ ਵੇਖ, ਤੁਸੀਂ ਰਾਜਾ ਤਾਲ ਮਨਾਨ ਵੱਲ ਵੇਖ। ਰਾਜਾ ਤਾਲ ਮਨਾਨ। अस्सलाम वालेकुम। वालेकुम सलाम। क्या हाल है अमर भाई? अमर भाई ये दूसरे तीसरे दिन जिस दिन आया सी ना उसी दिन दस दिता सी कि डूबियस करैक्टर है ते कपड़े लाएगा, अज ला ले कल ला ले ते हुण इहने बिल्कुल ला लेने। ये किन्ने साल लगा रहा उत्थे ट्विटर ते, और ट्विटर और तरह दा प्लेटफार्म है, ए टिकटॉक ऐसा प्लेटफार्म है, ये महीने दे अंदर बंदे दे कपड़े ला के ते ਮਰਜ਼ਈਆਂ ਨਾਲ ਤੇ ਰਲ ਕੇ ਮੈਂ ਮਰਜ਼ਈਆਂ ਨਾਲ ਰਲ ਕੇ ਤੇ ਮੁਲਹਿਦੀਨ ਦੇ ਖਿਲਾਫ ਇਹ ਰਾਣਾ ਕੀ ਨਾ ਦਾ ਰਾਜਾ ਤਾਲ ਮਨਾਨ ਨਾਲ ਰਲ ਕੇ ਉਹਨਾਂ ਨੇ ਕੰਮ ਕਰ ਦਿੰਦੇ ਸੀ। ਉਹ ਮੈਂ ਪਹਿਲੇ ਵੀ ਕਿਹਾ ਭਾਈ ਤੇਰਾ ਕੀ ਕੰਮ ਹੈ ਟਵਿੱਟਰ ਤੇ ਦਿਖਾ, ਤੂੰ ਦਿਖਾ ਲਿਆ ਕੇ ਸਾਨੂੰ ਦੱਸ। ਤੂੰ ਆਨੇ ਮੈਂ ਇੰਨੇ ਸਾਲ ਉੱਤੇ ਕੰਮ ਕੀਤਾ, 10 ਬੰਦੇ ਦਿਖਾ ਜਿਨ੍ਹਾਂ ਨੂੰ ਤੂੰ ਮੁਸਲਮਾਨ ਕੀਤਾ ਹੈ। ਇਹਨਾਂ ਦੇ ਹਜ਼ਾਰਾਂ ਦੇ ਫਾਲੋਅਰ ਨੇ ਉੱਥੇ, ਇਹਨਾਂ ਦੇ ਖਰਾਟੇ ਸੁਣਨ ਵਾਸਤੇ ਕੀ ਹੈ ਟਵਿੱਟਰ ਤੇ ਸਰਾਣੇ ਨਾ। ये डूबियस करैक्टर है, डूबियस। ये आमिर भाई ये अंग्रेजी गिला तितर है, अंग्रेजी है गिला तितर, लेकिन अंग्रेजी गिला तितर है।
ਅਬਦੁੱਲਾ ਨਾ ਕਰ ਯਾਰ, ਜਿਹੜਾ ਲਫ਼ਜ਼ ਬੋਲੋਗੇ ਮੇਰੇ ਵਾਸਤੇ ਜ਼ਾਬ ਬਣੇਗਾ, ਚੁੱਪ ਕਰੋ। ਉਹਨਾਂ ਨੂੰ ਬੁਲਾਓ, ਵਡਾਇਤ ਸਾਹਿਬ ਜੇ ਸੁਣਦੇ ਪਿਓ ਤੇ ਆ ਜਾਓ ਤੇ ਆ ਕੇ ਗੱਲ ਕਰੋ ਜਿਹੜੀ ਕਰਨਾ ਚਾਹੁੰਦੇ ਹੋ। ਆਪਣਾ ਵੇਖ ਲਓ ਤੁਸੀਂ ਇਹਨਾਂ ਚੋਂ ਪਲੇਟਫਾਰਮਾਂ 'ਚੋਂ ਕਿਹੜਾ ਚੂਜ਼ ਕਰਨਾ ਹੈ। ਤੁਸੀਂ ਪਰਸਨਲ 'ਚ ਗੱਲ ਕਰਨੀ ਕਿਸੇ ਮੁਸਲਮਾਨ ਨਾਲ, ਜੇ ਤੁਸੀਂ ਮੁਸਲਮਾਨ ਹੋ, ਜਾਂ ਤੁਸੀਂ ਇਸ ਬਰਾੜ ਤੇ ਆ ਕੇ ਕਿਸੇ ਮੁਸਲਮਾਨ ਨਾਲ ਲੜਨਾ ਹੈ, ਜਾਂ ਤੁਸੀਂ ਆਪਣੀ ਬਰਾੜ ਲਾ ਕੇ ਕਿਸੇ ਮੁਸਲਮਾਨ ਨਾਲ ਤਨਕੀਦ ਕਰਨੀ, ਗਾਲਾਂ ਕੱਢਣੀਆਂ ਉਹਨਾਂ ਨੂੰ, ਜਾਂ ਤੁਸੀਂ ਮਰਜ਼ਾਈਆਂ ਦੀ ਬਰਾੜ ਤੇ ਜਾ ਕੇ ਮੁਸਲਮਾਨਾਂ ਨੂੰ। ਇਹ ਵੇਖ ਲਓ ਚੋਂ 'ਚੋਂ ਕਿਹੜੀ ਥਾਂ ਤੁਹਾਨੂੰ ਪਸੰਦ ਹੈ, ਕਿੱਥੇ ਬਹਿਣਾ ਤੁਸੀਂ, ਕਿਤੇ ਤੁਸੀਂ ਤਸ਼ਰੀਫ ਫਰਮਾ ਹੋਣਾ। ਹੁਣ ਤੁਹਾਡਾ ਜਿਹੜਾ ਕਿਰਦਾਰ ਸਾਹਮਣੇ ਆਇਆ ਨਾ, ਤੁਸੀਂ ਆਪ ਦੱਸ ਦਿਓ ਵੀ ਤੁਸੀਂ ਕਿਹੜਾ ਬਿਹਤਰ ਸਮਝਦੇ ਹੋ ਨਾ ਚੋਂ 'ਚ ਰਸਤਾ ਅਪਣਾਉਣਾ। ਮੈਂ ਲੜਨਾ ਵਾ ਯੂਸਫੀ ਨਾਲ, ਮੈਂ ਲੜ ਪੈਂਦਾ, ਸ਼ੁਏਬ ਰਾਜਾ ਨਾਲ ਮੈਂ ਲੜ ਪੈਂਦਾ, ਮੇਰਾ ਭਰਾ ਹੈ, ਲੇਕਿਨ ਘਰੇ ਹੀ ਆ ਨਾ, ਘਰ ਹੀ ਬਹਿ ਕੇ ਲੜਨੇ ਆ ਨਾ। ਆਖਿਓ ਜਾ ਕੇ ਮਰਜ਼ਈਆਂ ਦੀ ਬਰਾੜ ਤੇ ਬਹਿ ਕੇ ਮੈਨੂੰ ਗਾਲ ਕੱਢੇ, ਜਾਂ ਮੈਂ ਜਾ ਕੇ ਇਹੋ ਜਿਹੀ ਗੰਦੀ ਹਰਕਤ ਕਰਾਂ ਜਾਂ ਬੁਰਾ ਭਲਾ ਕਵਾਂ ਕਿਸੇ ਮੁਸਲਮਾਨ ਨੂੰ। ਲਾਨਤੀ ਹੋ ਮੁਸਲਮਾਨ ਜਿਹੜਾ ਕਿਸੇ ਗੈਰ ਮੁਸਲਮ ਨਾਲ ਰਲ ਕੇ ਮੁਸਲਮਾਨ ਦੇ ਉੱਤੇ ਹਮਲਾ ਕਰਦਾ ਹੈ। ਅੱਲਾ ਦੀ ਲਾਨਤ ਉਹਦੇ। ਆਮਰ ਭਾਈ ਇਹਨੂੰ ਨਾ ਤਵੀਲ ਕਰਕੇ ਦਿੱਤੀ ਹੈ ਫੋਨ ਤੇ ਰਾਜਾ ਤਾਲ ਮਨਾਨ ਨੇ, ਤੇ ਆ ਕੇ ਤੇ ਟਵਿੱਟਰ ਦੀ ਯਾਰੀ ਇੱਥੇ ਨਿਭਾਉਣ ਲੱਗਾ ਹੈ। ਇੱਥੇ ਨਹੀਂ ਨਿਭਾਉਣ ਦੇਣਗੇ ਮੁਸਲਮਾਨ ਤੁਹਾਨੂੰ ਯਾਰੀਆਂ। जो मर्जी को खुदा रहे। जी वाह, ये एजेंडा एजेंडा सिफर है, नाकामयाब है, एजेंडा नहीं चलेगा। इत्थे मुसलमान जाग उठे ने अलहमदुलिल्लाह। इत्थे मुसलमानों को पता लग गया है इस्लाम और अहले इस्लाम दा बदतरीन दुश्मन मिर्जाई है। वजीर आजम आज़ाद कश्मीर कोई झल्ला जिन्हें आखे आस्तीन दे सप ने, असैंबली साडी झल्ली है, उलमा साडे बेवकूफ ने। ये उन्होंने उलमा नूं आखे ताइफ दे लोंडे, इस मुसलमा कजाब दे पैरोकार की जबान खिंच के कुत्तियां के पा देंगे। इनू दसांगे इत्थे कि तेरे जिहियां सुथना असां लाइयां ने इत्थे कईयां दियां पहलां, ते पुत्तर आ कर गल दे जवाब अपने बंदियां नूं। हुण क्यों तू डिबेटां कीतियां मेरे नाल? जदों मैं मिर्जा कादियानी नूं पहले भी कजाब और दजाल ही कहंदा सां, अज भी उहनूं कजाब और दजाल ही कहना, ते क्यों डिबेट कीती सही उत्थे फेवरेट 49 दी बराड़ दे उत्ते? दे जवाब इन्हां नूं अपने भरावां नूं। अज मैं कदे मां भैन की गाल कढ़ना पिया मिर्जा कादियानी नूं, अज भी उन्होंने कजाब ते दजाल ही आना, उदों भी उन्होंने कजाब ते दजाल ही आंदा सा। पा अपनी कारकर्दगी दे उत्ते कपड़ा कर ले पा पोती हुण ते कढ़ गालां इन्हां दे नाल रल रल के बह के। ये तेरे भाई ने जेड़े नबी अलैहिस्सलातु वस्सलाम दे खिलाफ लिखी हुई गंदी किताब राजपाल दी पढ़ने तेरे भाई ने, ते तैनूं जेड़ा मुसलमान भाई करके ते तेरे नाल गल करे ते तेरे नाल जफ्फी पाएगा, वो मुसलमान नूं असीं वेख ना लांगे इत्थे इंशाअल्लाह। इत्थे बदतरीन दुश्मन इस्लाम और अहले इस्लाम दे मिर्जाई साबित हो चुके हैं। किसी मुसलमान दे दिल च मिर्जाइयां दा कोई प्यार नहीं, मिर्जाइयां दे काबरीन दी कोई इज्जत नहीं, कोई एहतराम नहीं। हाँ गाल नहीं कढ़दे, साडा दीन इजाजत नहीं देंदा, लेकिन एहतराम कोई नहीं साडे दिल च। मिर्जे कादियानी दा काहदा एहतराम, ਉਹਦੇ ਮੁੰਡੇ ਦਾ ਕਾਹਦਾ ਇਤਰਾਮ ਜਿਹੜਾ ਆਂਦਾ ਨਬੀ ਪਾਕ ਕੋਲੋਂ ਵੀ ਮਰਤਬੇ 'ਚ ਵਧਿਆ ਜਾ ਸਕਦਾ ਹੈ? ਉਸ ਲਾਂਤੀ ਦਾ ਕਾਹਦਾ ਇਤਰਾਮ? ਉਹਨਾਂ ਨੂੰ ਅਸੀਂ ਦਜਾਲ ਸਮਝਦੇ ਆ, ਇਸ ਉਮਤ ਦਾ ਭਗੌੜਾ ਸਮਝਦੇ ਆ, ਲਾਂਤੀ ਸਮਝਦੇ ਆ, ਇਸ ਉਮਤ ਦੇ ਮੁਜਰਮ ਸਮਝਦੇ ਆ। ਇਤਰਾਮ ਕਾਹਦਾ? ਹਾਂ ਅਸੀਂ ਉਹਨਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਨਹੀਂ ਕੱਢਦੇ, ਕਿਉਂ? ਸਾਡੇ ਮਾਂ ਪਿਓ ਦੀ ਤਰਬੀਅਤ ਨਹੀਂ ਹੈ। ਇਹ ਦੱਸਿਆ ਨਹੀਂ ਮੁੰਡਿਆਂ ਨੇ ਦਵਾਂ ਨੇ ਕਿ ਸਾਡੇ ਮਾਂ ਪਿਓ ਦੀ ਪੁੱਤਰ ਇਹ ਤਰਬੀਅਤ ਨਹੀਂ ਹੈ। ਅਸੀਂ ਚੰਗੇ ਘਰ ਦੇ ਆ, ਸਾਡੇ ਮਾਂ ਪਿਓ ਸਾਨੂੰ ਇਹ ਮੱਤ ਦਿੱਤੀ ਏ, घर कोई आया है मैं चपेड़ा नहीं मारी दियां, वरना तेन एक मारी तो दूजी नहीं मंगनी। अपना कद वेख लै, अपनी शक्ल वेख लै,
ਤੇ ਆਪਣਾ ਵਜੂਦ ਵੇਖ ਲੈ, ਤੂੰ ਦੂਜੀ ਝੱਲ ਲੈਣੀ ਸੀ ਯੂਸਫੀ ਦੀ ਚੰਡ, ਨਹੀਂ ਸੀ ਚੱਲ ਸਕਦਾ। ਲੇਕਿਨ ਤੈਨੂੰ ਇਸ ਗੱਲੇ ਮਾਰਿਆ, ਲੋਕੀ ਇਹ ਨਾ ਆਖਣ ਘਰ ਇਹਨੂੰ ਮਾਰਿਆ ਬੇਨਸਲਿਆਂ ਵਾਲਾ ਕੰਮ ਕੀਤਾ ਨੇ, ਭੈੜੇ ਖਾਨਦਾਨ ਦੇ ਸਾਬਤ ਹੋਏ, ਘਰ ਬੁਲਾ ਕੇ ਮਾਰਿਆ ਨੇ। ਇਸ ਗੱਲੇ ਨਹੀਂ ਮਾਰਿਆ ਉਹਨਾਂ ਨੇ, ਕਿਰੇ ਖੁੱਲੇ ਥਾਂ ਵੀ ਤੇ ਗਾਲ ਕੱਢ ਗਿਆ ਭਾਈ, ਜੇ ਤੂੰ ਸੁੱਕਾ ਟੁਰ ਗਿਓ तेरे मत्थे ने रंग के टोरे आखी मुसलमान का बच्चा ही नहीं है। ये एडे बेगैरत नहीं होए मुसलमान। बहरहाल असी गाल किसी नहीं कढ़दे, अगर असी किसी नूं गाल नहीं कढ़दे ना, ओदी वजह साडे माँ प्यो की तरबीयत है। ਇਹਦਾ ਇਹ ਨਹੀਂ ਮਤਲਬ ਕਿ ਅਸੀਂ ਉਹਦਾ ਇਤਰਾਮ ਕਰਨੇ ਆ। ਮਿਰਜ਼ਾ ਕਾਦੇ ਨਹੀਂ ਤਾਂ ਕੋਈ ਇਤਰਾਮ ਨਹੀਂ ਕਰਦੇ ਸੀ, ਅਸੀਂ ਉਹਨੂੰ ਕਜ਼ਾਬ ਔਰ ਦਜਾਲ ਸਮਝਨੇ। ਮਿਰਜ਼ਾਈਆਂ ਦੇ ਕਿਸੇ ਕਾਬਰ ਦਾ ਕੋਈ ਇਤਰਾਮ ਨਹੀਂ ਕਰਦੇ। ਆ ਜਿਹੜਾ ਇੱਥੇ ਬੈਠੇ ਆ ਇੰਗਲੈਂਡ ਆ ਕੇ ਛੁਪ ਕੇ, ਇਹ ਖਲੀਫਾ ਆਪਣੇ ਆਪ ਨੂੰ ਆਖੇ, ਇਹ ਖਲੀਫਾ ਆਫ ਇਸਲਾਮ ਆਖੇ, ਇਹਨੂੰ ਛਿੱਤਰ ਨਹੀਂ ਮਾਰਨ ਹੁੰਦੇ ਫੜ ਕੇ, ਖਲੀਫਾ ਆਫ ਇਸਲਾਮ ਬਣਿਆ ਫਿਰਦਾ। ਇਹ ਚੋਰ ਹੈ, ਇਹ ਭਗੌੜਾ ਹੈ, ਇਹ ਦੌੜਿਆ ਉੱਥੋਂ ਪਾਕਿਸਤਾਨੋਂ, ਖਲੀਫਾ ਬਣਿਆ ਫਿਰਦਾ। ਇਹਨੂੰ ਸੈਕਟਰੀ ਬਣਾਓ, ਇਹਨੂੰ ਚੇਅਰਮੈਨ ਬਣਾਓ, ਇਹਨੂੰ ਸਦਰ ਆਖੋ। ਖਲੀਫਾ ਇਸਲਾਮੀ ਸ਼ਾਰ, ਇਸਲਾਮੀ, ਇਸ ਇਸਲਾਮੀ ਸ਼ਾਰ ਨੂੰ ਚੋਰ ਚੋਰੀ ਕਰਨਾ ਚਾਹੇਗਾ, ਮੁਸਲਮਾਨ ਛਿੱਤਰ ਲਾ ਕੇ ਮਗਰ ਹੋ ਜਾਣਗੇ। ਤੁਹਾਨੂੰ ਮਨਾ ਨਹੀਂ ਕੀਤਾ ਪਾਕਿਸਤਾਨ ਦੀ ਗਵਰਨਮੈਂਟ ਨੇ ਕਿ ਇਸਲਾਮੀ ਸ਼ਾਰ ਇਸਤੇਮਾਲ ਨਾ ਕਰੋ, ਕਿਉਂ ਇਹਨੂੰ ਖਲੀਫਾ ਆਂਦੇ ਹੋ? ਇਮਾਮ ਦਾ ਖੁਤਬਾ ਆ ਗਿਆ, ਖਲੀਫਾ ਬੋਲਣ ਲੱਗਾ, ਗੱਲ ਉਹਨੂੰ ਕਰਨੀ ਨਹੀਂ ਆਉਂਦੀ, ਖਲੀਫਾ ਬਣਾਇਆ। ਉਸ ਕੁੜੀ ਨੇ, ਉਹਦੀ ਭਤੀਜੀ ਨੇ ਉਹਦੇ ਮੂੰਹ 'ਚ ਜ਼ੁਬਾਨ ਖਿੱਚ ਲਈ ਹੈ, ਉਹਨੂੰ ਬੋਲਣਾ ਨਹੀਂ ਆਉਂਦਾ ਪਿਆ ਉਹਦੇ ਸਾਹਮਣੇ, ਨਿਦਾ ਨਸਰ ਦੇ ਸਾਹਮਣੇ ਭੇ ਭੇ ਕੇ ਉਹਨੇ ਛਿੱਤਰ ਮਾਰੇ ਨੇ ਪਿਸ਼ਾਬ ਵਾਲੇ ਦੇ ਸਿਰ ਦੇ ਵਿੱਚ। ਇਹ ਖਲੀਫਾ ਬਣਿਆ। देखो जी खलीफा की बात 7 बड़े आजमों में फैल गई है। इनू खलीफा आंदे क्यों हो? साडा सब तो पहला इतराज है, असी इहदा हया ते शर्म कर सकने जे इनू तुसी इहदे विच लफ्ज़ खलीफा दा इस्तेमाल ना करो। लेकिन अगर तुसी साडा शार चुरा के इस्लाम दा साडा कुर्ता ला के खिंच के ते तुसी आखो साडा तराम करो, तराम कदा तुहाडा करना है? छित्तर फेरेंगे तुहानू। तुसी कज़ाब ते दज्जाल दे पैरोकार हो। ਉਹੀ ਕਜ਼ਾਬ ਹੀ ਖਵਾਣਾ ਜੇ, ਜਿਸ ਤਰ੍ਹਾਂ ਮੁਸਲਮਾਨਾਂ ਨੂੰ ਕਜ਼ਾਬ ਆਖਿਆ ਸੀ ਸਾਡੇ ਨਬੀ ਨੇ, ਇਹਨੂੰ ਕਜ਼ਾਬ ਹੀ ਉਮਤ ਨੇ ਆਖਣਾ। ਇਹਦੇ ਇਤਰਾਮ ਦਾ, ਇਹਦੇ ਹਯਾ ਦਾ, ਇਹਦੇ ਅਦਬ ਦਾ ਸੋਚੀ ਵੀ ਨਾ। ਉਹਨੇ ਕਹਿੰਦਾ ਸੋਚੀ ਵੀ ਨਾ ਪੁੱਤਰ। ਕਾਬਰੀਨ ਦਾ ਇਤਰਾਮ ਕਰੇ, ਕਾਬਰੀਨ ਦਾ ਇਤਰਾਮ ਕਰੇ। ਚੋਰਾਂ ਦਾ ਕੌਣ ਇਤਰਾਮ ਕਰਦਾ? ਕਜ਼ਾਬਾਂ ਦਾ ਕੌਣ ਇਤਰਾਮ ਕਰਦਾ? ਜਿਹੜਾ ਲਾਂਤੀ ਇਹ ਕਵੇ ਕਿ ਮੁਸਲਮਾਨਾਂ ਦੇ ਨਬੀ ਨੂੰ, ਇਮਾਮੁਲ ਅੰਬਿਆ ਨੂੰ, रहमतुल आलमीन सल्लल्लाहु अलैहि वसल्लम दज्जाल दा नहीं पता लगा, दावतुल अर्ज़ दा नहीं पता लगा, उन्हां ते इब्ने मरीम दी हकीकत नहीं खोली कि मेरे ते खोलियां गईयां सारियां। उस लानती दा पुत्तर वे लानती कहंदा है कि रूहानी दर्जियां च नबी पाक तो वधिया जा सकदा है। एडा दुश्मन ते कोई साडे च साडे खिलाफ ईसाइयां दा भी नहीं होया, यहूदियां च भी नहीं होया, जिहड़े लानती प्यो पुत्तर होए ने। जा मेरी प्रोफाइल चेक कर, वीडियो मैं बनाई है नासर बटवा ते, ओदे उत्ते मैं लिख के ਉਹਦੇ ਤੇ ਲਾਇਆ, ਮੈਂ ਸਕੈਨ ਲਾਇਆ 5 ਦਸੰਬਰ 1930 ਦਾ, ਨੂਰ ਅਫਸ਼ਾਂ ਅਖਬਾਰ ਹੈ ਸਾਈਆਂ ਦਾ। ਉਹਨਾਂ ਕਿਹਾ ਜੋ ਕੋਈ ਮਿਰਜ਼ਾ ਬਕਾਰੇ ਪਿਆ, ਬੱਕ ਬਕਾਰੇ ਪਿਆ ਕਰਦਾ, ਸਾਨੂੰ ਤੇ ਲੋੜ ਹੀ ਨਹੀਂ ਹੁਣ ਰਹਿ ਗਈ। ਇਹ ਆਪ ਹੀ ਮੰਨੀ ਆਉਂਦਾ, ਕੁਰਾਨ ਦੇ ਵਿੱਚ ਗਾਲਾਂ ਲਿਖੀਆਂ ਨੇ, ਪੈਗੰਬਰ ਇਸਲਾਮ ਦੀਆਂ ਗੱਲਾਂ ਗਾਲਾਂ ਨੇ। ਤੇ ਜਦੋਂ ਆਪ ਹੀ ਮੰਨਦਾ ਵੀ ਸਾਨੂੰ ਕਿਹੜੀ ਲੋੜ ਹੈ ਹੁਣ ਗਾਲ ਕੱਢਣ ਦੀ? ਇਹ ਤੁਹਾਡਾ ਇਸਲਾਮ ਹੈ? ਇਹਦਾ ਇੱਜ਼ਤ ਤੇ ਇਤਰਾਮ ਕਰੀਏ। ਜਿਹਨੇ ਗੈਰ ਮੁਸਲਮਾਨ ਦੇ ਹੱਥ 'ਚ ਚੀਜ਼ਾਂ ਦੇ ਕੇ ਆਖਿਆ ਕਿ ਕੁਰਾਨ ਦੇ ਵਿੱਚ ਗਾਲਾਂ ਲਿਖੀਆਂ ਨੇ, ਇਹਦਾ ਕੌਣ ਇਤਰਾਮ ਕਰੇਗਾ? ਇਹ ਦਜਾਲ ਹੈ, ਇਹ ਕਜ਼ਾਬ ਹੈ। ਇਹੋ ਹੀ ਆਸਾਹਣਾ ਜਬ ਤੱਕ ਇਨਸ਼ਾਅੱਲਾ ਇਸ ਜ਼ਬਾਨ ਵਿੱਚ, ਇਸ ਜਿਸਮ 'ਚ ਖੂਨ ਦੌੜਦਾ ਪਿਆ, ਇਸ ਜ਼ਬਾਨ 'ਚ ਤਾਕਤ ਹੈ, ਇਹਨੇ ਇਹਨੂੰ ਕਜ਼ਾਬ ਤੇ ਦਜਾਲ ਹੀ ਆਖਣਾ। ਮਿਰਜ਼ਾ ਕਾਦੀਆਨੀ ਕਜ਼ਾਬ ਜੇ, ਕਜ਼ਾਬ ਜੇ, ਕਜ਼ਾਬ ਜੇ। ਸਾਡੇ ਨਬੀ ਨੇ ਉਹਨੂੰ ਕਜ਼ਾਬ ਆਖਿਆ। ਰੋਣਾ ਰੋਵੋ, ਹੱਸਣਾ ਹੱਸੋ, ਚੀਕਾਂ ਮਾਰਨੀਆਂ ਚੀਕਾਂ ਮਾਰੋ। ਇਹ ਸ਼ਰੀਅਤ ਹੈ। ਉਹ ਪੁੱਤਰ ਇਹ ਸ਼ਰੀਅਤ ਹੈ, ਗਾਲਾਂ ਕੱਢਦਾ ਪਿਆ, गालियां निकाल रहा है, हमारे काबरीन को गालियां निकाल रहा है। यहो ही मुशरक आके आंदे सन अबू तालिब नूं, तुहाडा भतीजा गालियां निकाल रहा है, गालियां निकाल रहा है। हमारे काबरीन का एहतराम करे ना, लात उज़्ज़ा मनात का एहतराम करे। अल्लाह दे नबी फरमाते कादा एहतराम करा, कादा एहतराम एदा करा मैं? चुक के बाहर सट्टन जिस दिन फतह मक्का होया, लात दा बुत सी, मनात दा बुत सी, उज़्ज़ा दा बुत सी। ओए जे बुरा ना महसूस करो तो दसा, सईदा मरियम सदीका दा बुत सी, इब्ने मरियम दा बुत सी। चुक के बाहर मारे ने, कोई एहतराम नहीं किया। इन्हां दी पूजा करते हो, इन्हां दा एहतराम करवाना जे साडे कोलों। वो कहंदे सी गालां कड्डदे, साडे मबूदान को गालियां देते हैं। जे मिर्जा कादियानी नूं कज़ाब कहना गाली है ना, ये फिर तुसां गालीबाजी आ छोड़ो सारी मुस्लिम उम्मत। असां नूं कज़ाब ही
ਜਿਹੜਾ ਮੁਸਲਮਾਨ ਹੈ ਜਿਹਨੂੰ ਅੱਲਾ ਦੇ ਨਬੀ ਦੀ ਗੱਲ ਤੇ ਇਤਬਾਰ ਹੈ ਉਹ ਇਹਨੂੰ ਕਜ਼ਾਬ ਹੀ ਆਖੇਗਾ। ਜਿਹੜਾ ਹਲਾਲ ਜ਼ਾਦਾ ਹੈ, ਜਿਹਨੇ ਆਪਣੀ ਮਾਂ ਦਾ ਦੁੱਧ ਪੀਤਾ ਹੈ, ਜਿਹੜਾ ਫੀਡਰ ਨਾਲ ਪਲਿਆ ਜਾਂ ਉਤੋਂ ਕਿਨੇ ਇੱਦੀ ਤੇ ਝੁੱਲੇ ਚੁੱਕ ਕੇ ਲਿਆਂਦਾ, ਉਹਦਾ ਮੈਨੂੰ ਨਹੀਂ ਪਤਾ, ਉਹ ਜੋ ਮਰਜ਼ੀ ਪਿਆ ਜਾ ਕੇ ਆਖੇ। ਉਹ ਜੱਫੀਆਂ ਪਿਆ ਪਾਏ ਇਹਨਾਂ ਨਾਲ ਰਲ ਕੇ ਕੰਮ ਪਿਆ ਕਰ, ਮੈਨੂੰ ਕੋਈ ਪਰਵਾਹ ਨਹੀਂ ਉਹਦੀ। ਜਿਹੜਾ ਅੱਲਾ ਦੇ ਨਬੀ ਨਾਲ ਮੁਹੱਬਤ ਕਰਦਾ ਹੈ, ਨਬੀ ਸੱਲੱਲਾਹੁ ਅਲੈहि ਵਸੱਲਮ ਦੀ ਗੱਲ ਨੂੰ ਆਪਣੇ ਵਾਸਤੇ ਆਖਰੀ ਗੱਲ ਸਮਝਦਾ ਹੈ। ਕੁਰਾਨ ਕਹਿੰਦਾ ਹੈ ਫਲਾ व रब्बिक ला युमिनून हत्ता युहक्किमूका फीमा शजर बैनहुम। ਰੱਬ ਨੂੰ ਮੁਹੰਮਦ ਹੀ ਮੰਨਣ ਵਾਸਤੇ ਤਿਆਰ ਨਹੀਂ ਜਿਹੜਾ ਨਬੀ ਦੀ ਗੱਲ ਨੂੰ ਫਾਈਨਲ ਨਹੀਂ ਸਮਝਦਾ। ਸਾਡੇ ਨਬੀ ਦੀ ਗੱਲ ਫਾਈਨਲ ਹੈ। ਉਹਨਾਂ ਤੋਂ ਬਾਅਦ ਮਦਈਆ ਨੇ ਬਹੁਤ ਕਜ਼ਾਬ ਨੇ ਅਸਾਂ ਇਹਨਾਂ ਨੂੰ ਕਜ਼ਾਬ ਹੀ ਕਹਿਣਾ। ਗਾਲੀਆਂ ਸਮਝੋ, ਪੇ ਸਮਝੋ। ਰੋਣ ਤਾਂ ਦਿਲ ਕਰਦਾ ਰੋਵੋ, ਹੱਸਣ ਤਾਂ ਦਿਲ ਕਰਦਾ ਹੱਸੋ, ਲੇਕਿਨ ਇਹਦਾ ਇਹਤਰਾਮ ਤੁਸੀਂ ਮੁਸਲਮਾਨਾਂ ਕੋ ਨਹੀਂ ਕਰਵਾ ਸਕਦੇ। ਹਾਂ, ਅਸੀਂ ਮੁਸਲਮਾਨ ਬੱਚਿਆਂ ਨੂੰ ਜਿਹੜੇ ਸਾਡੇ ਕੋਲ ਬਹਿੰਦੇ ਨੇ ਅਸੀਂ ਉਹਨਾਂ ਨੂੰ ਟ੍ਰੇਨਡ ਕਰਨੇ ਆ, ਗਾਲਾਂ ਨਾ ਕੱਢੋ, ਮਾਂ ਭੈਣ ਦੀ ਗੱਲ ਨਾ ਕੱਢਿਆ। ਮੇਰੇ ਸੇ ਕਾਦੀਆਨੀ ਨੂੰ ਵੀ ਮਾਂ ਭੈਣ ਦੀ ਗੱਲ ਨਾ। ਰਾਤੀ ਇੱਥੇ ਕੋਈ ਸਹੀ ਉਹ ਥੱਲੇ ਗਾਲਾਂ ਕੱਢਣ ਲੱਗਿਆ ਸੀ ਰਾਣਾ ਰਾਸ਼ਦ ਨੂੰ, ਮੈਂ ਕਿਹਾ ਮੋਡਰੇਟਰ ਬਣਾ ਦਿਓ, ਕੋਈ ਮਸਲਾ ਨਹੀਂ ਹੈ। ਇਹ ਵੀ ਮੇਰੀ ਬਰਾੜ ਦਾ ਮੋਡਰੇਟਰ ਹੈ ਕਿ ਗਾਲ ਜਿਹੜਾ ਮੁਸਲਮਾਨ ਕੱਢੇ ਬੇਸ਼ੱਕ ਉਹਨੂੰ ਮਿਊਟ ਕਰ। ਕਿਉਂ? ਸਾਡੀ ਦਾਵਤ ਹੀ ਨਹੀਂ ਹੈ ਗਾਲ। ਲੇਕਿਨ ਇਹ ਗਾਲ ਤੇ ਨਹੀਂ ਨਾ, ਕਜ਼ਾਬ ਦਜਾਲ ਕਰਨਾ ਤੇ ਸ਼ਰੀਅਤ ਹੈ। ਮਿਰਜ਼ਾ ਕਾਦੀਆਨੀ ਨੂੰ ਕਜ਼ਾਬ ਔਰ ਦਜਾਲ ਕਹਿਣਾ ਸ਼ਰੀਅਤ ਹੈ। ਇਹ ਸ਼ਰੀਅਤ ਹੈ ਪੁੱਤਰ, ਇਹ ਸ਼ਰੀਅਤ ਅਸਾਂ ਬਿਆਨ ਕਰਨੀ ਹੈ। ਤੁਹਾਡੇ ਯਾਵਾ ਤੇ ਤੁਹਾਡੇ ਸ਼ਰਮ ਤੇ ਅਸੀਂ ਸ਼ਰੀਅਤ ਬਿਆਨ ਕਰਨੀ ਛੱਡਦੀ ਹੈ। ਵਾਹ ਵਾਹ ਵਾਹ, ਇਹ ਤਵੱਕੋ ਰੱਖਦੇ ਹੋ। ਭੁੱਲ ਜਾਓ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ। ਇਹ ਇਤਰਾਮ ਤੁਹਾਨੂੰ ਇਸ ਕਜ਼ਾਬ ਅਤੇ ਇਸ ਮੁਸਲਿਮ ਉਮਤ ਚ ਨਜ਼ਰ ਨਹੀਂ ਆਉਣ ਲੱਗਾ। ਇਹਨੂੰ ਮੁਸਲਿਮ ਉਮਤ ਚੋਰ ਸਮਝਦੀ, ਭਗੌੜਾ ਸਮਝਦੀ, ਆਪਣਾ ਮੁਜਰਮ ਸਮਝਦੀ। ਇਹਨਾਂ ਨੂੰ ਲਿਆਓ ਤੇ ਇਹਨਾਂ ਨੂੰ ਘੱਲੋ ਤੇ ਪਾਕਿਸਤਾਨ ਜਾ ਕੇ ਫੇਸ ਕਰਨ, ਪਾਕਿਸਤਾਨ ਦਾ ਕਾਨੂੰਨ ਫੇਸ ਕਰਨ, ਉਲਮਾ ਦੇ ਸਾਹਮਣੇ ਬਵਣ, ਨਹੀਂ ਤੇ ਸਾਡੇ ਸਾਹਮਣੇ ਬਵੋ। ਇੱਥੇ ਭਾਓ, ਸਾਡੇ ਸਾਹਮਣੇ ਭਾਓ। ਜਿਹੜਾ ਬਹੁਤਾ ਗਲਾਰ ਆਪਣੇ ਆਪ ਨੂੰ ਸਮਝਦਾ ਹੈ, ਸਾਡੇ ਸਾਹਮਣੇ ਭਾਓ। ਇਹਨੂੰ ਦਸੀਏ किस तरह मसीह ने मरियम बनया 10 महीने के अमल नाल। 10 महीने के लिए हमला ठहराया गया तो फिर मैं मेरे अंदर मरियम की रूह नफक की गई तो फिर मैं इब्ने मरियम बना। लगदी लानत है ऐसे काबर दे उत्ते ते ऐसे वडेरे दे उत्ते जेड़ा बजरिया हमल पिया ईसा बन के बहांदा पे लोकां नूं। इहदा तराम करो। तो बाबर भाई किधर गए नो? वीडियो प्ले करवानी सी। उस्ताद मोहतरम वो दूसरी लाइव ते गए होने ने तो मैं वीडियो सेंड कीती है यूएसपी ऊंचा बोल मेहनती ऊंचा बोल। तू भी मेहनती रखिया ए जेडी मेहनती ना है ना मेहनती ए गिल्ला जा ना ही गिल्ला जा नहीं वो गिल्ले दी मैं वीडियो भेज दी है। जो इस्लाम ना रखो, अपना मुसलमान ना रखो। अल्लाह ताला कहंदा है वहुवा सम्माकुमुल मुस्लिमीन। ओ तुहाडा नाम मुसलमान रखिया है। इस्लाम तो बाद मेहनती दी कौन तालीम दिंदा है? जे तुसीं मुसलमान हो मेहनती तुहाडे अंदर है। अगर तुसी मुसलमान नहीं गैर मुस्लिम किस तरह ह्यूमैनिटी दी दावत दे सकदा है? ह्यूमैनिटी दा अलम बरदार ते हमदर्द सिर्फ मुसलमान, हकीकी मुसलमान, सच्चा मुसलमान। यार ह्यूमैनिटी भाई आज उस्ताद मोहतरम ने तुसी जड़ा ना सुबह ही यूसुफ भाई कहंदे और किसी कोई मजबूर दे ये ते जान ही नहीं छड़ दे जाओ तो नहीं काम ते पासे जाओ। ठीक है ना, पता लग गया केड़ा सीधा बंदा ते केड़ा गिला तितर है। हां पता लग गया ना आज कि नहीं पता लगा? ये एक बंदा कहे कि काफरा ने मेरी गवाही दी है तो मैं जड़ा तां पे गल करना तो फिर की हो सकता है? मैं ते सुन के ना मज़ा आ रहा सी। आमिर भाई नूं शेर ललकार रहे सी, दिल कर रहा सी सुनते ही जाइए। बिल्कुल यार उस दिन कौन मौजूद सी जो वड़ैल साहब ने गुस्सा किया काफी ज्यादा? तो अमर हक भाई जो मौजूद सन मेरी बरात से परसों रात जी अली हक भाई तुसी मौजूद सी उस सुन रहे सीगे? मैं भी मौजूद सी, मैं भी सुन रहा हूं। क्लिप है ना बनया जी जी यार काफी मतलब इन्होंने गुस्सा किया। मैं ते कह मैनू हुण फिर महसूस हो रहा सी जिथे जिथे जांदे ने कादियानियां दी बराडां ते बहंदे ने ए भोले भाले नहीं है भी। ओवर गल ना करो उतने इन्होंने गुस्सा करके ना वो समझदा सी मैं गुस्सा करके ते मुसलमान नहीं मैं ते नहीं मैनू तो उधर में इन्होंने आख्या सी भी मैं न्यूट्रल हां। मैं तुसी बिल्कुल न्यूट्रल रहो
ਤਾਂ ਕੋਈ ਮਸਲਾ ਨਹੀਂ ਹੈ, ਯਾਨੀ ਮੈਂ ਇਹਨਾਂ ਨੂੰ ਇਹੀ ਕਿਹਾ ਸੀ ਕਿ ਤੁਸੀਂ ਨਿਊਟਰਲ ਹੋ। ਮੇਰੀ ਨਾਲ ਗੱਲ ਹੋਈ ਹੈ WhatsApp ਤੇ, ਲੇਕਿਨ ਜਿਹੜੀ ਗੱਲ ਹੈ ਨਾ ਕਿ ਇਹ ਕਹਿਣ ਕਿ ਮੈਂ ਧੜੇ ਦਾ, ਇਹਨਾਂ ਨੇ ਮੈਨੂੰ ਖੁਦ ਕਿਹਾ ਸੀ ਕਿ ਮੈਂ ਨਹੀਂ ਕਿਸੇ ਦੀ ਸਾਈਡ ਲੈਣੀ। ਮੈਂ ਕਿਹਾ ਠੀਕ ਹੈ ਤੁਸੀਂ ਨਾ ਲਓ। ਤੇ ਉਦੋਂ ਰਾਤ ਨੂੰ ਵੀ ਆਏ ਨੇ ਤੇ ਇਹਨਾਂ ਨੇ ਕਿਹਾ ਕਿ ਮੈਂ ਧੜੇ ਦਾ ਬੰਦਾ ਵਾ। ਮੈਂ ਗੱਲ ਤਾਂ ਸੁਣੋ ਨਾ, ਗੱਲ ਤਾਂ ਸੁਣੋ ਦੁੱਲਾ ਦੀ ਗੱਲ ਸੁਣੋ। ਤੇ ਇਹਨਾਂ ਨੇ ਕਿਹਾ ਧੜੇ ਦਾ ਬੰਦਾ ਵਾ। ਮੈਂ ਉਧਰ ਵੀ ਸੋਚ ਰਿਹਾ ਕਿ ਤੁਸੀਂ ਮੈਨੂੰ ਵੜਿਆ ਸਾਹਿਬ ਸੁਬਹ ਤੇ ਮੈਨੂੰ ਤੁਸੀਂ ਕਹਿ ਰਹੇ ਹੋ ਕਿ ਮੈਂ ਕਿਸੇ ਸਾਈਡ ਤੇ ਨਹੀਂ, ਯਾਨੀ ਮੈਂ ਕੋਈ ਐਸੀ ਗੱਲ ਨਹੀਂ ਕਰਨੀ। ਤੇ ਮੈਂ ਤੁਹਾਨੂੰ ਖੁਦ ਕਹਿ ਰਿਹਾ ਠੀਕ ਹੈ ਤੁਸੀਂ ਨਹੀਂ ਕਰਨੀ, ਤੁਸੀਂ ਨਿਊਟਰਲ ਰਹੋ। ਹੁਣ ਤੁਸੀਂ ਮੈਨੂੰ ਕਹਿ ਕੇ ਆ ਕੇ ਤੇ ਉਹ ਗੁੱਸਾ ਕਰ ਰਹੇ ਹੋ, ਔਰ ਕਾਫੀ ਇਹਨਾਂ ਨੇ ਗੁੱਸਾ ਕੀਤਾ। ਲੇਕਿਨ ਮੈਂ ਸੁਣਦਾ ਰਿਹਾ, ਮੈਂ ਚਲੋ ਕੋਈ ਗੱਲ ਨਹੀਂ, ਵੱਡੇ ਨੇ। ਸੁਣੋ ਇਹਨਾਂ ਦੀ 5-10 ਮਿੰਟ ਇਹ ਬੋਲਦੇ ਰਹੇ ਨੇ ਅਲੀ ਅਕਬਾਈ ਨੂੰ। ਹਾਲੇ ਉਹਨਾਂ ਵਿਚਾਰੇ ਨੇ ਕੋਈ ਗੱਲ ਨਹੀਂ ਕੀਤੀ ਅੱਗੋਂ, ਕੋਈ ਉਹਨੇ ਗਾਲ ਨਹੀਂ ਕੱਢੀ ਕੋਈ ਵੀ। ਤੇ ਹੁਣ ਫਿਰ ਉਹੀ ਸ਼ੁਰੂ ਹੋਣ ਲੱਗਾ ਸੀ ਕੰਮ। ਮੈਂ ਸਮਝ ਗਿਆ ਸੀ ਉਹਨਾਂ ਦੀ ਗੱਲ ਤੋਂ ਵੀ ਇਹ ਹੁਣ ਕਰਨਗੇ, ਮਰਜ਼ੀ ਇਹਨਾਂ ਦੀ, ਕੀ ਕਹਿ ਸਕਦੇ। ਦਾਦਾ मोहतरम ਅੱਜ ਇੱਕ ਫਤਵਾ ਦੇ ਛੜੋ ਤੁਸੀਂ ਵੀ ਗਿਲੇ ਤਿੱਤਰ। ਉਹ ਨਹੀਂ, ਉਹ ਪਤਾ ਦਿਆ ਬੰਦੇ ਆ, ਉਹ ਮਿਹਰਬਾਨੀ। ਮੈਂ ਤੈਨੂੰ ਅੱਗੇ ਦੱਸਿਆ, ਮੈਂ ਮੁਅੱਯਨ ਫਤਵਾ, ਮੁਅੱਯਨ ਤਕਰੀਰ, ਮੁਅੱਯਨ ਕਿਸੇ ਬੰਦੇ ਨੂੰ ਨਹੀਂ ਕਹਿੰਦਾ ਸਿਵਾਏ ਇਸ ਤੇ ਕਿ ਜਦੋਂ ਆਪ ਜਾ ਕੇ ਮੁਸਲਮਾਨਾਂ ਨੂੰ ਉੱਥੇ ਮਿਰਜ਼ਾਈਆਂ ਨਾਲ ਰਲ ਕੇ ਤੇ ਉਹਨਾਂ ਦੀ ਮਜ਼ਮਤ ਕਰਨ ਲੱਗ ਪਵੇ ਤੇ ਉਹ ਆਪ ਹੀ ਨੰਗਾ ਹੋ ਜਾਂਦਾ। ਸਾਰੇ ਮੁਸਲਮਾਨ ਹੀ ਉਹਦੇ ਤੇ ਤੋਏ ਤੇ ਲਾਨਤ ਕਰਨ ਲੱਗ ਪੈਂਦੇ ਨੇ। ਬਿਲਕੁਲ ਤੂੰ ਕਰਨ ਲੱਗ ਪੈਂਦੇ। ਕਿਹੜਾ ਮੁਸਲਮਾਨ ਹੈ ਜਿਹੜਾ ਇਹੋ ਜਿਹੇ ਬੰਦਿਆਂ ਦੇ ਵਾਸਤੇ ਮੁਹੱਬਤ ਰੱਖਦਾ? ਮੈਂ ਬੜਾ ਤੱਪੇ ਆਸਾਂ ਤੇ ਮੈਂ ਤੇ ਅੱਛਾ ਯਕੀਨ ਕਰੋ ਤੁਸੀਂ ਗਿਲੇ ਦਿੱਤਾ ਦੀ ਗੱਲ ਕੀਤੀ ਹੈ ਤੇ ਤੂੰ ਮੁਸਲਮ ਸਾਹਿਬ ਤੇ ਪੱਪੂ ਮਲਕ ਸਾਹਿਬ ਦੀ ਗੱਲ ਆ ਗਈ। ਅੱਛਾ ਇਹੋ ਜਿਹੇ ਮੌਕੇ ਤੇ ਆਉਂਦੇ ਨੇ, ਐਨ ਇਹੋ ਜਿਹੇ ਮੌਕੇ ਤੇ ਆਣਗੇ ਦੋਵੇਂ ਜਾਣੇ, ਵਕਫੇ ਨਾਲ ਅੱਗੇ ਪਿੱਛੇ ਨਹੀਂ ਵੜਦੇ। ਅੱਛਾ ਯਕੀਨ ਕਰੋ ਪੱਪੂ ਮਲਕ ਸਾਹਿਬ ਜਦੋਂ ਨਾ ਕਿ ਜੀ ਮੈਂ ਕਿਸੇ ਤੁਹਾਡੇ ਚ ਨਹੀਂ ਬਰਾਦਰੀ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਉਹ ਆਵਣ ਨਾ ਅਮਰ ਭਾਈ ਇਹ ਟਰੂਥ ਸੀਕਰ ਫੱਕੀ ਲੈਣਾ ਚਾਹੁੰਦਾ ਹੈ। ਮੇਰਾ ਖਿਆਲ ਉਹਨੂੰ ਕੋਈ ਕੀੜਾ ਸੱਟ ਮਾਰ ਰਿਹਾ ਹੈ। ਕਹਿੰਦਾ ਜਿਹੜਾ ਤੁਸੀਂ ਮਿਰਜ਼ਾ ਕਾਦੀਆਨੀ ਸਾਹਿਬ ਨੂੰ ਕਜ਼ਾਬ ਤੇ ਦਜਾਲ ਆਦੇ ਹੋ ਨਾ, ਇਹ ਨਾਉਜ਼ ਬਿल्ला नबी करीम सल्लल्लाहु अलैहि वसल्लम ਤੇ ਝੂਠ ਬੋਲਦੇ ਹੋ। मुझे लानती इंसान बार-बार जी राजा साहब, अपना राणा साहब आपसे तय हुआ था कि राजा साहब माफी मांगेंगे, उन्हें भी ले आए तो इकट्ठी माजरत हो जाए। ताकि आप झूठे साबित हो गए। आपने नहीं कहा था, आपने नहीं कहा था, मिर्जा गुलाम कादियानी की कसम खा के आपने नहीं कहा था। आप ये बात नहीं माने थे हमारे हक की ज्यादा ना। हाँ तो मिर्जा साहब की, मैं अल्लाह के नबी की कसम खा कहता हूँ कि हमारे हक साहब ने कहा था कि वो दोनों साइड से माजरत होगी। तुम झूठ साबित हो गए, झूठे। मंगवाए, चले मंगवाए राजा साहब को। ओके लगाओ वीडियो। नहीं राजा को बुलाए ना पहले। किसको बुलाओ? बिठाए तो सही, राजा तालमनान को तो मंगवाए। तो आप माफी मांगेंगे? तो भाई बिल्कुल बहुत साइड माफी होगी ना। वो भी मेरी ब्रॉड पे आइएगा, फिर बात होगी इंशाल्लाह। नहीं आपकी ब्रॉड पे नहीं, यहाँ नहीं होगी बात, यहाँ पे बात। ठीक है राणा साहब किस बात पे माफी मांगेंगे? साहब अगर साहब मैं आपको बताने का जिम्मेदार नहीं हूँ, वो मेरी और चले आप राजा तालिबान साहब को इधर बुलाए। बिल्कुल ना जाना। ये एक तो ये मुझे समझ नहीं आती, जितने भी ये जमात के आपके मानने लोग हैं, इनको ये प्रॉब्लम क्यों होती है कि मैं उसको बताने का, क्योंकि बिलाल ने गलत इल्जाम लगाया, झूठ बोला, बिलाल ने इल्जाम लगाया, झूठ बोला। उसके बाद मुझे गालियां दी हैं, राजा तालमनान ने मुझे गालियां दी हैं, उसने मेरी माँ को मेरी बहन को गालियां दी हैं। उसे कहें कि वो भी अच्छा फिर दस के उनकी होया जी बस बस ਇਹਨੂੰ ਵੀ ਉਹਨੇ ਇਰਫਾਨ ਜੱਟ ਨੇ ਮਾਈਕ ਲੈ ਦਿੱਤਾ ਨਾ, ਮਾਈਕ ਚੈੱਕ ਕਰਨਾ ਯਾਰ। ਅਸੀਂ 2 ਮਿੰਟ ਜ਼ਿਆਦਤੀ ਨਾ ਕਰਿਆ ਕਰੋ, ਰਾਣਾ ਰਾਸ਼ਦ ਜਿਹੜਾ ਨਾ ਇਹਦੇ ਨਾਲ ਜ਼ਿਆਦਤੀ ਨਾ ਕਰਿਆ ਕਰੋ। भी अमर भाई मैं कोई गलत गल नहीं देखो ना अमर भाई ਰਾਜਾ ਤਾਲਮਨਾਨ ਵੀ ਇਹਦੇ ਨਾਲ ਜ਼ਿਆਦਤੀ ਕਰਨ ਲੱਗਿਆ, ਤੁਸੀਂ ਵੀ ਜ਼ਿਆਦਤੀ ਕਰਨ ਲੱਗੇ। नहीं मैं कोई गलत गल नहीं की राणा साहब ना, मेरे लागे ने बड़े प्यारे भाई। ਹੁਣ ਰਾਜਾ ਤਾਲਮਨਾਨ ਉੱਥੇ ਬਿਠਾ ਕੇ ਮੁਸਲਮਾਨਾਂ ਨੂੰ ਗਾਲਾਂ ਪਵਾਉਂਦਾ ਪਿਆ। ਤੁਹਾਨੂੰ ਆਦਾ ਮੈਂ ਇਹਨੇ ਰੱਖਿਆ ਅਸੂਲ ਆਪਣੀ ਬਰਾੜ ਦਾ ਕਿ ਇੱਕ ਗਾਲੀਬਾਜ਼ ਮੈਂ ਆਪਣੇ ਨਾਲ ਨਹੀਂ ਬਿਠਾਣਾ। ਰਾਜਾ ਤਾਲਮਨਾਨ ਗਾਲੀਬਾਜ਼ ਇਹਨੇ ਨਾਲ ਬਿਠਾਇਆ, ਉਕਾਬ ਗਾਲੀਬਾਜ਼ ਇਹਨੇ ਨਾਲ ਬਿਠਾਇਆ। ਉਧਰੋਂ ਮਜਬੂਰ ਨੇ ਨਾ ਰਾਣਾ ਰਾਸ਼ਦ ਸਾਹਿਬ, ਮਜਬੂਰ ਨੇ ਨਾ ਦੂਜੇ ਪਾਸੇ। नहीं ठीक है राजा छोड़ देना कि मैं न्यूट्रल ब्रांड चलानी है तो मैं गालीबाज नहीं नार बिठानी। यार ਜਿਹੜੇ ਰਾਣਾ ਰਾਸ਼ਦ ਸਾਹਿਬ ਨੇ ਮੈਂ ਤੁਹਾਨੂੰ ਮੁਸਲਮਾਨਾਂ ਨੂੰ ਉਹ ਕੱਢ ਰਿਹਾ ਸੀ ਰਾਜਾ ਤਾਲ ਅਬਦੁੱਲਾ ਰਾਣਾ ਰਾਸ਼ਦ ਸਾਹਿਬ ਦੀ ਮੈਂ ਤੁਹਾਨੂੰ ਗੱਲ ਦੱਸਣਾ। ਰਾਣਾ ਰਾਸ਼ਦ ਸਾਹਿਬ ਕੈਨੇਡਾ 'ਚ ਕਰਾਉਂਦੇ ਨੇ ਰਿਸ਼ਤੇ, ਮੈਂ ਤੁਹਾਨੂੰ ਅੱਜ ਦੱਸਣਾ। ਵਾਹ, ਇਹ ਜਿਹੜੇ ਰਿਸ਼ਤੇ ਕਰਵਾਉਣ ਵਾਲੇ ਹੁੰਦੇ ਨੇ ਨਾ, ਇਹ ਸਾਰੇ ਪਾਸੇ ਆਪਣੇ ਤਲਕਾਤ ਰੱਖਦੇ ਨੇ। ਯਾਰ ਉਹਨਾਂ ਨੂੰ ਕਿਉਂ ਧੱਕਾ ਮਾਰਦੇ ਹੋ? ਤੁਸੀਂ ਜ਼ਿਆਦਤੀ ਨਾ ਕਰੋ ਰਾਣਾ ਰਾਸ਼ਦ ਸਾਹਿਬ ਨੂੰ। ਬੰਦੇ ਚੰਗੇ ਨੇ, ਮੈਂ ਤੁਹਾਨੂੰ ਦੱਸਾਂ, ਮਾੜੇ ਬੰਦੇ ਨਹੀਂ ਹਨ, ਮਜਬੂਰ ਨੇ।
ਉਧਰੋਂ ਤੜਪਦੇ ਨੇ, ਚੀਕਦੇ ਨੇ। 2 ਵਾਰੀ ਬਰਾੜ ਉਹਨਾਂ ਸੱਟੀ, ਇੱਕ ਸਵੇਰੇ ਇੱਕ ਰਾਤੀ ਮੇਰੇ ਸਾਹਮਣੇ ਸੱਟੀ ਹੈ। ਬਈ ਇਸ ਜ਼ਿੰਦਗੀ ਤੋਂ ਮਰ ਜਾਣਾ ਵੀ ਤੇਰੇ ਕੀ ਹੈ ਨੌਨਸੈਂਸ। ਉਹ ਜਿਹੜਾ ਰਾਜਾ ਤਾਲ ਮਨਾਣਾ ਆ ਕੇ ਖੇਲ ਗਿਆ ਉਸ ਬੰਦੇ ਨੇ ਕਿਉਂ ਜ਼ਿਆਦਤੀ ਕਰਦੇ ਹੋ ਯਾਰ, ਜ਼ਿਆਦਤੀ ਨਾ ਕਰੋ। ਰਾਸ਼ਦ ਸਾਹਿਬ ਰਾਣਾ ਰਾਸ਼ਦ ਸਾਹਿਬ ਕੋ ਤਸ਼ਰੀਫ ਲਿਆਓ। ਉਸਤਾਦ ਮਤਲਬ ਦੀ ਬਰਾੜ ਤੇ ਰਿਸ਼ਤਿਆਂ ਦੀ ਗੱਲ ਹੁੰਦੀ ਹੈ। ਉਹ ਯਾਰ ਨਾ ਕਰੋ ਯਾਰ, ਤੁਸੀਂ ਕੀ ਰਿਸ਼ਤੇ ਕਰਵਾਉਂਦੇ ਨੇ, ਉਹ ਕਰਦੇ ਨੇ ਵੋਲੰਟੀਅਰ ਨੇ। ਉਹ ਨਾ ਕਰੋ ਰਾਣਾ ਸਾਹਿਬ, ਦੇਖੋ ਮੇਰੇ ਇਲਾਕੇ ਦੇ ਅੰਦਰ ਭਾਈ ਕਦੇ ਕਦੇ ਕਿਸੇ ਦੀ ਵੈਸੇ ਤਾਰੀਫ ਕਰਦੇ ਨਾ ਰਾਣਾ ਰਾਸ਼ਦ ਸਾਹਿਬ, ਤੁਸੀਂ ਬੜੇ ਲੱਕੀ ਹੋ ਵੈਸੇ, ਕਸਮ ਹੈ। ਸਾਡੀ ਤੇ ਕੋਸ਼ਿਸ਼ ਹੀ, ਸਾਡੀ ਤੇ ਅਸਰਤ ਹੀ ਰਹਿੰਦੀ, ਲੇਕਿਨ ਰਾਣਾ ਸਾਹਿਬ ਗਲਤੀਆਂ ਵਿੱਚ ਕਰਦੇ ਹੋ ਨਾ, ਗਲਤੀਆਂ ਵਿੱਚ ਕਰਦੇ ਹੋ ਨਾ। ਕਸਮ ਸਿਰਫ ਅੱਲਾ ਦੀ ਖਾਈ ਜਾ ਸਕਦੀ ਹੈ, ਕਿਸੇ ਨਬੀ ਦੀ ਕਿਸੇ ਹੋਰ ਦੀ ਕਸਮ ਨਹੀਂ। ਕਸਮ ਸਿਰਫ ਅੱਲਾ ਦੀ, ਅੱਲਾ ਤੋਂ ਇਲਾਵਾ। ਆਮਰ ਭਾਈ ਤੁਸੀਂ ਮੈਨੂੰ ਚਾਹੁੰਦੇ ਹੋ ਕਿ ਮੈਂ ਕਾਦੀਆਨੀ ਨੂੰ ਕਹਾਂਗਾ ਕਿ ਮਿਰਜ਼ਾ ਗੁਲਾਮ ਕਾਦੀਆਨੀ ਤੇ ਬਜਾਏ ਅੱਲਾ ਦੀ ਕਸਮ ਖਾਵੇ? नहीं, ये लाश दिखवा लो ना उनको। तो ये लाश, हाँ सॉरी, माजरत है मेरी गलती। मैं अल्लाह दी कसम तू ये लाश है मेरी इत्तेहादी कथा समझ के मनु साहब को नीचे उतारे। अच्छा राणा राशिद साहब एडा प्रोटोकॉल ना लो, मैं कोई किसी ਨੂੰ ਨਹੀਂ ਬੋਲਣ ਦੇਣ ਲੱਗਾ। ਤੁਸੀਂ ਆ ਜਾਓ, ਇੰਨਾ ਨਾ ਪ੍ਰੋਟੋਕੋਲ ਲੋ ਕਿ ਤੁਸੀਂ ਸਭ ਨੂੰ ਥੱਲੇ ਉਤਾਰ ਕੇ ਗੱਲ ਕਰਨਾ ਚਾਹੁੰਦੇ ਹੋ। ਬਲਾਲ ਭਾਈ ਨੇ ਤੁਸੀਂ ਗੱਲ ਕਰਨੀ ਹੈ, ਮੈਂ ਤੁਹਾਨੂੰ ਬਰਾਬਰ ਗੱਲ ਕਰਾਂਗਾ, ਲੇਕਿਨ ਨਹੀਂ ਇੱਥੇ ਮਿਰਜ਼ਾ ਮਸਰੂਰ ਸਾਹਿਬ ਥੱਲੇ ਆ ਕੇ ਕਹਿਣ ਨਾ ਕਿ ਸਾਰਿਆਂ ਨੂੰ ਥੱਲੇ ਲਾ ਦੋ, ਬਲਕਿ ਹਿਊਮੈਨਿਟੀ ਨੂੰ ਥੱਲੇ ਲਾ ਦੋ, ਤੇ ਮੈਂ ਤਾਂ ਨਹੀਂ ਲਾਂਦਾ। ਆਪ ਆ ਕਰ ਲੂਗਾ ਮੇਰੇ ਭਰਾ। ਰਾਣਾ ਰਾਸ਼ਦ ਸਾਹਿਬ ਦੇਖੋ, देखिए मैं लास्ट ਤੁਹਾਡੇ ਨਾਲ ਕੋਈ ਬੰਦਾ बीच में ना बोले, कोई बंदा ना बोले, अपना मौकफ रख देता हूँ, आप अपना रख दें, बस बात करता हूँ। मौकफ रख के दौड़े हो ना करके फिर सुन के जाना। म्यूट कर लें, मैं म्यूट कर। जी बिलाल साहब ने ये कहा था कल कि राजा साहब ने इस बात पे तारीफ़ की है कि वो बंदा गया है मस्जिद में, जबकि हमारा मौक़िफ़ ये था जो कि उड़ाई साहब ने ये गवाही दी कि इस बात पे तारीफ़ नहीं की थी। तारीफ़ इस बात पे की थी कि उसने माजरत की है कि इससे हमारा कद बुलंद हो गया, और अपनी गलती को तस्लीम करने से कोई बड़ा नहीं, मतलब छोटा नहीं हो जाता। तो ये बात थी। और बिलाल साहब ने ये कहा कि अगर मैं गलत साबित हूँ तो मैं सब के सामने माफ़ी मांगूंगा। और इस बुनियाद पर देखें, एक शरीफ इंसान को आपने कितना हर जगह पे बदनाम किया, जो कि उस बंदे का बेचारे का क्या कसूर है? उसने तो कोई पहले बात नहीं की ना बिलाल साहब को। बाद में जो भी हुई है बात हुई है, अब सिर्फ इस पॉइंट पे बात करनी है। अगर इस पॉइंट से आगे जाना है पीछे जाना है वो आपकी मर्जी है, पहले तस्लीम करें। मैंने आपको वीडियो दे दी, प्रूफ दे दिया, अब बाकी आपकी मर्जी है। मैं आपको ठीक है राणा साहब, आपकी बात मुकम्मल होगी। बात ये है राणा साहब, दोनों बातों की रिकॉर्डिंग कर लें, ले लें तो बेहतर है, क्योंकि जी बिल्कुल ठीक है, बिल्कुल ठीक है। बस मुझे आखिरी बात, अगर कहें तो रिकॉर्डिंग राणा साहब एक मिनट रुक जाओ। राणा साहब सुना दीजिएगा, मैंने मुकम्मल कर लें दो। लामा साहब मैंने गल, लामा साहब गल कर, नहीं मैं ਉਹੀ ਰਿਕਾਰਡਿੰਗ ਦੀ ਗੱਲ ਕਰ ਰਿਹਾ ਜਿਹੜੀ ਸਾਡੀ ਮੇਰੀ ਤੇ ਰਾਣਾ ਸਾਹਿਬ ਦੀ ਤੈਅ ਹੋਈ ਸੀ। ਉਹਨਾਂ ਕੋਲ ਰਿਕਾਰਡਿੰਗ ਹੈ ਤੇ ਉਹਨਾਂ ਦੀ ਰਿਕਾਰਡਿੰਗ ਤੇ ਸੁਣ ਲੈਣਾ ਪਹਿਲੇ। कौन सी रिकॉर्डिंग ऐसा बोलो? हाँ है ਜਿਹੜੀ राजा नाम ਦੀ ਰਿਕਾर्डिंग सुनाओ ਜਿਹੜੀ। कौन सी? पहले तो बात ये है राणा साहब, मुझे बिलाल से बात करनी है। बिलाल कौन सी रिकॉर्डिंग ये बताओ प्लीज। राणा साहब कौन सी रिकॉर्डिंग? उस दिन जब आप आए थे, जिस दिन ये बात हुई थी, मैंने आमिर हक साहब को आगे किया था अपनी जगह पे, ठीक है। आमिर हक साहब ने कहा था कि ये माफी दोनों तरफ से होगी, जो बिलाल की तरफ से भी इस बात पे, और जो राजा अताल मनान ने गाली दी है इस बात पे भी वो मदद करेंगे। ये बात हुई थी। देखें बिलाल मेरी बात सुने, मुझे इस बात का नहीं पता, मेरे जिम्मे की रिकॉर्डिंग थी वो मैंने दे दी आपको। बिल्कुल नहीं, आपने मुझे कहा था कि प्लीज, ये भी आप गलत बात कर रहे हैं, ये भी आप गलत बात कर रहे हैं। अब इस बात का तो हल नहीं है मेरे पास। आप इस बात पे मैं रिकॉर्डिंग ये देखें, 1 सेकंड, मैं वही उस दिन की ये लफ्ज जो मैं कह रहा हूँ राणा साहब, मेरे सोना है, ये देखें 1 सेकंड, नहीं ऐसे नहीं आपने चलाने। पहले तो आप मान लें कि हाँ ये हुई थी या नहीं हुई थी। आपने कहा था कि ये मैं वही उस दिन की रिकॉर्डिंग जो है ना वो डाउनलोड कर रहा हूँ। बात ये हुई थी, आमिर हक साहब ने कहा था जब आप आए थे इस बात को करने, तो उन्होंने कहा था कि जो गालियां राजा अताल मन्नान ने बिलाल हनीफ को दी हैं वो भी माफी मांगेगा। ये वो वाला मामला नहीं है, हम वही मामला है सेम ना। ये मामला वो है जो आपने सुन ले, आपने इल्जाम लगाया कि राजा साहब ने तारीफ की है कि इस हमारा कद जमात का बुलंद हो गया इस वजह से। ये इस बात का ये तो कहा है उन्होंने, ये तो कहा है उन्होंने। ये सुने फिर क्या कहा, सुने गौर से। हमारे साथ नहीं रुके, नहीं जो बात देखें, दो मामले आप ये मेरी भाई जो गाली वाला मामला है मैं उसमें नहीं आ रहा,
सेम नहीं आ रहा सेम बिलाल, ये सुन राजा क्या कहा? आप नहीं आ रहे उसमें। अगर मुझे कहते हैं तो मैं बात करता हूँ, वरना आप कर लें आपस में बात ये है। आमिर हक भाई को मैंने आगे किया था, ये आए थे बात को सोल्व करने। बाद में तय कर लेती हैं। नहीं राणा साहब आप इतने तेज तो नहीं है ना, देखे ना, ये ना करें। रिकॉर्डिंग सुना दूं आपको? नहीं रिकॉर्डिंग नहीं, ऐसे नहीं, पहले बात मुकम्मल होगी, पहले बात तय होगी। आमिर हक साहब को मैंने किया था आगे, राणा साहब को मैंने, सुन ले, मैं नहीं जीत सकता, देखिए मेरी बात। नहीं राणा साहब आप चाहते हैं कि राजा ताल मनान माफी ना मांगे, तो ये तो नहीं होगा ना। मैं उनका जिम्मेदार नहीं। अगर आपको नहीं पता तो आप राजा ताल मनान को भेजें, वो चले जाए। नाम लगाया झूठा, आपने लगाया कि नहीं लगाया? झूठा राजा ताल मनान ने मुझे गालियां दी हैं, वो अलग मामला है। ये जो आपने इल्जाम, तो वो गालीबाज है, तो फिर वो नहीं ये तो ना करे ना आप राणा साहब, ये ना करे, ये ना करे। आप एग्री करके गए थे उस दिन इस बात पे, फिर आप जाके उनसे बात कर ले। मुझे उसको इधर लेके आए ना राणा साहब, आप बिठाएं उनको। मैं क्यों लाऊं? तो फिर आप क्यों आ रहे हैं मेरी और उनकी बात में क्यों आ रहे हैं? तो ठीक है, खुदा हाफिज। ओके, मुझे ना ले, आपकी मर्जी। ठीक है खुदा हाफिज, थैंक यू। ठीक है अमर भाई, बात क्लियर होगी। चले आपके साथ, ओए मेंटी आपके साथ किसी ने कोई ज्यादती तो नहीं किया? कोई ज्यादती नहीं की, लेकिन अगर ये रिकॉर्डिंग सुन लेते तो बात क्लियर हो जाती है। रिकॉर्डिंग आपने प्ले करनी हो तो बेशक प्ले करें, कोई मसला नहीं है, लेकिन सुन लेंगे उन्होंने क्या दोनों फिर रिकॉर्डिंग प्ले करें। एक राजा ताल मनान की, दूसरी आमिर हक भाई की और बिलाल भाई की, दोनों। हाँ वो भी कर लीजिएगा, वो भी कर लीजिएगा। हाँ सुनिए, सबूत होना चाहिए। आवाज आ रही है? नहीं आ रही। अब आ रही है? ये म्यूट कर ले और करीब करके चलाएं। तुसी बाकी म्यूट कर लो ना, फिर आएगी। अच्छा मैंने देखा कि राशिद ने, जैसे वो जो उनका, अगर ये ट्रू इस्लाम जो आईडी, दूसरे हमारे जो अहमदी भाई हैं, वो भी नौजवान है, जज्बातियत होती है, लेकिन इसके बावजूद अगर उसने, इसलिए नहीं कि वो अहमदी है तो मैं इसलिए कह रहा हूँ, लेकिन अगर उन्होंने ये कदम लिया, और जो मैंने सुना है कि उन्होंने लिया, कि उन्होंने कहा कि हाँ ये जज्बाती तौर पे थी, नहीं ऐसे होना चाहिए, तो मैं समझता हूँ ये उन्होंने अपना कद बुलंद किया इससे, एंड आई रियली अप्रिशिएट इट, क्योंकि हमने जाहिर है इस चीज को हमने सबने ये कहा था कि ये नहीं करना चाहिए था, ऐसा ये जमाती रवायात के खिलाफ, एंड एज इफ ही हिमसेल्फ हैज एक्नॉलेज्ड इट, दैट्स रियली अप्रिशिएबल। तो अब सुहेब को, ये तो अब वड़ाइश साहब ये थे, दूसरे इनकी तरफ के संजीदा लोग हैं, हमारी तो उसने माननी नहीं है कि उसको एक्नॉलेज कर ले इस बात को, बहस करने की बजाय कि मैं वो कीता सी, उन्हें कीता सी, दोनों तरफ से मामला होते हैं। मैंने तो काफी देर से रिक्वेस्ट डाली हुई थी, तो अब देख लें कि उन्होंने इस बात को अप्रिशिएट किया है कि उस बंदे ने उस चीज को महसूस किया और एक्सेप्ट किया। ये बात आप तो कह रहे थे कि माजरत की है। जब ये बंदा जो कुछ कहा मैंने सुन लिया, उन्होंने जो कुछ कहा मैंने सुन लिया। अब आमिर हक भाई की और बिलाल भाई की कौन सी रिकॉर्डिंग है आपके पास? वो एक अलग मामला है, वो गाली वाला मामला एक अलग है, उसकी रिकॉर्डिंग हमारे पास अभी पहुंची नहीं है, वो आएगी तो बात होगी। पहले एक बात होगी, इन्होंने क्या कहा था? हाँ। कि इन्होंने क्या कहा था? पहले तो बिलाल साहब ये एक्सेप्ट करें कि इन्होंने जो इल्जाम लगाया था गलत लगाया था। ले जाना उन्होंने चुक लो ना, कुल है वो वीडियो। बिलाल साहब आप ये मानते हैं, बिलाल साहब आप ये मानते हैं कि आपने झूठा इल्जाम लगाया था? क्या इल्जाम लगाया था इन्होंने, कोई बताया तो सही ना। इल्जाम झूठा लगाया था जो साबित हो गया इस रिकॉर्ड में, मान ले सच्चाई में, फिर हम दूसरी बात पे भी आ जाएंगे। ओहो राणा राशिद साहब, वो इल्जाम क्या लगाया था? इन्होंने इल्जाम लगाया था कि राजा साहब ने तारीफ की है उस बंदे के इस कदम की, जबकि उन्होंने तारीफ की है कि उस बंदे ने इस बात को रियलाइज किया है, इस चीज की तारीफ की है कि अब शोएब राजा को भी बड़े दिल का मुजाहरा करते हुए इस चीज को तस्लीम कर लेना चाहिए कि ये कदम ठीक नहीं था, ऐसे इंटरेक्शंस नहीं होने चाहिए। इसमें शोएब राजा का क्या कसूर है? नहीं कोई कसूर नहीं है, चलो छोड़ दें, लेकिन बिलाल भाई का इल्जाम तो गलत साबित हो गया ना। और इन्होंने कहा था मैंने बिलाल को तरले दिए, मैंने बिलाल को मिन्नतें की, बिलाल तुम्हें मिसअंडरस्टैंडिंग हुई है, ये इल्जाम मत लगाओ। कहता नहीं आप वीडियो दें, मैं माफी मांगूंगा अगर मैं गलत। अब आप देख लें कि ये मेरी ब्राड पे बैठे हुए हैं, सुन लें, ये मेरी ब्राड पे बैठे हुए हैं,
और किस बहादुरी के साथ अच्छा, ये कह रहे हैं। सुन ले राणा साहब, राणा साहब जी, आप छोटी छोटी बात पे बंदे को म्यूट कर देते हैं, नीचे उतार देते हैं। आपने बात मुकम्मल की, माइक म्यूट रखे। आमिर नजीर भाई, मैंने इस बात में भी अगर मैंने कोई बात निकालनी हो ना, हालांकि ये भी वो बात नहीं है जो सुबह से आपके पास आके की जा रही है, टॉक मास्टर साहब, अलीम साहब और दूसरे जितने भी हजरात हैं, ये वो बात नहीं, आप भी जानते हैं। वो जो कह रहे हैं ये वो नहीं है जो इन्होंने सुनाया है। लेकिन बात मैं अब अपनी कर देता हूँ। आमिर हक साहब को मैंने आगे किया था, राना राशिद साहब यही बात करने आए थे, या कहीं जाएंगे और मामला था, कसम अल्लाह की यही बात करने आए थे। तो आमिर हक साहब ने कहा था कि अगर बात ऐसे हुई तो दोनों तरफ से माजरत होगी, राजा अताउल मन्नान भी माजरत करेगा और बिलाल हनीफ भी करेगा। मैंने कहा बिल्कुल ठीक है, मैं मानता हूँ इस बात को। मैंने आमिर हक की इस बात को माना और राना राशिद से ये बात कर रहे थे आमिर हक साहब। इनसे पूछ लें कि या मैं गलत कर रहा हूँ या ये कसम खा ले मिर्जा साहब के। जी, बात ये है कि जो जहाँ तक बात है ना, एक ये मामले की, ये मामला मेरे ज़िम्मे था क्योंकि बिलाल साहब ने मुझे डिमांड की थी कि ये वीडियो आपने पेश करनी है, मैंने पेश करनी। जहाँ तक दूसरा मामला, मैं माफ़ी चाहता हूँ, मैं अपने आप को उससे अलग रखता हूँ। जब राजा साहब आएँ उनको सामने बिठाएं और उधर से आमिर साहब को लेकर आएँ और फिर उस मामले का हल कर लें। मैं उसमें नहीं कोई दखल देता, मैं नहीं कहता कि आप गलत हैं या वो गलत है। जो हुआ वीडियो ही सब ने देख लिया, सब अपना फैसला कर लें। मैं लेकिन ये मामला क्योंकि मेरे ज़िम्मे था, आपने मेरे ज़िम्मे लगाया था राणा साहब, देनी है आपने, मैं आपको मना कर रहा था रहने दो, आपने कहा नहीं देनी है। मैंने ये आज 2 घंटे लगा के ये ढूंढी है। नहीं, ये बात तो क्लियर आ गई है, समझ है कि वो इसी बात को मेंशन कर रहे हैं राजा अताउल मन्नान कि भाई उसने एक्नॉलेज किया है और अपनी उसकी अपने जज्बाती फैसले को एक्नॉलेज किया है, तो इस वजह से आपको अपनी इज्जत बढ़ाई है। नहीं, ये तो बात ठीक है, जो सही है। राणा साहब झूठ बोलने की क्या जरूरत। हाँ। लेकिन इसको कई बार हम अगर सुनते हुए तेजी में हीट ऑफ द मोमेंट कोई गलत समझ जाता है ना, हाँ, उसको इतना इशू नहीं बना लेना। नहीं, कोई इशू नहीं है, कसम से। अगर बिलाल ये क्लियर हो कि मुझे मिसअंडरस्टैंड हुई है, मैं तो पहले कह रहा था मिसअंडरस्टैंडिंग हुई है और हमें कोई माफी नहीं चाहिए, मुझे कोई माफी नहीं, ऐसे राणा साहब ये बात तो आप कह रहे हैं, क्या आप ये कह सकते हैं कि इस बात से वो बात लिंक नहीं है जो मैं कह रहा हूँ? नहीं, लिंक नहीं है, ये वो बात वाली वो कह रहे हैं, मेरा उससे लेना देना। आमिर भाई अगर वो बात, यार माइक पीछे करो, मैं ब्लूटूथ लाए मेरे कन्ना च, अगर कहें तो मैं वो ऑडियो भी सुना सकता हूँ, लेकिन सुनाए उसमें क्या हुआ है मैं आपको बता देता हूँ। पहल जो हुई है ना, वो बिलाल की तरफ से हुई है, मैं आपको बता दूँ। बाद में उन्होंने भी की है। अब आप समझ लें आपने क्या फैसला करना है। आप आमिर हक साहब ने कहा था कि राजा अताउल मन्नान भी माफी मांगेगा। कहा होगा, मुझे नहीं याद, कहा होगा, उनकी राय है, उनकी राय है, नहीं याद कहा होगा। मैं कहता हूं एक केस ही दूसरा, जब राणा साहब उनको यार नहीं है दूसरा, आमिर भाई नहीं है दूसरा, आप क्यों नहीं समझते? बिलाल भाई मैंने गाली दी है, मैंने भी गाली दी आपको, मैं तो मसलेदार नहीं हूं ना राजा साहब का। सुने, आपने नहीं, आप यही केस लेकर आए थे उस दिन, ये वाले केस की मैं गवाही हूँ। हाँ, ये केस रिकॉर्डिंग वाली बात शुरू यहाँ से हुई थी राणा साहब। चले बहरहाल, मैं फिर उसमें नहीं बीच में आता जब तक वो क्यों नहीं आ रहे बीच में, क्योंकि राजा अताउल मन्नान छोड़ दें। राणा जबरदस्ती थोड़ा है बिलाल साहब, जबरदस्ती तो नहीं है ना, छोड़ दे। लेकिन तो रिकॉर्डिंग के बाद उसका फैसला कौन करेगा? बिलाल कौन फैसला करे? पहले आप रिकॉर्डिंग करेंगे। किस चीज की पहल की है? पहल की क्या है? मैं सुना देता हूँ, ठहर जाइए यार, आप बता दें, सुनाने में कोई मसला, आप बता दें किस चीज की पहल की। इन्होंने गाली दी है हमको, ये छोटी छोटी बातें हैं, अपना मेरी बात सुने, देखें इस चीज को आप पहल कह रहे हैं कि इन्होंने पहल किया है दौरान गुफ्तगू। इन्होंने अगर ये कहा कि यही बात अगर मैं राजा मन्नान साहब से ये पूछ लूं कि तुम गलत था ना, इनको ऐसे नहीं कहना चाहिए तो अच्छा, इन्होंने पहल की है ना, पहल इन्होंने की है। अच्छा, एक बंदा मुझे बताएं, एक बंदा वहां पर गलती कर रहा है, आप गलती करेंगे? मैं आप ही की बात को लेकर चल रहा हूँ। इन्होंने पहल की है, ये गाली दी है, इन्होंने पहल की है। बहादुर साहब मेरी एक बात बताएं, मुझे एक बात बताएं भाई, मैं आपकी बात सुनना चाह रहा हूँ। आप गलत कर रहे हैं कहीं और पर, आप गलत करेंगे उसको? अच्छा, ये इन्होंने गलत किया, ये गाली दे करके गलत किया। मुझे सिर्फ एक सवाल का जवाब दें, आमिर नजीर भाई से पूछ लें। सारे सवाल के जवाब मैंने दिया। अगर आज अफ्रीका में, अमेरिका में किसी बंदे ने गलती कर दी है तो पूरी उम्मत मुस्लिम वो गलती करने लग जाएगी। ओ भाई, मैं ये तो पूछ रहा हूँ, इन्होंने ये गलती की है, ये गाली दी है, इन्होंने गाली देकर गलती की है इन्होंने। हद है।
अगर एक बंदा मुंह पे कालक मल रहा है, पूछ रहा हूं, आप लोग अपने मुंह पे कालक मल के खड़े हो जाएंगे। आप मसले को हल नहीं करना चाह रहे। मैं कुछ नहीं कहता ये गलत है ये सही है, मैं नहीं कहता इस, मैं क्यों कहूंगा? तो फिर आप किस लिए इतना जोर लगा रहे हैं? क्यों रिकॉर्डिंग सुना रहे हैं? गलत सही का अगर आपको मुझे जरूरत नहीं, मुझे जरूरत नहीं, मैं नहीं, आप क्यों कर रहे हैं? ये ले मैं लैपटॉप बंद कर। नहीं आप तो बड़ा जोर लगा रहे हैं। मैंने कहा कि मुझे जाने दे उस मामले से, मैंने बार बार कहा कि मुझे उस मामले में ना घसीटे। आप घसीट रहे तो मैं कह रहा हूं आप तो इसी मामले को तो लेकर आए हैं। नहीं मैं नहीं लेकर ये ज्यादती की है। बिल्कुल नहीं साहब बहादुर, आपको पता नहीं पूरे वाकये का। मेरी ब्रॉड का वाकया है, जितना आप कैसे कह सकते हैं पूरे वाकये का पता नहीं है? शुरू से लेकर आखिर तक मेरी ब्रॉड का वाकया है। मेरी बात आप ही की ब्रॉड का मैं वाकये की बात यार, मैं आपको जवाब दफा रिकॉर्डिंग चल चुकी है। मैं आपको जवाब क्यों दे रहा हूँ? ये आप अपने आप से पूछिए, आप यहाँ आए क्यों हैं? मुझे 10 दफा इन्होंने उठाया, पूछे इन्हें आप क्यों, किस मसले की वजह से उठाया आपको? क्योंकि बिलाल साहब ने कल मुझसे एक वीडियो की डिमांड की थी, जो कि आज मैंने अपना वादा पूरा किया। वो वीडियो प्ले करने का मकसद क्या था? ये वीडियो राजा तालिबान, यही मकसद था। 6 घंटे मैंने सुनकर 6 घंटे सुनकर ये निकाली है मैंने आज। अच्छी बात, उसमें से मैं अप्रिशिएट करता हूं। हाँ अच्छा चले, इसमें जो राजा मनान साहब कह रहे हैं कि उस बंदे ने जो इकदाम उठाया उसके लिए उसने माजरत या नदामत का इजहार किया, वो कौन सा कदम उसने उठाया जिसके लिए उसने माफी मांगी? मुझे आप बच्चे हैं, आप लोटी को चूचू चूचू कहते हैं जो मेरी रिकॉर्डिंग करना चाहते हैं, या मुझे पागल समझते हैं? अच्छा आपको नहीं पता कि किस वजह से उसने आप माफी मांगी? समझते हैं कि मैं पागल हूँ? नहीं मैं नहीं समझता आप पागल हैं, मैं तो बड़ा अकलमंद और बादशाह आपको एक जाली अदालत का जज बना दिया उन्होंने, तो आप समझ अब जज ही बन गए। भाई मेरी बात सुने, आप इतना सीरियस ना लें इसको जी, नहीं ले, इतने हाइपर ना हो। ठीक है, उस दिन भी तबीयत आपकी खराब हो गई थी, जरा कूल डाउन रहे। मैं सिर्फ इतना पूछना चाह रहा हूँ कि वो जो बंदे ने माफी मांगी है वो किस बात की वजह से माफी मांगी उसने? मुझे क्या पता। अच्छा, लेकिन आप तो पूरा लड़ रहे हैं, आप बहस भी आप कर रहे हैं, रिकॉर्डिंग भी चला रहे हैं और सवाल भी कर रहे हैं। आप में कोई इंसाफ है साहब अदर साहब? मैं आपको बड़ा सच्चा इंसान समझता हूं। अभी तक कुछ लगा कि मैं कोई नाइंसाफी की बात कर रहा हूं। मैंने तो अभी तक तो कोई मैंने बात ही नहीं की। मैं तो सवाल ये जो मामला था ना, बड़ी इज्जत एहतराम से कर रहा हूँ। दोबारा सुन ले मेरे भाई, मैं भी विद ड्यू रिस्पेक्ट बोल रहा हूँ। ये जो मामला था ना, मैं कहता हूँ आपने जो रिकॉर्डिंग चलाई है ना, मैं आप ही की रिकॉर्डिंग चलाई, रिकॉर्डिंग पर बात कर रहा हूँ। राजा साहब कह रहे हैं उसने नहीं सुन ले, आपकी ब्रॉड पे तो हुई ना बात, आपकी ब्रॉड पे बात हुई जो आप चला रहे हैं कि जी वो राजा साहब ने बड़ा उसको अप्रिशिएट किया क्योंकि उस बंदे ने निदामत का इजहार किया और उसने माफी मांग ली। और आज के बाद ये मसला आपको मसले का ही नहीं पता फिर साहब बहादुर, सॉरी टू से आपको मसले का ही नहीं पता। राजा साहब ने किस वजह से कहा है कि उसने बड़ा अच्छा काम किया? दोबारा सुन ले। बिलाल साहब ने ये समझा या इनको मिसअंडरस्टैंडिंग हुई या इन्होंने जान के कहा मैं नहीं समझता, अल्लाह और ये इनका और अल्लाह का मामला है, इन्नमा मतलब कि राजा साहब ने उस बंदे को हलाशेरी दी और अप्रिशिएट किया कि उस बंदे ने ये कदम अच्छा किया है। ये है मामला। जब कौन सा कदम अच्छा किया? रोटियां खाई हैं उसने जाके, वहां होटल में गया है, वहां जाके उसने खाने का ऑर्डर दिया है। कौन सा काम किया? जबकि सुन लें बात आगे, जबकि राजा साहब ने उसके इस चीज को रियलाइज करने पे और उस चीज को एक्सेप्ट करने पे कहा कि ये बड़ेपन की निशानी होती है अपनी चीज को मानना। उन्होंने ये तो कहा वो कौन सा अमल उसने किया था जिस वजह से उसको रियलाइज करना पड़ा? राजा भी इस काम को मान ले। कौन सा काम तो बताएं। ये एक होटल में गए थे उस दिन दोनों। हाँ, ये लड़ पड़े आपस में। किस होटल में गए? इन्होंने कढ़ाई का ऑर्डर दिया, ठीक है। अब कढ़ाई जो पहले बयान मैंने दिया था ना कि मैं आपको पागल नहीं समझ रहा, मुझे वापस नहीं लेना चाहिए। आप मुद्दे पे रहे। मैं बिल्कुल पागल। आप मुझे कह रहे हैं कि उस बंदे ने रियलाइज किया और राजा साहब ने उसको अप्रिशिएट किया। तो वो कौन सा अमल था जो उसने किया और उसको रियलाइज करना पड़ा? वो आप समझे, आपको नहीं पता। अच्छा, सारा कुछ मैं नहीं समझ रहा, मैं सारा कुछ मैं नहीं समझ। मुझे आपको बताना फर्ज है कोई? अच्छा, उस वक्त से आप बहस कर रहे हैं, रिकॉर्डिंग चला रहे हैं। मैं कोई बहस नहीं कर रहा। बिलाल साहब तो भाई आपको बात है, सवाल है तो पूछें आप। बिलाल साहब कोई क्वेश्चन है तो पूछें प्लीज। आप इतना क्यों इन चीजों को सीरियसली लेते हैं? आप क्यों नहीं जिंदगी को नॉर्मल तरीके से गुजारना चाहते हैं? आप अपनी जिंदगी को पुरसुकून क्यों नहीं? मेरी बात सुने, मैं अपनी जिंदगी को जैसे भी गुजारूं। जब आप लास्ट टाइम गए हॉस्पिटल, डॉक्टर ने कहा नहीं अपने आपको कि अपने ज़हन पर इतना जोर नहीं डालना और अपने आप को खुश रखना। थैंक यू सो मच जज़ाकल्लाह। जी बिलाल साहब
पानी शानी पिए, थोड़ा सा रिलैक्स हो, ठंडे बिलाल हो, साहब कुछ नहीं सो होगा। गए हो? बिलाल साहब सो गए हो? अच्छा, इसका मतलब है फिर आपको इस सारे केस का पता ही नहीं है। मेरे ख्याल यार अमन नजीर भाई, आप तो मेरे अमन साहब, आप तो इंटेलिजेंट पर्सन है, थोड़ा इनको भी बता दें, अपने शागिर्दों को भी। अच्छा, मैं तो आपको बड़ा ही अक्लमंद इंटेलिजेंट समझता हूं, लेकिन आप क्यों नहीं इस बात का जवाब दे रहे कि राजा साहब ने जो अप्रिशिएट किया वो कौन सी ऐसा अमल था जिस वजह से उस बंदे को रियलाइज करना पड़ा और अपने उस कदम को नदामत का इजहार उसको करना पड़ा और माफी मांगनी पड़ी। वो कौन सा अमल उसने किया ऐसा? अच्छा, कौन सा अमल किया था? वाह, क्या बात है, क्या बात है। मेरे मुंह से तो नहीं निकलवा सकेंगे आप, जोर लगा लें जितना मर्जी, लिख के बता दें, अगर मुंह से नहीं बोलना चाहते फायदा तो कोई लिख के नहीं, दे आपको फायदा कोई नहीं है इस बात का। तो चलो मैं तो लिख के दे दें। इतना भी कम इतना नहीं बता सकते तो राना राशिद साहब ये बता दें कि वो रिकॉर्डिंग कहाँ पे है, किस कोने खुदरे में वो पड़ी हुई है जहाँ पे वो बंदा ये अपने मुंह से कह रहा है कि मैं अपनी गलती तस्लीम मुझे क्या कर पता, पता नहीं आप क्या कह रहे हैं, मुझे क्या पता, मुझे क्या पता। तो राजा ताल मनान साहब ने किस बेस के ऊपर ये कहा सुना कि होगा उसने कहीं, मादरत सुना होगा उन्होंने कहीं, हो सकता है उनसे पूछे जाके, मुझे क्या पता। तो फिर यार आपका काम बनता था ना, मेरा काम इतना है, मेरा काम सिर्फ सुन ले, अगर आपको अल्लाह ने को अकल दी हो ना, अगर अल्लाह ताला ने आप दोनों को अकल दी हो ना, मेरा काम इतना था कि मेरी ब्रॉड पे जो बात हुई मैं उसका जिम्मेदार था। क्या बात हुई, क्या बात? चलिए वहाँ ये बात हुई, वहाँ ये बात हुई कि आज ऐसा करते हैं कि हम ना सैर करने जाते हैं, ठीक है? कहाँ? और कहाँ हम ना कनाडा की सैर करेंगे, नियाग्रा फॉल की, और एक साइड पे एक गल सच्ची राजस्थान आएंगे। यार मतलब कोई हद होती है चीजों की। अच्छा, रिश्ते कराते हैं आप, ये बात दुरुस्त है? हाँ जी, आप रिश्ते भी करवाते हैं? यार मेरे पास फजूल बातों को टाइम नहीं है, खुदा हाफिज, बाय बाय। यही आप लोगों की बदतमीजी है ना, इसलिए मैं सिर्फ बिलाल मैं भी जा रहा हूँ। राजा साहब को ये बातों का पता है कि आप उनका केस लड़ रहे हैं, इस अंदाज में लड़ रहे हैं आप? ये जो भी आप बातें कर रहे हैं ना, नामा माल अभी तक कोई बात ऐसी की है जिस वजह से आपको लगे कि ये क्या बात? जो भी आप ये, मैं तो सिर्फ इसलिए आ गया कि मैं चलो आपको सुना दूं, दूध का दूध और पानी का पानी हो जाए, और अब ये दोनों सो गए। अच्छा, जब आप रिकॉर्डिंग चलाना चाहते हैं, पूछते हैं कौन सी रिकॉर्डिंग, तब भी नहीं बताते, और किस वजह से? देखिए मेरी बात सुने, मैं आप दोनों, अब मैं सख्त लफ्ज इस्तेमाल करने लगा हूँ। अच्छा, थोड़े रिकॉर्डिंग अपनी ऑन कर लें, ठीक है जी। मैं आप दोनों को जवाब देने सोच के बोलना है, जो भी बोलना है पाबंद नहीं हो। आप रिकॉर्डिंग ऑन करें, मैं आपको गालियां देने लगा। एक अगर बच्चा हो, ठीक है, उसकी तंबी जो है वो उतर गई हो किसी वजह से ना, नीचे पांव तक चली गई हो, तो वो किसको कहेगा कि आके ऊपर करो? वो खुद को ऊपर करेगा या किसी को बुलाएगा कि आके ये ऊपर कर दो? ओ पहचान टूट गए लालसवाद, टूट गए राने। राणा साहब आपने लड़ लिया केस, इसी वजह से राजा साहब को ग्रिल किया जा रहा है तमाम रोड पे। ਇਹੋ ਜਿਹੇ ਵਕੀਲ ਪਹਿਲੀ ਪੇਸ਼ੀ ਤੇ ਬੰਦੇ ਨੂੰ ਉਮਰ ਕੈਦ ਕਰਵਾ ਦਿੰਦੇ ਨੇ ਤੇ ਬਾਅਦ ਦੇ ਵਿੱਚ ਇਹ ਕੰਮ ਦਾ ਇਹ ਮਹਿੰਗਾ ਵਕੀਲ ਹੁੰਦਾ ਨਾ, ਉਹ ਕਹਿੰਦਾ ਭਾਈ ਇਹ ਕੰਮ ਤੇ ਮੈਂ 500 ਚ ਕਰਾ ਦੇਣਾ ਸੀ, ਤੂੰ ਮੈਨੂੰ ਕਿਉਂ ਦੱਸਦਾ? ਹਿਸਾਬ ਲਾਓ ਰਾਜਾ ਤਾਲ ਮਨਾਨ ਦਾ ਕਿ ਕਿਸੇ ਨੂੰ ਕਹਿ ਰਿਹਾ ਕਿ ਆ ਕੇ ਭਾਈ ਜਿਹੜੀ ਮੇਰੀ ਤੰਬੀ ਉਤਰੀ ਹੈ ਉੱਪਰ ਕਰਵਾ, ਉੱਪਰ ਕਰ ਦਿਓ ਬਈ, ਆਪ ਕਰ ਲੈ ਤੂੰ, ਮਤਲਬ ਤੈਨੂੰ ਕਿ ਨਹੀਂ ਕਰਨੀ ਆਂਦੀ ਇਤਨਾ ਤੂੰ ਮਜ਼ਦੂਰ। ਇਸ ਤਰ੍ਹਾਂ ਨਹੀਂ ਤੰਬੀਆਂ ਉੱਚੀਆਂ ਹੁੰਦੀਆਂ, ਇਸ ਤਰ੍ਹਾਂ ਨਹੀਂ ਸਲਵਾਰਾਂ ਉੱਚੀਆਂ ਹੁੰਦੀਆਂ, ਨਾ ਹੀ ਇਸ ਤਰ੍ਹਾਂ ਸਲਵਾਰਾਂ ਅਗਲੇ ਕਦੇ ਰਾਣੇ ਨੂੰ ਕਹਿੰਦਾ ਤੂੰ ਕਰ ਦੇ ਮੇਰੀ ਤੰਬੀ ਉੱਪਰ, ਕਦੇ ਕਿਸੇ ਨੂੰ ਕਹਿੰਦਾ ਮੇਰੀ ਤੰਬੀ ਉੱਪਰ ਕਰ ਦਿਓ। ਉਹ ਬਈ ਜਬ ਰਾਣਾ ਸਾਹਿਬ ਨੇ ਤੇ ਕਰ ਲਈ, ਜਦੋਂ ਰਾਣਾ ਸਾਹਿਬ ਆਪਣੀ ਸੰਭਾਲੀ ਜਾ ਰਹੀ। ਹਾਂਜੀ ਹੈ, ਬਿਲਕੁਲ ਹੈ, ਦੱਸੋ ਹੁਕਮ ਕਰੋ। सुन रहे हैं थोड़े तो पहले ही सुन रहे हैं, बहुत पहले तो सुन रहे हैं। किधर उन्होंने राणा साहब ने तो ब्लॉक ही कर देता। हाँ सुनावा जी, तीसरा पता जम पिया कोई, मैं क्या सुनावा इत्थे? सुनाओ की यार, नहीं है यूसफी ने सुननी है ता वास्ते मैं क्या मतलब ये जो डिबेट्स या एक्सेट्रा
वो भी